ਰਾਵਣ ਆਦਿਕ ਦੀਆਂ ਝਾਕੀਆਂ ਕੱਢ ਕੇ ਪੁਤਲੇ ਫੂਕ ਕੇ ਇਹੋ ਜਿਹੇ ਕਰਮ ਕਰਕੇ ਦੁਸ਼ਹਿਰਾ ਮਨਾਉਂਦੇ ਨੇ। ਪਰ ਗੁਰੂ ਕੇ ਖਾਲਸੇ ਨੇ ਐਸੀ ਰੀਤੀ ਨਹੀਂ ਕਰਨੀ। ਜਿਹੜਾ ਛਤਰੀ ਹੁੰਦਾ ਹੈ ਉਹਦਾ ਇਸ਼ਟ ਸ਼ਸਤਰ ਹੁੰਦਾ ਹੈ ਤੇ ਗੁਰੂ ਕੇ ਖਾਲਸੇ ਨੇ ਸ਼ਸਤਰ ਦਿਵਸ ਮਨਾਉਣਾ ਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ ਜੀ ਦੁਸ਼ਹਿਰਾ ਆਪ ਜੀ ਨੇ ਦੱਸਿਆ ਕਿ ਅਸਾਂ ਨੇ ਰਾਵਣ ਆਦਿਕ ਦੀਆਂ ਝਾਕੀਆਂ ਨਹੀਂ ਕੱਢਣੀਆਂ ਤੇ ਸ਼ਸਤਰਾਂ ਦੀ ਪੂਜਾ ਕਰਨੀ ਤੇ ਦੀਵਾਲੀ ਦੇ ਪੁਰਬ ਦੇ ਉੱਪਰ ਜਿਹੜੇ ਗ੍ਰਸਤੀ ਲੋਕ ਨੇ ਜਾਂ ਪੰਡਿਤ ਲੋਕ ਨੇ ਉਹ ਲక్ష్ਮੀ ਦੀ ਪੂਜਾ ਕਰਦੇ ਨੇ ਤੇ ਗੁਰੂ ਕੇ ਖਾਲਸੇ ਨੇ ਦੀਵਾਲੀ ਕਿਵੇਂ ਮਨਾਉਣੀ ਹੈ। ਗੁਰੂ ਕੇ ਖਾਲਸੇ ਨੇ ਵੀ ਕੋਈ ਐਸਾ ਹੀ ਲక్ష్ਮੀ ਪੂਜਨ ਇਤਿਆਦਿ ਕਰਨਾ ਹੈ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਵੀ ਗੁਰੂ ਕੇ ਖਾਲਸੇ ਨੇ ਮਾਇਆ ਨੂੰ ਨਹੀਂ ਪੂਜਣਾ, ਮਾਇਆ ਦੇ ਪਤੀ ਨੂੰ ਪੂਜਣਾ ਹੈ। महाराज साहब ने दसम ग्रंथ का उच्चारण किया, फिर उस समय फिर सर्वलोक ग्रंथ अलग क्यों लिखना पे? सच्चे पातशाह जी ने पहला तो विद्या सागर ग्रंथ लिखा सी जिहड़ा गुरु गोबिंद सिंह साहब जी ने लिखा, वो 9 मन का ग्रंथ सी पंथ कोल है ते वो ग्रंथ जिस वक्त सच्चे पातशाह जी ने श्री आनंदपुर साहब नूं त्याग्या ते सरसा की भेंट हो गया ते गुरु गोबिंद सिंह साहब जी ने बहुत सारी बाणी अपने जीवन काल दे विच रची ते अपने 52 कवियां दे गुणों लिखवाई ते महाराज साहब जी ने अपनी हजूरी विच 32 लिखारी रखे सन ते उन्हां लिखारियां दे जथेदार बाबा दीप सिंह जी सन ते उस वक्त देवी ते देवते इकट्ठे हो के अकाल पुरख परमेश्वर की शरण विच गए ते अकाल पुरख परमेश्वर ने फिर ਸਰਬਲੋਹ ਦਾ ਅਵਤਾਰ ਧਾਰ ਕੇ ਉਹ ਰਾਖਸ਼ ਦਾ ਅੰਤ ਕੀਤਾ, ਦੇਵੀ ਅਤੇ ਦੇਵਤਿਆਂ ਦੀ ਰੱਖਿਆ ਕੀਤੀ। ਦੇਵੀ ਨੂੰ ਸੰਬੋਧਨ ਹੋ ਕੇ ਲਿਖਿਆ ਕਿ ਜਾਂ ਗੁਰੂ ਸਾਹਿਬ ਨਾਲ? ਦੇਖੋ ਜੀ, ਇਹ ਗ੍ਰੰਥ ਮਹਾਰਾਜ ਸਾਹਿਬ ਜੀ ਨੇ ਜਿਹੜਾ ਲਿਖਿਆ ਹੈ ਨਾ, ਮੰਗਲਾ ਚਰਨ, ਮੰਗਲਾ ਦਾ ਅਰਥ ਹੈ ਦੇਵੀ ਤੇ ਚਰਨ ਦਾ ਅਰਥ ਹੈ ਚਰਨ। ਦੇਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਕੇ ਬੈਠੀ। ਸ਼ਕਤੀ ਹਮੇਸ਼ਾ ਹੀ ਸ਼ਕਤੀ ਦੇ ਅਧੀਨ ਹੁੰਦੀ ਹੈ। ਦੇਵੀ ਸ਼ਕਤੀ ਹੈ ਤੇ ਸਰਬਲੋ ਦੇਵ ਸ਼ਕਤਾ ਹੈ ਤੇ ਮਹਾਰਾਜ ਸਾਹਿਬ ਜੀ ਨੇ ਐਸਾ ਇਹ ਪ੍ਰਸੰਗ ਲਿਖਿਆ ਹੈ। ਇਹਦੇ ਤੋਂ ਇੱਕ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਪਤਨੀ ਪਤੀ ਦੇ ਅਧੀਨ ਹੋ ਕੇ ਚੱਲੇ, ਕਿਉਂਕਿ ਇਹਦੇ ਵਿੱਚ ਸਰਬਲੋ ਦੀ ਕਥਾ ਦਾ ਪ੍ਰਕਾਸ਼ ਹੁੰਦਾ ਹੈ ਤੇ ਇਹ ਗ੍ਰੰਥ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤਾ ਹੈ ਕਿ ਜਦੋਂ ਵੀ ਕੋਈ ਹਾਰ ਕੇ ਹੰਬ ਕੇ ਜਿਹਨੂੰ ਕੋਈ ਦੁਨੀਆ ਦੇ ਵਿੱਚ ਆਸਰਾ ਨਹੀਂ ਦਿੰਦਾ, ਢੋਈ ਕੋਈ ਨਾ ਦੇ, ਜਿਹਨੂੰ ਕੋਈ ਢੋਈ ਨਾ ਦਵੇ, ਚੇਤੇ ਆਵੇ ਉਸ ਪਾਰ ਬ੍ਰਹਮ ਲੱਗਿਆ ਨਾ ਤੱਤੀ ਵਾਹ, ਉਹਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚੇਤੇ ਆ ਜਾਵੇ ਤੇ ਉਹਨੂੰ ਤੱਤੀ ਵਾਹ ਨਹੀਂ ਲੱਗਦੀ। ਸਭੋ ਭਜੇ ਆਸਰਾ ਢੋਈ ਕੋਈ ਨਾ ਦੇ। ਜਦੋਂ ਸਾਰੇ ਆਸਰੇ ਭੱਜ ਜਾਣ ਤੇ ਕੋਈ ਢੋਈ ਨਾ ਦੇਵੇ, ਉਦੋਂ ਅਕਾਲ ਪੁਰਖ ਢੋਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। KPA TV ਚੈਨਲ ਤੇ ਸਾਰਿਆਂ ਸੱਜਣਾਂ ਦਾ ਧੰਨਵਾਦ ਜੀ ਆਇਆਂ ਨੂੰ। ਅੱਜ ਆਪਣੇ ਨਾਲ ਗਿਆਨੀ ਗੁਰਵਿੰਦਰ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਆਪਣੇ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਦੇ ਨਾਲ ਅੱਜ ਆਪਾਂ ਸ਼੍ਰੀ ਸਰਬਲੋਕ ਗ੍ਰੰਥ ਦੇ ਬਾਬਤ ਜਾਣਕਾਰੀ ਪ੍ਰਾਪਤ ਕਰਦੇ ਹਾਂ। ਆਓ ਗਿਆਨੀ ਜੀ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਸਰਬਲੋਕ ਗ੍ਰੰਥ ਕੀ ਹੈ? ਸਰਬਲੋਕ ਗ੍ਰੰਥ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਲਿਖਿਆ ਮਹਾਨ ਸਾਹਿਤ ਹੈ, ਜਿਹਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਦੀ ਰੱਛਾ ਹਮਨੈ, ਸਰਬਲੋਹ ਦੀ ਰੱਛਾ ਹਮਨੈ, ਸਰਬਕਾਲ ਜੀ ਦੀ ਰੱਛਾ ਹਮਨੈ, ਸਰਬਲੋਹ ਜੀ ਦੀ ਸਦਾ ਰੱਛਾ ਹਮਨੈ। ਇਹ ਜੋ ਅਕਾਲ ਉਸਤਤ ਦੇ ਸ਼ੁਰੂ ਵਿੱਚ ਸ਼ਲੋਕ ਆਉਂਦੇ ਨੇ, ਇਹਨਾਂ ਦੀ ਸੱਚੇ ਪਾਤਸ਼ਾਹ ਜੀ ਨੇ ਭਰਪੂਰ ਵਿਆਖਿਆ ਕੀਤੀ ਹੈ। ਪਿਆਰੇ ਭਾਈ ਦਇਆ ਸਿੰਘ ਜੀ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਕਸਰ ਪੁੱਛਦੇ ਰਹਿੰਦੇ, ਸੱਚੇ ਪਾਤਸ਼ਾਹ ਜੀ ਜੋ ਆਪ ਜੀ ਨੇ ਸਰਬਲੋਹ ਕਹਿ ਕਰਕੇ ਤੇ ਸਰਬਲੋਹ ਦੇ ਕੋਲੋਂ ਰੱਖਿਆ ਦੀ ਮੰਗ ਕੀਤੀ ਹੈ, ਇਹ ਸਰਬਲੋਹ ਅਵਤਾਰ ਕਦੋਂ ਹੋਇਆ ਹੈ?
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਦੀ ਧਰਤੀ ਦੇ ਉੱਪਰ ਗਏ ਨੇ, ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਇਹ ਗ੍ਰੰਥ ਦੀ ਰਚਨਾ ਕੀਤੀ ਹੈ। ਤੇ ਇਸ ਗ੍ਰੰਥ ਵਿੱਚ ਹੀ ਲਿਖਿਆ, ਅਕਾਲ ਉਸਤਤ ਕੇ ਆਦਿ ਸਲੋਕ ਜੀ ਸਰਬਲੋਕ ਹੀ ਰਚਿਆ। ਜੋ ਅਕਾਲ ਉਸਤਤ ਦੇ ਮੁੱਢ ਵਿੱਚ ਸਲੋਕ ਆਉਂਦਾ ਹੈ, ਸਰਬਲੋ ਦੀ ਰਚਿਆ ਵਾਲਾ, ਉਸ ਸਰਬਲੋ ਅਵਤਾਰ ਦੇ ਵਿਖਿਆਨ ਵਿੱਚ ਉਹ ਸਰਬਲੋ ਗ੍ਰੰਥ ਅਵਤਾਰ ਦਾ ਜੋ ਪ੍ਰਸੰਗ ਹੈ, ਇਸ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਇਹ ਗ੍ਰੰਥ ਕਿਉਂ ਲਿਖਣਾ ਪਿਆ ਜੀ? ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਗ੍ਰੰਥ, ਇੱਕ ਤੇ ਜਦੋਂ ਸੰਪਰਦਾਵਾਂ ਦੇ ਵਿੱਚ ਸੀਨੇ ਬਸੀਨੇ ਇਸ ਤਰੀਕੇ ਦੇ ਨਾਲ ਇਹ ਗੱਲ ਮੰਨੀ ਜਾਂਦੀ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਗੁਰਮੁਖ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਲਿਖਿਆ ਹੈ। ਤੇ ਇੱਕ ਸਿੱਖ ਇਤਿਹਾਸ ਦੇ ਬਹੁਤ ਵੱਡੇ ਵਿਦਵਾਨ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਫ਼ਰਨਾਮਾ ਤੇ ਜ਼ਫਰਨਾਮਾ ਲਿਖਿਆ, ਈਸ਼ਰ ਸਿੰਘ ਜੀ ਨਾਰਾ, ਉਹਨਾਂ ਨੇ ਹੋਰ ਵੀ ਪੁਸਤਕ ਲਿਖੇ ਨੇ। ਅਤੇ ਇਸੇ ਹੀ ਤਰੀਕੇ ਦੇ ਨਾਲ ਸ਼੍ਰੀ ਹੇਮਕੁੰਟ ਸਾਹਿਬ ਦਾ ਇਤਿਹਾਸ, ਤੇ ਇਹਨਾਂ ਗ੍ਰੰਥਾਂ ਦੇ ਵਿੱਚ ਸਾਨੂੰ ਇਹ ਗੱਲ ਪੜ੍ਹਨ ਨੂੰ, ਸੁਣਨ ਨੂੰ, ਦੇਖਣ ਨੂੰ ਮਿਲਦੀ ਹੈ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵਕਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਦੇ ਉੱਪਰ ਗਏ ਨੇ, ਤੇ ਮਹਾਰਾਜ ਸਾਹਿਬ ਜੀ 14 ਮਹੀਨੇ ਉਸ ਅਸਥਾਨ ਦੇ ਉੱਪਰ ਟਿਕਾ ਕਰਦੇ ਰਹੇ ਨੇ। ਤੇ ਉੱਥੇ ਹੀ ਮਹਾਰਾਜ ਸਾਹਿਬ ਜੀ ਨੇ 10ਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਾਏ ਨੇ, ਅਤੇ ਗੁਰੂ ਕੇ ਸਿੰਘਾਂ ਨੇ ਅਰਥ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤੇ ਨੇ। ਤੇ ਗੁਰੂ ਖਾਲਸੇ ਦੇ ਵਿੱਚ ਇਹ ਰਵਾਇਤ ਹੈ ਵੀ ਜਦੋਂ ਦੁਸ਼ਹਿਰੇ ਦਾ ਪੁਰਬ ਆਉਂਦਾ ਹੈ ਤੇ ਗੁਰੂ ਕਾ ਖਾਲਸਾ ਸ਼ਸਤਰਾਂ ਦੀ ਪੂਜਾ ਕਰਦਾ ਹੈ। ਸਤਿਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਿਆਰੇ ਭਾਈ ਦਇਆ ਸਿੰਘ ਜੀ ਦੇ ਨਾਲ ਮਹਾਰਾਜ ਦਾ ਇਹ ਵਰਤਾਂਤ ਹੋਇਆ ਸੀ। ਤੇ ਮਹਾਰਾਜ ਜਿਹੜੇ ਛਤਰੀ ਨੇ ਉਹ ਦੁਸ਼ਹਿਰਾ ਮਨਾਉਂਦੇ ਨੇ, ਤੇ ਗੁਰੂ ਕਾ ਖਾਲਸਾ ਵੀ ਛਤਰੀ ਹੈ, ਤੇ ਖਾਲਸਾ ਕਿਸ ਤਰੀਕੇ ਦੇ ਨਾਲ ਇਹ ਦੁਸ਼ਹਿਰਾ ਮਨਾਵੇ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਜਿਹੜੇ ਹਿੰਦੂ ਲੋਕ ਨੇ ਉਹ ਤੇ ਰਾਵਣ ਆਦਿਕ ਦੀਆਂ ਝਾਕੀਆਂ ਕੱਢ ਕੇ, ਪੁਤਲੇ ਫੂਕ ਕੇ, ਇਹੋ ਜਿਹੇ ਕਰਮ ਕਰਕੇ ਦੁਸ਼ਹਿਰਾ ਮਨਾਉਂਦੇ ਨੇ, ਪਰ ਗੁਰੂ ਕੇ ਖਾਲਸੇ ਨੇ ਐਸੀ ਰੀਤੀ ਨਹੀਂ ਕਰਨੀ। ਜਿਹੜਾ ਛਤਰੀ ਹੁੰਦਾ ਹੈ ਉਹਦਾ ਇਸ਼ਟ ਸ਼ਸਤਰ ਹੁੰਦਾ ਹੈ, ਤੇ ਗੁਰੂ ਕੇ ਖਾਲਸੇ ਨੇ ਸ਼ਸਤਰ ਦਿਵਸ ਮਨਾਉਣਾ ਹੈ, ਸ਼ਸਤਰਾਂ ਦੀ ਪੂਜਾ ਕਰਨੀ ਹੈ। ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਸ਼ਸਤਰ ਪੂਜਨ ਦਾ ਦਿਵਸ ਮਹਾਰਾਜ ਸਾਹਿਬ ਨੇ ਮਨਾਉਣਾ ਸ਼ੁਰੂ ਕੀਤਾ। ਉੱਚੇ ਪਲੰਘੇ ਦੇ ਉੱਪਰ ਸ਼ਸਤਰ ਸਜਾਉਣੇ, ਪਹਿਲਾਂ ਸ਼ਸਤਰਾਂ ਦੀ 9 ਦਿਨ ਸੇਵਾ ਕਰਨੀ, ਤੇ ਫਿਰ ਸ਼ਸਤਰਾਂ ਦਾ ਆਖਰੀ ਦਿਨ ਪੂਜਨ ਕਰਨਾ। ਜਾਪ ਸਾਹਿਬ, ਅਕਾਲ ਉਸਤਤ, ਚੰਡੀ ਚਰਿੱਤਰ, ਚੰਡੀ ਦੀ ਵਾਰ, ਉਗਰਦੰਤੀ, ਬ੍ਰਹਮ ਕਵਚ, ਇਹਨਾਂ ਬਾਣੀਆਂ ਦਾ ਪਾਠ ਕਰਨਾ ਗੁਰਪ੍ਰਤਾਪ ਸੂਰਿਆ ਗ੍ਰੰਥ ਵਿੱਚ ਇਸ ਤਰੀਕੇ ਦੇ ਨਾਲ ਲਿਖਿਆ ਹੋਇਆ ਹੈ। ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਖੰਡ ਸ੍ਰੀ ਹਜੂਰ ਸਾਹਿਬ ਗਏ, ਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ ਜੀ ਦੁਸ਼ਹਿਰਾ ਆਪ ਜੀ ਨੇ ਦੱਸਿਆ ਕਿ ਅਸਾਂ ਨੇ ਰਾਵਣ ਆਦਿਕ ਦੀਆਂ ਝਾਕੀਆਂ ਨਹੀਂ ਕੱਢਣੀਆਂ ਤੇ ਸ਼ਸਤਰਾਂ ਦੀ ਪੂਜਾ ਕਰਨੀ ਹੈ। ਤੇ ਦੀਵਾਲੀ ਦੇ ਪੁਰਬ ਦੇ ਉੱਪਰ ਜਿਹੜੇ ਗ੍ਰਸਤੀ ਲੋਕ ਨੇ ਜਾਂ ਪੰਡਿਤ ਲੋਕ ਨੇ ਉਹ ਲక్ష్ਮੀ ਦੀ ਪੂਜਾ ਕਰਦੇ ਨੇ, ਤੇ ਗੁਰੂ ਕੇ ਖਾਲਸੇ ਨੇ ਦੀਵਾਲੀ ਕਿਵੇਂ ਮਨਾਉਣੀ ਹੈ? ਗੁਰੂ ਕੇ ਖਾਲਸੇ ਨੇ ਵੀ ਕੋਈ ਐਸਾ ਹੀ ਲక్ష్ਮੀ ਪੂਜਨ ਇਤਿਆਦਿ ਕਰਨਾ ਹੈ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਵੀ ਗੁਰੂ ਕੇ ਖਾਲਸੇ ਨੇ ਮਾਇਆ ਨੂੰ ਨਹੀਂ ਪੂਜਣਾ, ਮਾਇਆ ਦੇ ਪਤੀ ਨੂੰ ਪੂਜਣਾ ਹੈ, ਕਿਉਂਕਿ ਇਹ ਸੰਸਾਰ ਦੀ ਰਚਨਾ ਮਾਇਆ ਦੇ ਸੰਯੁਕਤ ਜਦੋਂ ਅਕਾਲ ਪੁਰਖ ਪਰਮੇਸ਼ਰ ਹੋਇਆ ਤੇ ਉਸ ਵਕਤ ਹੋਈ। ਕੱਲਾ ਜੋ ਨਿਰਾਕਾਰ ਹੈ ਉਹ ਸੰਸਾਰ ਦੀ ਉਤਪੱਤੀ ਨਹੀਂ ਕਰ ਸਕਦਾ। ਉਹਨੇ ਸਵਾਲ ਪੁੱਛਦੇ ਨੇ ਜੀ ਮਾਇਆ ਕਿੱਥੋਂ ਆਇਆ? ਮਹਾਰਾਜ ਦੀ ਬਾਣੀ ਵਿੱਚ ਲਿਖਿਆ, ਆਪਣੀ ਮਾਇਆ ਆਪ ਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਜਪਜੀ ਸਾਹਿਬ ਵਿੱਚ ਤੋਕ ਆਉਂਦੀ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਦੋਂ ਮਾਈ ਦਾ ਅਰਥ ਹੁੰਦਾ ਮਾਇਆ ਸੰਯੁਗਤ ਹੋਇਆ, ਤੇ ਉਸ ਵਕਤ ਇਹ ਮਾਇਆ ਪ੍ਰਸੂਤ ਹੋਈ, ਉਹਦੇ ਵਿੱਚੋਂ 3 ਗੁਣ ਕਹਿ ਲਓ ਜਾਂ 3 ਦੇਵਤੇ ਕਹਿ ਲਓ ਪੈਦਾ ਹੋਏ।
ਉਸ ਤੋਂ ਸੰਸਾਰ ਦਾ ਕਾਰ ਵਿਵਹਾਰ ਚੱਲਿਆ ਤੇ ਮਹਾਰਾਜ ਕਹਿਣ ਲੱਗੇ ਉਹ ਸਰਗੁਣ ਸਰੂਪ ਦੀ ਗੁਰੂ ਕੇ ਖਾਲਸੇ ਨੇ ਪੂਜਾ ਕਰਨੀ। ਤੇ ਮਹਾਰਾਜ ਨੇ ਸ੍ਰੀ ਮਾਇਆ ਦਾ ਅਸਤੋਤਰ ਉਚਾਰਿਆ। ਤੋ ਜਿਵੇਂ ਆਮ ਸ਼ਬਦ ਪੁਰਖ ਵਾਸਤੇ ਆਪਾਂ ਵਰਤਦੇ ਹਾਂ ਸ੍ਰੀਮਾਨ, ਸ੍ਰੀਮਾਨ ਦਾ ਅਰਥ ਹੁੰਦਾ ਹੈ ਜੋ ਮਾਨ ਵਾਲਾ ਹੋਵੇ। ਸ੍ਰੀ ਦਾ ਅਰਥ ਵਾਲਾ ਤੇ ਮਾਨ ਮੈਨੇ ਸਤਿਕਾਰ। ਅਤੇ ਜਿਹੜੀ ਔਰਤ ਮੱਤ ਵਾਲੀ ਹੋਵੇ ਉਹਨੂੰ ਕਹਿ ਦਿੰਦੇ ਆ ਜੀ ਸ੍ਰੀਮਤੀ, ਮੱਤ ਵਾਲੀ ਔਰਤ। ਇੱਦਾਂ ਹੀ ਸੱਚੇ ਪਾਤਸ਼ਾਹ ਜੀ ਨੇ ਅਸਤੋਤਰ ਬਣਾਇਆ ਸ੍ਰੀ ਮਾਇਆ, ਮਾਇਆ ਤੇ ਮਾਇਆ ਵਾਲਾ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਸੰਸਕ੍ਰਿਤ ਦੇ ਵਿਦਵਾਨਾਂ ਨੇ ਸ੍ਰੀ ਦਾ ਅਰਥ ਸ਼੍ਰੇ ਵੀ ਕੀਤਾ ਹੈ। ਸ਼੍ਰੇ ਮੁਕਤੀ ਨੂੰ ਕਹਿੰਦੇ ਆ, ਜੋ ਮੁਕਤੀ ਦੇਵੇ ਉਹ ਅਕਾਲ ਪੁਰਖ ਤੇ ਮਾਇਆ ਦੋਨਾਂ ਨੇ ਮਿਲ ਕੇ ਸੰਸਾਰ ਦੀ ਉਤਪੱਤੀ ਕੀਤੀ ਹੈ। ਤੇ ਉਹ ਐਸਾ ਜੋ ਪਰਮੇਸ਼ਰ ਦਾ ਭਵਾਨੀ ਸਰੂਪ ਹੈ, ਪਰਮੇਸ਼ਰ ਦਾ ਸਰਗੁਣ ਸਰੂਪ ਹੈ, ਬੈਰਾਟ ਸਰੂਪ ਹੈ, ਉਹਦੀ ਵਿਆਖਿਆ ਮਹਾਰਾਜ ਸਾਹਿਬ ਜੀ ਨੇ ਕੀਤੀ। ਪਿਆਰੇ ਭਾਈ ਦਇਆ ਸਿੰਘ ਦੇ ਪੁੱਛਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਲਿਖਾਉਣਾ ਸ਼ੁਰੂ ਕੀਤੀ। ਜਦੋਂ ਮਹਾਰਾਜ ਸਾਹਿਬ ਨੇ ਦਸਮ ਗ੍ਰੰਥ ਦਾ ਉਚਾਰਨ ਕੀਤਾ, ਫਿਰ ਉਸ ਸਮੇਂ ਫਿਰ ਸਰਬਲੋਕ ਗ੍ਰੰਥ ਅਲੱਗ ਕਿਉਂ ਲਿਖਣਾ ਪਿਆ? ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਤੇ ਵਿਦਿਆ ਸਾਗਰ ਗ੍ਰੰਥ ਲਿਖਿਆ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ। ਉਹ 9 ਮਨ ਦਾ ਗ੍ਰੰਥ ਸੀ, ਪੰਥ ਕੋਲ ਹੈ। ਤੇ ਉਹ ਗ੍ਰੰਥ ਜਿਸ ਵਕਤ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਿਆਗਿਆ ਤੇ ਸਰਸਾ ਦੀ ਭੇਟ ਹੋ ਗਿਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਹੁਤ ਸਾਰੀ ਬਾਣੀ ਆਪਣੇ ਜੀਵਨ ਕਾਲ ਦੇ ਵਿੱਚ ਰਚੀ ਤੇ ਆਪਣੇ 52 ਕਵੀਆਂ ਦੇ ਕੋਲੋਂ ਲਿਖਵਾਈ। ਤੇ ਮਹਾਰਾਜ ਸਾਹਿਬ ਜੀ ਨੇ ਆਪਣੀ ਹਜ਼ੂਰੀ ਵਿੱਚ 32 ਲਿਖਾਰੀ ਰੱਖੇ ਸਨ ਤੇ ਉਹਨਾਂ ਲਿਖਾਰੀਆਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ। ਮਹਾਰਾਜ ਸਾਹਿਬ ਜੀ ਜਿਹੜੀ ਰਚਨਾ ਕਰਦੇ, ਬਾਬਾ ਜੀ ਉਹ ਰਚਨਾ ਦੇ ਅੱਗੇ ਉਤਾਰੇ ਕਰਵਾਉਂਦੇ 32 ਲਿਖਾਰੀਆਂ ਦੇ ਕੋਲੋਂ। ਫਿਰ ਉਹਨਾਂ ਸਮਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸੀ ਛਪਦੇ, ਕਿਉਂਕਿ ਪ੍ਰੈਸਾਂ ਆਦਿਕਾਂ ਦਾ ਤੇ ਕੋਈ ਪ੍ਰਬੰਧ ਨਹੀਂ ਸੀ। ਉਹਨਾਂ ਸਮਿਆਂ 'ਚ ਜਦੋਂ ਕਿਸੇ ਗੁਰਸਿੱਖ ਨੇ ਜਾਣਾ ਤੇ ਮਹਾਰਾਜ ਨੇ ਵਿਸਾਖੀ ਤੇ ਹੋਲੇ ਮਹੱਲੇ ਤੇ ਬਖਸ਼ਿਸ਼ ਰੂਪ ਦੇ ਵਿੱਚ ਕੋਈ ਮੁਖੀ ਸਿੰਘ ਜਾਣ ਕੇ ਉਹਨੂੰ ਇੱਕ ਪੋਥੀ ਦੇ ਦੇਣੀ ਤੇ ਨਾਲ ਉਹਨੂੰ ਸਿਰੋਪਾਓ ਦੇਣਾ ਤੇ ਕਹਿਣਾ ਆਪਣੇ ਗੁਰਦੁਆਰੇ ਗੁਰਧਾਮ ਧਰਮਸ਼ਾਲਾ ਵਿੱਚ ਇਹ ਪੋਥੀ ਦਾ ਪ੍ਰਕਾਸ਼ ਕਰੋ, ਇਹ ਬਾਣੀ ਦਾ ਪ੍ਰਚਾਰ ਕਰੋ ਤੇ ਸਿੱਖਾਂ ਨੂੰ ਪੜ੍ਹਾਓ। ਅਤੇ ਜਿਸ ਵਕਤ ਸਰਸਾ ਨਦੀ ਦੀ ਭੇਟ ਮਹਾਰਾਜ ਸਾਹਿਬ ਜੀ ਦਾ ਵਿਦਿਆ ਸਾਗਰ ਗ੍ਰੰਥ ਭੇਟ ਹੋ ਗਿਆ ਤੇ ਉਹਦੇ ਤੋਂ ਬਾਅਦ ਪਿਆਰੇ ਭਾਈ ਮਨੀ ਸਿੰਘ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਤੇ ਹੋਰਨਾਂ ਅਨੇਕਾਂ ਗੁਰੂ ਕਿਆਂ ਸਿੱਖਾਂ ਨੇ ਯਤਨ ਕੀਤਾ ਵੀ 10ਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਇਕੱਠਿਆਂ ਕੀਤਾ ਜਾਵੇ। ਫਿਰ ਉਹਨਾਂ ਨੂੰ ਜਿੱਥੇ ਜਿੱਥੇ ਪਤਾ ਸੀ ਵੀ ਆਹ ਸਿੱਖ ਕੋਲ ਇਹ ਬਾਣੀ ਹੈਗੀ ਹੈ, ਉਹਨਾਂ ਨੇ ਪੱਤਰ ਭੇਜੇ ਅਤੇ ਉਹ ਪੱਤਰ ਭੇਜ ਕੇ ਜਿਹੜੀ ਪੋਥੀ ਮਿਲਦੀ ਗਈ ਉਹ ਪੋਥੀ ਲੈ ਕੇ ਤੇ ਉਹ ਸਰੂਪਾਂ ਦੇ ਵਿੱਚ ਦਰਜ ਕੀਤੀ। ਫਿਰ ਜਿਹੜੇ ਪੁਰਾਣੇ ਸਾਨੂੰ ਹੱਥ ਲਿਖਤ 10ਵੇਂ ਪਾਤਸ਼ਾਹ ਜੀ ਦੇ ਸਰੂਪ ਮਿਲਦੇ ਨੇ, ਉਹਨਾਂ ਵਿੱਚ ਜਿਵੇਂ ਹੁਣ ਛਾਪੇ ਦਾ ਤذਕਰਾ ਹੈ ਐਸਾ ਤذਕਰਾ ਨਹੀਂ। ਕਿਸੇ ਦੇ ਵਿੱਚ ਜਾਪ ਸਾਹਿਬ ਲਿਖ ਕੇ ਬਾਅਦ ਵਿੱਚ ਅਵਤਾਰਾਂ ਦੀ ਕਥਾ ਹੈ, ਬਾਅਦ ਵਿੱਚ ਚੰਡੀ ਆਉਂਦੀ ਹੈ। ਕਿਸੇ ਦੇ ਵਿੱਚ ਜਾਪ ਸਾਹਿਬ ਲਿਖ ਕੇ ਅਕਾਲ ਉਸਤਤ ਲਿਖ ਕੇ ਤੇ ਬਾਅਦ ਵਿੱਚ ਚੰਡੀ ਚਰਿੱਤਰ ਆ ਜਾਂਦੇ ਨੇ, ਬਚਿੱਤਰ ਨਾਟਕ ਪਿੱਛੇ ਹੈ। ਕਈਆਂ ਦੇ ਚਰਿੱਤਰ ਪਹਿਲਾਂ ਲਿਖੇ ਨੇ ਤੇ ਦੂਸਰੀ ਅਵਤਾਰਾਂ ਦੀ ਕਥਾ ਪਿੱਛੇ ਲਿਖੀ ਹੈ। ਐਸੇ ਅਨੇਕਾਂ ਤਰੀਕਿਆਂ ਦੇ ਸਰੂਪ 10ਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਸਾਨੂੰ ਪ੍ਰਾਪਤ ਹੁੰਦੇ ਨੇ। ਪਿਆਰੇ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੀ ਆਗਿਆ ਵਿੱਚ ਰਹਿ ਕਰਕੇ 10ਵੇਂ ਪਾਤਸ਼ਾਹ ਜੀ ਬਾਣੀ ਨੂੰ ਇਕੱਠਿਆਂ ਕੀਤਾ ਅਤੇ 10ਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਇਕੱਠਿਆਂ ਕਰਦਿਆਂ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਵਿੱਚ ਭਾਈ ਮਨੀ ਸਿੰਘ ਜੀ ਰਹਿੰਦੇ ਸਨ ਤੇ ਮਾਤਾ ਜੀ ਦਿੱਲੀ 'ਚ ਰਹਿੰਦੇ ਸੀ। ਉਹਨਾਂ ਸਮਿਆਂ 'ਚ ਫੋਨ ਇਤਿਆਦੀ ਦਾ ਕੋਈ ਐਸਾ ਸਿਸਟਮ ਨਹੀਂ ਸੀ ਹੁੰਦਾ, ਪੱਤਰ ਲਿਖ ਕੇ ਭੇਜੇ ਜਾਂਦੇ ਸਨ। ਤੇ ਪਿਆਰੇ ਭਾਈ ਮਨੀ ਸਿੰਘ ਜੀ ਨੇ ਪੱਤਰ ਲਿਖ ਕੇ ਭੇਜਿਆ ਮਾਤਾ ਜੀ ਨੂੰ। ਉਹ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਭਾਈ ਮਨੀ ਸਿੰਘ ਸਾਹਿਬ ਜੀ ਨੇ ਖੋਜ ਕੀਤੀ, ਖੋਜ ਕਰਕੇ ਬਾਣੀ ਇਕੱਤਰ ਕੀਤੀ ਤੇ ਕੁਝ ਬਾਣੀ ਬਾਹਰ ਵੀ ਰਹਿ ਗਈ, ਜਿਹੜੀ ਉਹਨਾਂ ਨੂੰ ਨਹੀਂ ਪ੍ਰਾਪਤ ਹੋਈ। ਉਹਨਾਂ ਨੂੰ ਭਾਲ ਸੀ ਕ੍ਰਿਸ਼ਨ ਅਵਤਾਰ ਦੇ ਬਾਬਤ। ਉਹਨਾਂ ਲਿਖਿਆ ਕਿ ਮਾਤਾ ਜੀ ਮੈਨੂੰ ਕ੍ਰਿਸ਼ਨ ਅਵਤਾਰ ਦਾ ਪੂਰਬਾਰਧ ਮਿਲ ਗਿਆ, ਉਤਰਾਰਧ ਨਹੀਂ ਮਿਲਿਆ। ਭਾਵ ਮੈਨੂੰ ਪਹਿਲਾ ਹਿੱਸਾ ਮਿਲ ਗਿਆ ਹੈ, ਬਾਅਦ ਦਾ ਹਿੱਸਾ ਮੈਨੂੰ ਪ੍ਰਾਪਤ ਨਹੀਂ ਹੋਇਆ। ਜੋ 10ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਜੋ ਗ੍ਰੰਥ ਹੈ, ਜੋ ਸਾਡੇ ਕੋਲ ਛਾਪੇ ਦਾ ਹੁਣ ਮੌਜੂਦ ਹੈ, ਉਹਦੇ ਵਿੱਚ ਕ੍ਰਿਸ਼ਨ ਅਵਤਾਰ ਦਾ ਪੂਰਬਾਰਧ ਭਾਵ ਜਨਮ ਤੋਂ ਲੈ ਕੇ ਅੱਧ ਵਿਚਕਾਰ ਤੱਕ ਦੀ ਕਥਾ ਹੈ। ਅੱਧ ਵਿਚਕਾਰ ਤੋਂ ਲੈ ਕੇ ਅਖੀਰ ਤੱਕ ਦੀ ਕਥਾ ਉਹਦੇ ਵਿੱਚ ਨਹੀਂ ਹੈ। ਤੋ ਇਸ ਤਰੀਕੇ ਦੇ ਨਾਲ ਇੱਕ ਚਰਿੱਤਰ 405 ਗਿਣਤੀ ਹੈ, 404 ਹੀ ਚਰਿੱਤਰ ਸਾਨੂੰ ਮਿਲਦੇ ਨੇ।
ਇਸ ਤਰੀਕੇ ਦੇ ਨਾਲ ਇਹ ਛਾਪੇ ਦੀ ਜਿਹੜੀਆਂ ਬੀੜਾਂ ਨੇ ਇਹਨਾਂ ਵਿੱਚ ਉਹ ਬਾਣੀ ਅਜੇ ਗੁਪਤ ਵੀ ਹੈ ਜਿਹੜੀ ਸੱਚੇ ਪਾਤਸ਼ਾਹ ਜੀ ਨੇ ਲਿਖਾਈ ਸੀ ਅਤੇ ਮਹਾਰਾਜ ਸਾਹਿਬ ਜੀ ਨੇ ਪੋਥੀਆਂ ਦੇ ਕੇ ਗੁਰੂ ਕੇ ਸਿੱਖਾਂ ਨੂੰ ਭੇਜਿਆ। ਹੁਣ ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਆ ਗਿਆ, ਉਹ ਜਿਹੜੀਆਂ ਪੋਥੀ ਸਾਹਿਬ ਨੇ ਉਹ ਪ੍ਰਗਟ ਹੋ ਰਹੀਆਂ ਨੇ, ਕਿਉਂਕਿ ਅੱਜ ਕੱਲ੍ਹ ਫੋਟੋ ਖਿੱਚੋ ਬੈਠੇ ਇੱਥੇ ਹੈ, ਅਮਰੀਕਾ ਵਿੱਚ ਫੋਟੋ ਚਲੀ ਜਾਂਦੀ ਹੈ। ਉਹ ਹੌਲੀ ਹੌਲੀ ਜਿਹੜੀਆਂ ਗੁਪਤ ਵਸਤੂਆਂ ਨੇ ਉਹ ਪ੍ਰਗਟ ਹੋ ਰਹੀਆਂ ਨੇ। ਜਿਵੇਂ ਪਿਆਰਾ ਸਿੰਘ ਜੀ ਪਦਮ ਨੇ ਲਿਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਤਾਂ ਦੇ ਜੀਵਨ ਦਾ ਇੱਕ ਗ੍ਰੰਥ ਵੀ ਲਿਖਿਆ ਸੀ, ਪ੍ਰੇਮ ਅੰਬੋਧ, ਜਿਹਦੇ ਵਿੱਚ ਮਹਾਰਾਜ ਨੇ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਉਹ ਇੱਕ ਮਹਾਰਾਜ ਦਾ ਗ੍ਰੰਥ ਸੀ ਅਤੇ ਉਹਦੀ 1753 ਸ਼ਾਇਦ ਬਿਕਰਮੀ ਹੈ ਅਤੇ ਉਹ ਸਾਡੇ ਕੋਲ ਗ੍ਰੰਥ ਹੈ। ਸਰਬਲੋ ਬੁੰਗਾ ਨੰਗਲੀ ਦੇ ਵਿੱਚ ਉਹ ਗ੍ਰੰਥ ਸ਼ੁਭਾਇਮਾਨ ਹੈ, ਹੱਥ ਲਿਖ, ਉਹਦੀ ਇੱਕ ਕਾਪੀ। ਕੱਟੂ ਦੇ ਵਿੱਚ ਬਾਬਾ ਧਿਆਨ ਸਿੰਘ ਜੀ ਹੋਏ ਨੇ, ਉਹਨਾਂ ਨੇ ਦਸਮ ਦੀ ਬਾਣੀ ਦਾ ਬੜਾ ਪ੍ਰਚਾਰ ਕੀਤਾ। ਉਹਨਾਂ ਨੇ ਇੱਕ ਸਰਬਲੋ ਪ੍ਰਕਾਸ਼ ਗ੍ਰੰਥ ਦੀ ਅਤੇ ਦਸਮ ਦੀ ਬੀੜ ਇਕੱਠੀ ਵੀ ਤਿਆਰ ਕੀਤੀ। ਅਤੇ ਦੂਸਰਾ ਜੋ ਦਸਮ ਦੀ ਬਾਣੀ ਹੈ ਅਤੇ ਸਰਬਲੋ ਦੀ ਬਾਣੀ ਹੈ, ਇਹਦਾ ਆਪਸ ਵਿੱਚ ਬਹੁਤ ਗਹਿਰਾ ਸੰਬੰਧ ਹੈ। ਇਹ ਬਾਣੀ ਜੁਦਾ ਜੁਦਾ ਨਹੀਂ ਹੈ, ਇਹ ਤੇ ਗ੍ਰੰਥ ਸਾਹਿਬ ਭਾਰਾ ਨਾ ਹੋ ਜਾਵੇ, ਇਸ ਵਾਸਤੇ ਇਹਨੂੰ 2 ਜਿਲਦਾਂ ਵਿੱਚ ਕਰ ਦਿੱਤਾ। ਸਰਬਲੋ ਗ੍ਰੰਥ ਨਾਂ ਕਿਉਂ ਦਿੱਤਾ ਗਿਆ, ਇਸ ਦਾ ਕੀ ਮਤਲਬ? ਸਰਬਲੋ ਗ੍ਰੰਥ ਤਾਂ ਦਿੱਤਾ ਗਿਆ ਨਾਂ ਕਿਉਂਕਿ ਇਹਦੇ ਵਿੱਚ ਸਰਬਲੋ ਅਵਤਾਰ ਦੀ ਕਥਾ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਮ ਲਿਖਿਆ ਹੈ, ਮਹਾਰਾਜ ਨੇ ਇਸ ਗ੍ਰੰਥ ਦਾ ਨਾਮ ਲਿਖਿਆ ਮੰਗਲਾਚਰਨ, ਅਤੇ ਮੰਗਲਾਚਰਨ ਦਾ ਅਰਥ ਹੁੰਦਾ ਮੰਗਲਾ ਨਾਮ ਦੇਵੀ ਦਾ ਹੈ, ਦੁਰਗਾ ਦੇਵੀ ਦਾ। ਅਤੇ ਇਹਦੇ ਵਿੱਚ ਐਸਾ ਵਰਤਾਂਤ ਚੱਲਦਾ ਹੈ ਕਿ ਦੁਰਗਾ ਦੇਵੀ ਦਾ ਜੰਗ ਹੁੰਦਾ ਹੈ, ਇੱਕ ਭੀਮਨਾਦ ਦੈਂਤ ਹੁੰਦਾ ਹੈ, ਉਹ ਦੈਂਤ ਨੂੰ ਦੁਰਗਾ ਦੇਵੀ ਮਾਰ ਦਿੰਦੀ ਹੈ ਅਤੇ ਉਸ ਵਕਤ ਫਿਰ ਭੀਮਨਾਦ ਦਾ ਭਰਾ ਹੁੰਦਾ ਹੈ ਬੀਰਯਨਾਦ, ਜਿਹਨੂੰ ਬੀਰਜਨਾਦ ਵੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ। ਤੋ ਬੀਰਜ ਦਾ ਅਰਥ ਹੁੰਦਾ ਹੈ ਉਤਪੱਤੀ ਅਤੇ ਨਾਦ ਦਾ ਅਰਥ ਹੁੰਦਾ ਆਵਾਜ਼। ਜਦੋਂ ਉਹ ਬੋਲਦਾ ਸੀ ਉਹਦੀ ਆਵਾਜ਼ ਵਿੱਚੋਂ ਦੈਂਤ ਪੈਦਾ ਹੁੰਦੇ ਸਨ ਅਤੇ ਦੇਵੀ ਅਸਮਰੱਥ ਹੋਈ ਉਹਨੂੰ ਮਾਰਨ ਤੋਂ, ਕਿਉਂਕਿ ਉਹ ਜਿੰਨੇ ਦੈਂਤ ਮਾਰਦੀ ਸੀ ਓਨੇ ਦੈਂਤ ਹੋਰ ਪੈਦਾ ਹੁੰਦੇ ਜਾਂਦੇ ਸਨ। ਅਤੇ ਉਸ ਵਕਤ ਦੇਵੀ ਅਤੇ ਦੇਵਤੇ ਇਕੱਠੇ ਹੋ ਕੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਵਿੱਚ ਗਏ ਅਤੇ ਅਕਾਲ ਪੁਰਖ ਪਰਮੇਸ਼ਰ ਨੇ ਫਿਰ ਸਰਬਲੋ ਦਾ ਅਵਤਾਰ ਧਾਰ ਕੇ ਉਹ ਰਾਖਸ਼ ਦਾ ਅੰਤ ਕੀਤਾ, ਦੇਵੀ ਅਤੇ ਦੇਵਤਿਆਂ ਦੀ ਰਕਸ਼ਾ ਕੀਤੀ। ਇਹ ਦੇਵੀ ਨੂੰ ਸੰਬੋਧਨ ਹੋ ਕੇ ਲਿਖਿਆ ਕਿ ਜਾਂ ਗੁਰੂ ਸਾਹਿਬ ਰਾਤ ਨੂੰ? ਦੇਖੋ ਜੀ, ਇਹ ਗ੍ਰੰਥ ਮਹਾਰਾਜ ਸਾਹਿਬ ਜੀ ਨੇ ਜਿਹੜਾ ਲਿਖਿਆ ਹੈ ਨਾ, ਮੰਗਲਾਚਰਨ, ਮੰਗਲਾ ਦਾ ਅਰਥ ਹੈ ਦੇਵੀ ਅਤੇ ਚਰਨ ਦਾ ਅਰਥ ਹੈ ਚਰਨ। ਦੇਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਕੇ ਪੈਂਦੀ ਹੈ। ਸ਼ਕਤੀ ਹਮੇਸ਼ਾ ਹੀ ਸ਼ਕਤੀ ਦੇ ਅਧੀਨ ਹੁੰਦੀ ਹੈ। ਦੇਵੀ ਸ਼ਕਤੀ ਹੈ ਅਤੇ ਸਰਬਲੋ ਦੇਵ ਸ਼ਕਤਾ ਹੈ। ਅਤੇ ਮਹਾਰਾਜ ਸਾਹਿਬ ਜੀ ਨੇ ਐਸਾ ਇਹ ਪ੍ਰਸੰਗ ਲਿਖਿਆ ਹੈ, ਇਹਦੇ ਤੋਂ ਇੱਕ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਵੀ ਪਤਨੀ ਪਤੀ ਦੇ ਅਧੀਨ ਹੋ ਕੇ ਚੱਲੇ। ਜਿਵੇਂ ਮਹਾਰਾਜ ਸਾਹਿਬ ਜੀ ਨੇ ਨਿਮਨ ਸੁਅੱਖਰ ਖਮਨ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੀਸ ਕਰ ਤਾਂ ਵਸਿਆ ਵੀ ਕੰਤ। ਤੋ ਇਸ ਤਰੀਕੇ ਦਾ ਮਹਾਰਾਜ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਹੈ। ਤੇ ਇਸ ਤਰੀਕੇ ਨਾਲ ਇਹਦਾ ਨਾਮ ਮੰਗਲਾਚਰਨ ਤੋਂ ਅਰਥ ਤੋਂ ਹੈ ਸਰਬਲੋ, ਅਤੇ ਮਹਾਰਾਜ ਸਾਹਿਬ ਜੀ ਨੇ ਇਹਦਾ ਨਾਮ ਮੰਗਲਾਚਰਨ ਲਿਖਿਆ ਅਤੇ ਬਾਅਦ ਵਿੱਚ ਇਹਦਾ ਨਾਮ ਫਿਰ ਸਰਬਲੋ ਬਣ ਗਿਆ। ਅਤੇ ਸਰਬਲੋ ਪ੍ਰਕਾਸ਼ ਗ੍ਰੰਥ ਇਸ ਤਰੀਕੇ ਦੇ ਨਾਲ ਇਹਦਾ ਜਿਹੜਾ ਨਾਮ ਪੰਥ ਵਿੱਚ ਮਸ਼ਹੂਰ ਹੋਇਆ, ਕਿਉਂਕਿ ਇਹਦੇ ਵਿੱਚ ਸਰਬਲੋ ਦੀ ਕਥਾ ਦਾ ਪ੍ਰਕਾਸ਼ ਹੁੰਦਾ ਹੈ। ਅਤੇ ਇਹ ਗ੍ਰੰਥ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤਾਏ ਕਿ ਜਦੋਂ ਵੀ ਕੋਈ ਹਾਰ ਕੇ ਹੰਬ ਕੇ, ਜਿਹਨੂੰ ਕੋਈ ਦੁਨੀਆ ਦੇ ਵਿੱਚ ਆਸਰਾ ਨਹੀਂ ਦਿੰਦਾ, ਢੋਈ ਕੋਈ ਨਾ ਦੇ, ਜਿਹਨੂੰ ਕੋਈ ਢੋਈ ਨਾ ਦਵੇ, ਚਿਤ ਆਵੈ ਉਸ ਪਾਰ ਬ੍ਰਹਮ ਲੱਗਿਆ ਨਾ ਤੱਤੀ ਵਾਓ, ਉਹਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚੇਤੇ ਆ ਜਾਵੇ ਅਤੇ ਉਹਨੂੰ ਤੱਤੀ ਵਾਹ ਨਹੀਂ ਲੱਗਦੀ। ਸਭੋ ਭੱਜੇ ਆਸਰਾ ਢੋਈ ਕੋਈ ਨਾ ਦੇ, ਜਦੋਂ ਸਾਰੇ ਆਸਰੇ ਭੱਜ ਜਾਣ ਅਤੇ ਕੋਈ ਢੋਈ ਨਾ ਦੇਵੇ, ਉਦੋਂ ਅਕਾਲ ਪੁਰਖ ਢੋਈ ਦਿੰਦਾ ਹੈ। ਇਸ ਦੀ ਮਹੱਤਤਾ ਕੀ? ਇਸ ਗ੍ਰੰਥ ਦੀ ਪੰਥ ਦੇ ਵਿੱਚ ਬੜੀ ਮਹਾਨਤਾ ਹੈ ਜੀ। ਇਹ ਗ੍ਰੰਥ ਪੰਥ ਤੋਂ ਲਾਂਭੇ ਕਰ ਦਿੱਤਾ ਜਾਵੇ ਅਤੇ ਜਿਹੜਾ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਇਹ ਸਾਨੂੰ ਤੁਕਾਂ ਨਹੀਂ ਪ੍ਰਾਪਤ ਹੋਣਗੇ। ਇਸ ਗ੍ਰੰਥ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕੇ ਖਾਲਸੇ ਦੇ 10 ਗੁਣ, ਕਿ ਗੁਰੂ ਕੇ ਖਾਲਸੇ ਨੂੰ ਆਹ 10 ਗੁਣ ਧਾਰਨ ਕਰਨੇ ਚਾਹੀਦੇ ਨੇ ਅਤੇ ਇਹਨਾਂ ਅਵਗੁਣਾਂ ਦਾ ਤਿਆਗ ਕਰਨਾ ਚਾਹੀਦਾ ਹੈ। ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ, ਆਪਨ ਪਾਉ ਸ਼੍ਰੀ ਖਾਲਸੇ ਸੌਂਪ,
ਦੁਤੀਆ ਰੂਪ ਸਤਿਗੁਰੂ ਗ੍ਰੰਥਾ। ਕਈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਨਾ ਮੰਨਦੇ, ਉਹ ਇਹ ਗੱਲ ਕਹਿ ਦਿੰਦੇ ਨੇ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਭਾਵੇਂ ਸਤਿਗੁਰੂ ਸਾਹਿਬ ਜੀ ਦੇ ਮੁੱਖ ਵਾਕ ਨੇ, ਬੋਝ ਪੋਥੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਲਿਖੇ ਬਚਨ ਸਨ, ਪਰ ਕਈ ਇਹ ਗੱਲ ਕਹਿ ਦਿੰਦੇ ਆ ਜੀ ਇਹ ਤੇ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਦੇ ਬੋਲ ਹੈ। ਤੋ ਇਹਨਾਂ ਬੋਲਾਂ ਦੇ ਨਾਲ ਹੀ ਮਿਲਦੇ ਹੋਏ ਬੋਲ ਸਾਨੂੰ ਸਰਬਲੋ ਵਿੱਚੋਂ ਮਿਲਦੇ ਨੇ। ਮਹਾਰਾਜ ਨੇ ਆਪਨ ਪਉ ਸ਼੍ਰੀ ਖਾਲਸੇ ਸੌਂਪਾ, ਦੁਤੀਆ ਰੂਪ ਸਤਿਗੁਰੂ ਗ੍ਰੰਥਾ। ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗਦੀ ਦਾ ਪ੍ਰਮਾਣ ਸਭ ਤੋਂ ਵੱਡਾ ਸਾਨੂੰ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਇਸ ਲਈ ਸਿੱਖ ਜਗਤ ਦੇ ਵਿੱਚ ਇਸ ਗ੍ਰੰਥ ਦੀ ਬੜੀ ਮਹਾਨਤਾ ਹੈ। ਇਸ ਗ੍ਰੰਥ ਦੇ ਵਿੱਚ ਸੂਰਬੀਰਤਾ ਜਾਂ ਨਿਮਰਤਾ ਜਾਂ ਰੱਬ ਦੀ ਪ੍ਰੀਤ ਭਗਤ ਬੰਦਗੀ ਬਾਰੇ ਹੈ ਜਾਂ ਹੋਰ ਕੁਝ? ਇਸ ਗ੍ਰੰਥ ਵਿੱਚ ਸਾਰੇ ਹੀ ਕਾਂਡ ਨੇ। ਇਹਦੇ ਵਿੱਚ ਭਗਤੀ ਦਾ ਕਾਂਡ ਵੀ ਹੈ, ਭਗਤੀ ਦੀ ਗੱਲ ਵੀ ਹੈਗੀ ਹੈ। ਇਸ ਗ੍ਰੰਥ ਵਿੱਚ ਵਿਰਾਗ ਦੀ ਗੱਲ ਵੀ ਹੈ। ਇਸ ਗ੍ਰੰਥ ਦੇ ਵਿੱਚ ਯੁੱਧਮਈ ਵੀਰ ਰਸੀ ਪ੍ਰਸੰਗ ਵੀ ਨੇ। ਇਸ ਗ੍ਰੰਥ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹੈ, ਮਹਾਰਾਜ ਸਾਹਿਬ ਜੀ ਨੇ ਦ੍ਰਿੜਤਾ ਦੀ ਗੱਲ ਕੀਤੀ। ਜਦੋਂ ਇਸ ਗ੍ਰੰਥ ਦੇ ਵਿੱਚ ਜੰਗ ਚੱਲਦਾ ਹੈ, ਇੱਕ ਪਾਸੇ ਸਰਬਲੋ ਭਗਵਾਨ, ਸਰਬਲੋ ਅਵਤਾਰ, ਜਿਹਦਾ ਸਾਰਾ ਹੀ ਸਰੀਰ ਲੋਹੇ ਦਾ ਹੈ, ਸਿਰ ਉੱਪਰ ਚੱਕਰ ਪਾਇਆ ਹੋਇਆ ਹੈ ਅਤੇ ਜ਼ੁਬਾਨ ਖੰਡਾ ਹੈ ਅਤੇ ਰੋਮ ਸ਼ਸਤਰ ਨੇ ਜਿਵੇਂ ਕੰਡੇ ਲੱਗੇ ਹੋਣ ਲੋਹੇ ਦੇ, ਇਸ ਤਰੀਕੇ ਦਾ ਸਰੀਰ ਹੈ। ਅਵਤਾਰ ਸੀ ਅਕਾਲ ਪੁਰਖ ਪਰਮੇਸ਼ਰ ਦਾ। ਅਤੇ ਇੱਕ ਪਾਸੇ ਬੀਰਜਨਾਦ ਹੈ। ਤੋ ਬੀਰਜਨਾਦ ਨੂੰ ਪਤਾ ਹੈ ਕਿ ਮੈਨੂੰ ਸਰਬਲੋ ਅਵਤਾਰ ਨੇ ਮਾਰ ਦੇਣਾ ਹੈ, ਅਤੇ ਸਰਬਲੋ ਅਵਤਾਰ ਇਹ ਵੀ ਗੱਲ ਕਹਿੰਦੇ, ਬੀਰਜਨਾਦ ਤੂੰ ਹੁਣ ਮਾਫੀ ਮੰਗ ਲੈ, ਮੈਂ ਤੈਨੂੰ ਛੱਡ ਦਿੰਦਾ। ਅਤੇ ਬੀਰਜਨਾਦ ਨੇ ਵਿਚਾਰਿਆ ਕਿ ਜੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਭਗਵਾਨ ਦੇ ਹੱਥੋਂ ਮਰਿਆ, ਇੱਕ ਮੈਂ ਸੂਰਮਾ ਖਵਾਵਾਂਗਾ ਅਤੇ ਭਗਵਾਨ ਦੇ ਹੱਥੋਂ ਮਰਨੇ ਕਰਕੇ ਮੈਨੂੰ ਪਰਮ ਪਦਵੀ ਪ੍ਰਾਪਤ ਹੋਵੇਗੀ, ਅਤੇ ਜੇ ਮੈਂ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜ ਗਿਆ, ਮੈਂ ਕਾਇਰ ਰਖਵਾਵਾਂਗਾ। ਉਹਨੇ ਆਪਣੀ ਦ੍ਰਿੜਤਾ ਨਹੀਂ ਛੱਡੀ। ਮੌਤ ਸਾਹਮਣੇ ਹੈ, ਪਰ ਉਹ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜਦਾ ਨਹੀਂ, ਸਗੋਂ ਮੌਤ ਵੱਲ ਨੂੰ ਆਉਂਦਾ ਪਿਆ ਹੈ। ਉੱਥੇ ਮਹਾਰਾਜ ਸਾਹਿਬ ਜੀ ਨੇ ਕਹਿੰਦੇ, ਦੇਖੋ ਇੱਕ ਪਾਸੇ ਮੌਤ ਹੈ, ਇੱਕ ਪਾਸੇ ਜੀਵਨ ਦਾਨ ਮਿਲ ਰਿਹਾ ਹੈ, ਪਰ ਬੀਰਜਨਾਦ ਨੇ ਮੌਤ ਨੂੰ ਚੁਣਿਆ, ਆਪਣੀ ਦ੍ਰਿੜਤਾ ਨੂੰ ਨਹੀਂ ਛੱਡਿਆ। ਉੱਥੇ ਮਹਾਰਾਜ ਜੀ ਕਹਿੰਦੇ, ਐਸੋ ਗੁਣ ਹਰ ਖਾਲਸੇ ਬਖਸ਼ਿਆ, ਭਗਤ ਗਿਆਨੀ ਰਾਜ ਜੋਗੇਸ਼ਵਰ। ਮੈਂ ਆਪਣੇ ਗੁਰੂ ਕੇ ਖਾਲਸੇ ਨੂੰ ਐਸੀ ਹੀ ਦ੍ਰਿੜਤਾ ਬਖਸ਼ੀ ਹੈ, ਜੋ ਮੇਰਾ ਗੁਰੂ ਕਾ ਖਾਲਸਾ ਰਾਜਾ ਜੋਗੀ ਹੈ। ਮੌਤ ਵੀ ਆ ਬਣੇ, ਪਰ ਗੁਰੂ ਕਾ ਖਾਲਸਾ ਦ੍ਰਿੜਤਾ ਨਾ ਛੱਡੇ, ਜੰਗ ਦੇ ਮੈਦਾਨ ਦੇ ਵਿੱਚੋਂ ਪੈਰ ਪਿਛਾਂਹ ਨਾ ਪੁੱਟੇ। ਐਸਾ ਜੋ ਦ੍ਰਿੜਤਾ ਦਾ ਵਿਖਿਆਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਸਰਬਲੋ ਗ੍ਰੰਥ ਵਿੱਚ ਅਤੀ ਉੱਤਮ ਕੀਤਾ ਹੈ। ਦੂਸਰਾ ਜੋ ਇਹ ਸਰਬਲੋ ਗ੍ਰੰਥ ਹੈ, ਇਸ ਗ੍ਰੰਥ ਦੇ 3 ਸਿਧਾਂਤ ਨੇ। ਸਿਧਾਂਤ ਤੇ ਬਹੁਤ ਨੇ। ਸੱਚੇ ਪਾਤਸ਼ਾਹ ਜੀ ਹਰੇਕ ਅਧਿਆਏ, ਹਰੇਕ ਬਾਣੀ, ਹਰੇਕ ਰਚਨਾ ਤੋਂ ਪਿੱਛੋਂ ਨਵਾਂ ਹੀ ਸਿਧਾਂਤ, ਨਵਾਂ ਹੀ ਉਪਦੇਸ਼ ਦਿੰਦੇ। ਮੁੱਖ 3 ਨੇ। ਇੱਕ ਤੇ ਮਹਾਰਾਜ ਸਾਹਿਬ ਜੀ ਨੇ ਇਹ ਦੱਸਿਆ ਹੈ ਕਿ ਗੁਰੂ ਕੇ ਖਾਲਸੇ ਨੇ ਮਾਇਆ ਆਦਿਕ ਦੀ ਪੂਜਾ ਨਹੀਂ ਕਰਨੀ। ਗੁਰੂ ਕੇ ਖਾਲਸੇ ਨੇ ਮਾਇਆ ਦੇ ਪਤੀ ਅਕਾਲ ਪੁਰਖ ਦੀ ਪੂਜਾ ਕਰਨੀ। ਦੂਸਰਾ, ਕੁਝ ਗ੍ਰੰਥ ਐਸੇ ਹੁੰਦੇ ਨੇ ਜਿਨ੍ਹਾਂ ਦਾ ਸਿਧਾਂਤ ਉਹਨਾਂ ਦੇ ਸ਼ੁਰੂ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਗ੍ਰੰਥ ਦਾ ਇਹ ਸਿਧਾਂਤ ਹੈ, ਉਹਨਾਂ ਦਾ ਵਿਸ਼ਾ ਆਰੰਭ ਵਿੱਚ ਨਿਰੂਪਣ ਕੀਤਾ ਹੁੰਦਾ ਹੈ। ਕੁਝ ਗ੍ਰੰਥ ਐਸੇ ਹੁੰਦੇ ਨੇ ਉਹਨਾਂ ਦਾ ਵਿਸ਼ਾ ਮੱਧ ਭਾਗ ਵਿੱਚ ਹੁੰਦਾ ਹੈ। ਕੁਝ ਗ੍ਰੰਥ ਐਸੇ ਹੁੰਦੇ ਨੇ ਉਹਨਾਂ ਦਾ ਵਿਸ਼ਾ ਅਖੀਰ ਤੇ ਲਿਖਿਆ ਹੁੰਦਾ ਹੈ। 10ਵੇਂ ਪਾਤਸ਼ਾਹ ਨੇ ਸਰਬਲੋ ਗ੍ਰੰਥ ਦਾ ਵਿਸ਼ਾ ਮੱਧ ਭਾਗ ਵਿੱਚ ਲਿਖਿਆ। ਉੱਥੇ ਮਹਾਰਾਜ ਸਾਹਿਬ ਜੀ ਇੱਕ ਕਥਾ ਲਿਖਦੇ ਨੇ। ਉਹ ਕਹਿੰਦੇ ਨੇ, ਇੱਕ ਦੁਨੀਆ ਦੇ ਉੱਪਰ ਕਲੰਕਾ ਦੈਂਤ ਪੈਦਾ ਹੋਇਆ, ਉਹਨੇ ਮਾਤ ਲੋਕ, ਪਤਾਲ ਲੋਕ ਅਤੇ ਸਵਰਗ ਲੋਕ ਵਿੱਚ ਹਾਹਾਕਾਰ ਮਚਾ ਦਿੱਤੀ। ਕਿਸੇ ਕੋਲ ਨਾ ਮਰਿਆ। ਇੰਦਰ ਨੇ ਉਹਦਾ ਵੱਧ ਕੀਤਾ ਅਤੇ ਬਾਅਦ ਵਿੱਚ ਇੰਦਰ ਸਭਾ ਲਗਾ ਕੇ ਬੈਠ ਗਿਆ ਅਤੇ ਕਹਿਣ ਲੱਗਾ, ਵੱਡੇ ਵੱਡੇ ਦੇਵਤਿਆਂ ਨੂੰ ਨਾਮ ਲੈ ਕੇ ਤੁਸੀਂ ਬੜੇ ਦੇਵਤੇ ਬਣੇ ਫਿਰਦੇ ਹੋ, ਤੁਹਾਡੇ ਕੋਲੋਂ ਤੇ ਮਰਿਆ ਨਹੀਂ, ਮੈਂ ਮਾਰਿਆ ਹੈ, ਮੇਰੇ ਵਿੱਚ ਇੰਨੀ ਤਾਕਤ ਹੈ, ਮੈਂ ਵੱਧ ਕੀਤਾ ਹੈ। ਤਾਂ ਸਾਰੇ ਦੇਵਤੇ ਸੋਚਦੇ ਨੇ ਵੀ ਇੰਦਰ ਨੂੰ ਹੰਕਾਰ ਹੋ ਗਿਆ। ਉਹ ਭਗਵਾਨ ਅਕਾਲ ਪੁਰਖ ਦੇ ਕੋਲ ਜਾਂਦੇ ਨੇ ਅਤੇ ਅਕਾਲ ਪੁਰਖ ਨੂੰ ਜਾ ਕੇ ਕਹਿੰਦੇ ਵੀ ਇੰਦਰ ਹੰਕਾਰੀ ਹੋ ਗਿਆ। ਅਤੇ ਅਕਾਲ ਪੁਰਖ ਪਰਮੇਸ਼ਰ ਕਹਿੰਦੇ, ਕੋਈ ਨਹੀਂ, ਇਹਨੂੰ ਹੰਕਾਰ ਆ ਗਿਆ ਏ ਅਤੇ ਇਹਦਾ ਹੰਕਾਰ ਲਾਉਣ ਵਾਲਾ ਵੀ ਦੁਨੀਆ 'ਤੇ ਆਇਆ ਹੀ ਜਾਣਾ। ਜਿਵੇਂ ਚੰਡੀ ਦੀ ਵਾਰ ਵਿੱਚ ਆਉਂਦਾ, ਅਭਿਮਾਨ ਉਤਾਰਨ ਦੇਵਤਿਆਂ, ਮੈਂ ਖਾਸੁਰ ਸੋਂਢਿਓ ਪਾਇਆ।
ਦੁਨੀਆ ਤੇ ਜਦੋਂ ਦੇਵਤਿਆਂ ਨੂੰ ਹੰਕਾਰ ਹੁੰਦਾ ਹੈ ਦੈਂਤ ਆ ਜਾਂਦੇ ਹੈ, ਦੈਂਤਾਂ ਨੂੰ ਹੰਕਾਰ ਹੁੰਦਾ ਹੈ ਤੇ ਦੇਵਤੇ ਆ ਜਾਂਦੇ। ਤੋ ਕਹਿੰਦੇ ਇਹਦਾ ਹੰਕਾਰ ਲਾਉਣ ਵਾਸਤੇ ਵੀ ਆਇਆ ਹੀ ਜਾਵੇ। ਫਿਰ ਵੀਰਿਆਨਾਦ ਆਉਂਦਾ ਹੈ ਤੇ ਵੀਰਿਆਨਾਦ ਫਿਰ ਇੰਦਰ ਆਦਿਕ ਦਾ ਰਾਜ ਖੋਹ ਕੇ ਤੇ ਇੰਦਰਪੁਰੀ ਦੇ ਵਿੱਚ ਆਪਣੇ ਨਾਮ ਦੀ ਦੁਹਾਈ ਫੇਰਦਾ ਹੈ ਤੇ ਇਹਨਾਂ ਨੂੰ ਤਪਸਵੀਆਂ ਵਾਲਾ ਭੇਸ ਬਣਾ ਕੇ ਜੰਗਲਾਂ ਦੇ ਵਿੱਚ ਫਿਰਨ ਲਈ ਮਜਬੂਰ ਕਰ ਦਿੰਦਾ। ਇੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਗਰਭ ਬੁਰਾ ਨਰਕ ਕਾ ਦੁਆਰਾ ਤਾਂ ਤੇ ਬਚ ਕਰ ਚੱਲ ਗਏ। ਗੁਰੂ ਕਿਉ ਸਿੱਖੋ ਹੰਕਾਰ ਬੁਰਾ ਹੈ ਤੇ ਨਰਕਾਂ ਦਾ ਦੁਆਰਾ ਹੈ। ਦੇਖੋ ਇੰਦਰ ਨੇ ਹੰਕਾਰ ਕੀਤਾ ਤੇ ਆਪਣਾ ਰਾਜ ਭਾਗ ਗਵਾ ਬੈਠਾ। ਮਹਾਰਾਜ ਸਾਹਿਬ ਜੀ ਦੀ ਬਾਣੀ ਵਿੱਚ ਲਿਖਿਆ ਆਉਂਦਾ ਅਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ। ਪਰਮੇਸ਼ਰ ਹੰਕਾਰੀਆਂ ਨੂੰ ਪਿੱਠ ਦਿੰਦਾ ਹੈ, ਨਾਮ ਜਪਣ ਵਾਲਿਆਂ ਨੂੰ ਆਪਣੇ ਮੁਖੜੇ ਨਾਲ ਲਾਉਂਦਾ। ਅਤੇ ਤੀਜਾ ਇਹਦੇ ਵਿੱਚ ਹੈ ਦ੍ਰਿੜਤਾ ਦਾ, ਜੋ ਮੈਂ ਪਹਿਲੇ ਦੱਸਿਆ ਹੈ ਵੀ ਮਹਾਰਾਜ ਨੇ ਦ੍ਰਿੜਤਾ ਦੱਸੀ ਹੈ ਕਿ ਜਿਹੜੇ ਵੀ ਕੰਮ ਦੇ ਵਿੱਚ ਏਕ ਰੰਗ ਜਾਂ ਮਨ ਕੋ ਰੰਗ ਹੋ। ਇਹ ਗ੍ਰੰਥ ਦੇ ਵਿੱਚ ਹੀ ਤੋਕ ਆਉਂਦੀ ਵੀ ਜਿਹੜੀ ਅਵਸਥਾ 'ਚ ਲੱਗੇ ਹੋ ਉਸੇ ਅਵਸਥਾ 'ਚ ਮਨ ਨੂੰ ਰੰਗ ਕੇ ਰੱਖੋ। ਸਾਡੇ ਵਿੱਚ ਇਹ ਬੜਾ ਹੈ ਜੀ, ਕਦੀ ਮੂਲ ਮੰਤਰ ਦਾ ਅਭਿਆਸ ਕਰ ਲਿਆ, ਕਦੇ ਹੋਰ ਸ਼ਬਦ ਦਾ ਕਰ ਲਿਆ। ਇੱਕੋ ਹੀ ਕੰਮ ਜਿਹੜਾ ਕੰਮ ਕਰਦੇ ਪਏ ਹੋ, ਜੇ ਮੂਲ ਮੰਤਰ ਦਾ ਅਭਿਆਸ ਹੈ ਤਾਂ ਮੂਲ ਮੰਤਰ ਦਾ ਹੀ ਕਰੀਏ ਸਾਰੀ ਉਮਰ ਪਰਯੰਤ ਕਰੋ। ਫਿਰ ਜੋ ਕਰਦਿਆਂ ਕਰਦਿਆਂ ਤੁਸੀਂ ਅਖੀਰ ਤੱਕ ਲੈ ਜਾਂਦੇ ਹੋ ਤੇ ਫਿਰ ਮਹਾਰਾਜ ਕਹਿੰਦੇ ਸੇਵਕ। ਦੇਖੋ ਜੀ, ਜਿਹੜੀ ਗੁਰਬਾਣੀ ਦਾ ਉਪਦੇਸ਼ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਬਾਣੀ ਦਾ ਉਪਦੇਸ਼ ਤੇ ਸਾਂਝਾ ਹੀ ਹੈ, ਪਰ ਜਿਹੜਾ 10ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਅਮੋਲਕ ਖਜ਼ਾਨਾ ਹੈ ਇਹ ਗੁਰੂ ਕੇ ਖਾਲਸੇ ਨਿਹੰਗ ਸਿੰਘਾਂ ਦੇ ਵਿੱਚ ਜ਼ਿਆਦਾ ਮਹੱਤਵਤਾ ਰੱਖਦਾ ਹੈ। ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਗੁਪਤ ਹੁੰਦੀਆਂ ਨੇ ਉਹ ਕੌਮਾਂ ਵਾਸਤੇ ਹੁੰਦੀਆਂ ਨੇ, ਪੰਥਾਂ ਵਾਸਤੇ ਹੁੰਦੀਆਂ ਨੇ। ਸੋ ਇਹ ਗੁਪਤ ਚੀਜ਼ਾਂ ਨੇ ਜਿਹੜੀਆਂ ਗੁਰੂ ਕਾ ਪੰਥ ਖਾਲਸਾ ਇਹਨਾਂ ਨੂੰ ਪੜ੍ਹ ਕਰਕੇ ਇਹਦੇ ਵਿੱਚੋਂ ਵੇਖੋ ਸਰਬਲੋਕ ਗ੍ਰੰਥ ਨੂੰ ਆਪਾਂ ਪੜ੍ਹੀਏ ਵਿਚਾਰੀਏ, ਉਹਦੇ ਵਿੱਚ ਸ਼ਸਤਰਬਾਜੀ ਵੀ ਦੱਸੀ ਹੈ, ਸ਼ਸਤਰ ਚਲਾਉਣ ਦਾ ਢੰਗ, ਕਿਵੇਂ ਸੂਰਮੇ ਤਲਵਾਰ ਦੀ ਤਿੱਖੀ ਧਾਰ ਦੇ ਉੱਪਰ ਨੱਚਦੇ ਰਹੇ। ਇਹ ਸਾਰਾ ਕੁਝ ਸਰਬਲੋਕ ਗ੍ਰੰਥ ਵਿੱਚ ਦੱਸਿਆ ਹੈ, ਜਿਹਨੂੰ ਪੜ੍ਹ ਸੁਣ ਕੇ ਨਿਹੰਗ ਸਿੰਘ ਉਸ ਦੇ ਧਾਰਨੀ ਹੋ ਕਰਕੇ ਤੇ ਆਪਣੇ ਜੀਵਨ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਹਮੇਸ਼ਾ ਹੀ ਜੋੜਦੇ। ਆਪਣੇ ਕੋਲ ਪੁਰਾਤਨ ਲਿਖਤਾਂ ਹੈ ਸਰਬਲੋਕ ਗ੍ਰੰਥ? ਸਰਬਲੋਕ ਗ੍ਰੰਥ ਸਾਹਿਬ ਜੀ ਦੀਆਂ ਤਰਨੇ ਦਲ ਦੇ ਵਿੱਚ 2 ਲਿਖਤਾਂ ਨੇ। ਇੱਕ ਲਿਖਤ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸ਼ੁਭਾਇਮਾਨ ਹੈ ਤੇ ਇੱਕ ਲਿਖਤ ਗੁਰਦੁਆਰਾ ਸ਼ਹੀਦੀ ਬਾਗ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਭਾਇਮਾਨ ਹੈ। ਅਤੇ ਇਸੇ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ, ਉਹਦੇ ਵਿੱਚ ਵੀ ਸਰਬਲੋਕ ਗ੍ਰੰਥ ਸਾਹਿਬ ਦੀ ਬੜੀ ਸੁਨਹਿਰੀ ਸੁੰਦਰ ਬੀੜ ਹੈ। ਇੱਕ ਬੀੜ ਗਿਆਨੀ ਚੰਦਾ ਸਿੰਘ ਜੀ ਦੀ ਲਿਖੀ ਹੈ, ਉਹ ਬੀੜ ਪਟਿਆਲੇ ਹੈ। ਇਸੇ ਤਰ੍ਹਾਂ ਸੰਗਰੂਰ ਵੀ ਇੱਕ ਨਨਿਆਣੇ ਸਾਹਿਬ ਵੀ ਬੀੜ ਸ਼ੁਭਾਇਮਾਨ ਹੈ। ਮਾਤਾ ਭਾਗ ਕੌਰ ਜੀ ਦੇ ਪਾਵਨ ਸਥਾਨ 'ਤੇ ਵੀ ਸਰਬਲੋਕ ਪ੍ਰਕਾਸ਼ ਗ੍ਰੰਥ ਦੀ ਜਿਹੜੀ ਬੀੜ ਹੈ ਸ਼ੁਭਾਇਮਾਨ ਹੈ। ਇਸੇ ਤਰ੍ਹਾਂ ਨਾਮਧਾਰੀ ਜਗਤ ਭੈਣੀ ਸਾਹਿਬ ਵੀ ਸਰਬਲੋਕ ਗ੍ਰੰਥ ਸਾਹਿਬ ਦੀ ਜਿਹੜੀ ਹੱਥ ਲਿਖਤ ਬੀੜ ਹੈ। ਸੋ ਅਨੇਕਾਂ ਹੀ ਬੀੜਾਂ ਨੇ ਜਿਨ੍ਹਾਂ ਦਾ ਬੀੜਾਂ ਦਾ ਹਵਾਲਾ ਸਵਾਮੀ ਹਰਨਾਮਦਾਸ ਜੀ ਨੇ ਦਿੱਤਾ ਹੈ। ਥਾਂ ਥਾਂ ਦੇ ਉੱਪਰ ਇਹ ਬੀੜਾਂ ਸ਼ੁਭਾਇਮਾਨ। ਜੋ ਸਰਬਲੋਕ ਤੇ ਵਿਵੇਕ ਹੈ ਇਹਦੇ ਵਿੱਚ ਕੋਈ ਅੰਤਰ ਨਹੀਂ। ਵਿਵੇਕ ਦਾ ਪਹਿਰਾ ਹੁੰਦਾ ਹੈ ਸੁਚਮਤਾ ਦਾ ਪਹਿਰਾ, ਸੁਚਮਤਾ ਰੱਖੀ ਜਾਂਦੀ ਹੈ। ਨਿਹੰਗ ਸਿੰਘਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ, ਜਿਹੜਾ ਬੰਦਾ ਪੰਜਾਂ ਬਾਣੀਆਂ ਦਾ, ਇਸੇ ਤਰ੍ਹਾਂ ਪੰਜਾਂ ਕਕਾਰਾਂ ਦੀ ਮਰਿਆਦਾ ਦਾ ਧਾਰਨੀ ਹੈ, ਕੁਰੈਤਾਂ ਤੋਂ ਬਚਿਆ ਹੋਇਆ ਤੇ ਸਰਬਲੋਕ ਦੇ ਬਰਤਨਾਂ ਦੇ ਵਿੱਚ ਛਕਦਾ ਹੈ, ਉਹਨੂੰ ਸਰਬਲੋਈਆ ਕਹਿੰਦੇ ਨੇ, ਉਹਨੂੰ ਵਿਵੇਕੀਆ ਕਹਿੰਦੇ ਨੇ। ਵਿਵੇਕੀ ਸਿੰਘ ਹੀ ਸਰਬਲੋਕ ਦੇ ਲੰਗਰ ਵਿੱਚ ਜਾ ਸਕਦਾ ਹੈ। ਉਹ ਸਰਬਲੋਕ ਦੇ ਲੰਗਰ ਦੇ ਵਿੱਚ ਹੀ ਭੋਜਨ ਤਿਆਰ ਕਰਦਾ ਹੈ, ਬਣਾਉਂਦਾ ਹੈ, ਸਤਿਗੁਰਾਂ ਨੂੰ ਭੋਗ ਲਵਾਉਂਦਾ ਹੈ, ਛਕਦਾ ਤੇ ਛਕਾਉਂਦਾ ਹੈ। ਉੱਥੇ ਆਮ ਸਿੱਖ ਨੂੰ ਜਾਣ ਦੀ ਮਨਾਹੀ ਹੁੰਦੀ ਹੈ, ਜਾਂ ਤੇ ਉਹਨਾਂ ਕਾਨੂੰਨਾਂ ਦਾ ਉਹ ਧਾਰਨੀ ਹੋਵੇ। ਇੱਕ ਤੇ ਇਹਦੇ ਵਿੱਚ ਹੈ ਸੁਚਮਤਾ, ਦੂਸਰਾ ਇਹਦੇ ਵਿੱਚ ਹੈ ਵੀ ਜਿਹੜੀ ਫੌਜ ਹੁੰਦੀ ਹੈ ਉਹਦਾ ਲੰਗਰ ਪਾਨ ਅੱਡ ਹੁੰਦਾ ਹੈ, ਵੱਖਰਾ ਹੁੰਦਾ ਹੈ, ਕਾਨੂੰਨ ਹੁੰਦਾ ਹੈ। ਜਿਵੇਂ ਗੌਰਮੈਂਟ ਹੈ, ਫੌਜੀ ਹੈ, ਉਹ ਸਾਡੇ ਹੱਥੋਂ ਲੈ ਕੇ ਨਹੀਂ ਛਕਣਗੇ, ਪਤਾ ਨਹੀਂ ਕੋਈ ਕੀ ਪਾ ਦੇਵੇ। ਇਸੇ ਤਰ੍ਹਾਂ ਗੁਰੂ ਕੇ ਪੰਥ ਖਾਲਸੇ ਦੀ ਇਹ ਮਰਿਆਦਾ ਸੀ, ਉਹ ਆਪਣਾ ਲੰਗਰ ਆਪ ਤਿਆਰ ਕਰਦੇ ਸੀ ਅਤੇ ਸੁਚਮਤਾ ਦੇ ਨਾਲ ਕਰਦੇ ਸਨ। ਸਰਬਲੋਕ ਦੇ ਬਰਤਨਾਂ ਹੀ ਤਿਆਰ ਕਰਦੇ ਸਨ, ਉਹਨੂੰ ਫਿਰ ਵਿਵੇਕ ਦਾ ਲੰਗਰ ਕਹਿ ਦਿੰਦੇ ਸਨ। ਅੱਜ ਵੀ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਵਿੱਚ ਜਿਵੇਂ ਕਰੜੀ ਪੁਰਾਤਨ ਮਰਿਆਦਾ ਰੱਖੀ ਜਾਂਦੀ ਹੈ। ਗੁਰਦੁਆਰਾ ਸ਼ਹੀਦੀ ਬਾਗ ਵਿਖੇ ਭਾਈ ਨੰਦ ਲਾਲ ਸਾਹਿਬ ਜੀ ਦਾ ਲੰਗਰ, ਜਿੱਥੇ ਮਹਾਰਾਜ ਕਲਗੀਧਰ ਜੀ ਆ ਕੇ ਪ੍ਰਸ਼ਾਦਾ ਛਕਦੇ ਰਹੇ, ਉਸ ਸਮੇਂ ਤੋਂ ਲੈ ਕੇ ਕਲਗੀਧਰ ਤੋਂ ਅੱਜ ਤੱਕ ਉੱਥੇ ਸਰਬਲੋਕ ਦੀ ਮਰਿਆਦਾ ਚਲੀ ਆ ਰਹੀ ਹੈ। ਅਤੇ ਤਿੰਨਾਂ ਹੀ ਗ੍ਰੰਥਾਂ ਦਾ ਉੱਥੇ ਪ੍ਰਕਾਸ਼ ਹੁੰਦਾ ਹੈ। ਆਦਿ ਦਸਮ ਸਰਬਲੋਕ, ਜਿਵੇਂ ਪੁਰਾਣੀ ਮਰਿਆਦਾ ਕਲਗੀਧਰ ਦੇ ਵੇਲੇ ਤੋਂ ਉਹ ਤਿੰਨਾਂ ਹੀ ਗ੍ਰੰਥਾਂ ਦਾ ਉੱਥੇ ਪ੍ਰਕਾਸ਼ ਹੁੰਦਾ ਆ ਰਿਹਾ।
ਸਰਬਲੋ ਗ੍ਰੰਥ ਸ਼੍ਰੀ ਦਸਮ ਗ੍ਰੰਥ ਇਹਨਾਂ ਦਾ ਸਿਧਾਂਤ ਇੱਕੋ ਹੀ। ਸਰਬਲੋ ਗ੍ਰੰਥ ਤੇ ਦਸਵਾਂ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦਾ ਸਿਧਾਂਤ ਅੱਡ ਕੇ। ਇਹ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਵੀ ਇਹ ਜਿਲਦਾਂ ਦੋ ਕੀਤੀਆਂ ਨੇ ਕਿ ਭਾਰਾ ਨਾ ਹੋ ਜਾਵੇ। ਜੇ ਕਿਤੇ ਕਲਗੀਧਰ ਪਾਤਸ਼ਾਹ ਜੀ ਨੇ 9 ਮਨ ਦਾ ਗ੍ਰੰਥ ਰਚਿਆ ਸੀ, ਅੱਜ ਹੁੰਦਾ ਨਾ ਤੇ ਜਿਹੜੇ ਨਿੰਦਕ ਨੇ ਇਹਨਾਂ ਕੋਲ ਪ੍ਰਕਾਸ਼ ਹੀ ਨਹੀਂ ਹੋਣਾ, ਇਹਨਾਂ ਕੋਲ ਉਹਦਾ ਭਾਰ ਨਹੀਂ ਸੀ ਝੱਲਿਆ ਜਾਣਾ। ਅੱਜ ਤੇ ਇਹ 10ਵੇਂ ਪਾਤਸ਼ਾਹ ਜੀ ਦੀ ਥੋੜੀ ਹੀ ਬਾਣੀ ਸਾਡੇ ਕੋਲ ਹੈ, ਪ੍ਰਗਟ ਹੈ, ਤੇ ਨਿੰਦਕ ਲੋਕ ਇਹ ਨਹੀਂ ਇਸ ਤਰੀਕੇ ਦੀਆਂ ਗੱਲਾਂ ਕਰਦੇ ਨੇ। ਜੇ ਉਹ ਸੱਚੇ ਪਾਤਸ਼ਾਹ ਜੀ ਦਾ ਸਾਰਾ ਹੀ ਗ੍ਰੰਥ ਹੁੰਦਾ ਤੇ ਇਹਨਾਂ ਨਿੰਦਕਾਂ ਦੇ ਕੋਲੋਂ ਇਹ ਭਾਰ ਨਹੀਂ ਸੀ ਝੱਲਿਆ ਜਾਣਾ। ਅੱਜ ਕੱਲ੍ਹ ਤੇ ਜਾਪ ਸਾਹਿਬ ਦੀ ਬਾਣੀ ਤੇ ਵੀ ਖੰਡਨ ਹੈ, ਚੌਪਈ ਸਾਹਿਬ ਦੀ ਬਾਣੀ ਨੂੰ ਵੀ ਖੰਡਨ ਕਰਨ ਤੇ ਲੋਕ ਤੁੱਲੇ ਹੋਏ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਤੇ ਸਰਬਲੋ ਦੀ ਏਕਤਾ ਦਾ ਪ੍ਰੋੜਤਾ ਸਰਬਲੋ ਗ੍ਰੰਥ ਵਿੱਚ ਕੀਤੀ ਹੈ। ਅਕਾਲ ਉਸਤਤ ਕੇ ਆਦ ਸਲੋਕ ਜੇ ਅਕਾਲ ਪੁਰਖ ਕੀ ਰੱਛਾ, ਸਰਬਲੋ ਅਕਾਲ ਪੁਰਖ ਜੀ ਏਕ ਜੋਤ ਸੁਭ ਦਿਸ਼ਾ। ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਭੋਗ ਪੈਂਦਾ ਹੈ, ਪਹਿਲਾਂ ਚੌਪਈ ਸਾਹਿਬ ਤੇ ਫਿਰ ਜ਼ਫਰਨਾਮਾ ਆਉਂਦਾ ਹੈ। ਚੌਪਈ ਸਾਹਿਬ ਤੋਂ ਪਹਿਲਾਂ ਮਹਾਂਕਾਲ ਦਾ ਚਲਿੱਤਰ ਆਉਂਦਾ ਹੈ। ਮਹਾਂਕਾਲ ਵੀ ਅਕਾਲ ਪੁਰਖ ਦੇ ਅਵਤਾਰ ਹੋਏ ਨੇ ਤੇ ਸਰਬਲੋ ਵੀ ਅਕਾਲ ਪੁਰਖ ਦੇ ਅਵਤਾਰ ਹੋਏ। ਜਿਹੜੀਆਂ ਪਹਿਲੀਆਂ ਬੀੜਾਂ ਜਿਨ੍ਹਾਂ ਵਿੱਚ ਦਸਮ ਦੀ ਬਾਣੀ ਤੇ ਸਰਬਲੋ ਦੀ ਬਾਣੀ ਇਕੱਠੀ ਹੈ ਨਾ, ਉਹਨਾਂ ਵਿੱਚ ਮਹਾਂਕਾਲ ਦੇ ਚਲਿੱਤਰ ਤੋਂ ਬਾਅਦ ਫਿਰ ਸਰਬਲੋ ਦੀ ਬਾਣੀ ਨਾਲ ਹੀ ਲਿਖੀ ਹੋਈ ਹੈ। ਗੁਰਦੁਆਰਾ ਸ਼ਹੀਦੀ ਬਾਗ ਵਾਲੀ ਜਿਹੜੀ ਬੀੜ ਹੈ, ਉਹਦੇ ਸ਼ੁਰੂ ਵਿੱਚ ਪਹਿਲਾਂ ਮਹਾਂਕਾਲ ਦਾ ਚਰਿੱਤਰ ਹੈ ਤੇ ਫਿਰ ਸਰਬਲੋ ਦੀ ਬਾਣੀ, ਕਿਉਂਕਿ ਮਹਾਂਕਾਲ ਤੇ ਸਰਬਲੋ ਇਹ ਦੋਨੋਂ ਹੀ ਅਕਾਲ ਪੁਰਖ ਪਰਮੇਸ਼ਰ ਦੇ ਅਵਤਾਰ ਹੋਏ। ਬਾਅਦ ਵਿੱਚ ਜ਼ਫਰਨਾਮੇ ਦੀ ਬਾਣੀ ਪਿੱਛੇ ਲਿਖ ਦਿੱਤੀ ਗਈ ਤੇ ਇਹਦੀ ਜਿਲਦ ਵੱਖਰੀ ਕਰ ਦਿੱਤੀ। ਪਹਿਲਾਂ ਇਹ ਜਿਲਦਾਂ ਦੋਨਾਂ ਇੱਕ ਹੀ ਸਨ। ਫਿਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਇਹ ਗ੍ਰੰਥ ਲਿਖਿਆ ਗਿਆ ਤੇ ਉੱਥੇ ਜਦੋਂ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾ ਗਏ ਤੇ ਉੱਥੋਂ ਦੇ ਬਾਬਾ ਸੰਤੋਖ ਸਿੰਘ ਜੀ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਤਖਤ ਸਾਹਿਬ ਦਾ ਜਥੇਦਾਰ ਹੱਥੀਂ ਥਾਪਿਆ। ਉਹ ਉੱਥੇ ਮਹਾਰਾਜ ਦੀ ਪਾਵਨ ਬਾਣੀ ਦਾ ਪ੍ਰਕਾਸ਼ ਕਰਦੇ ਰਹੇ, ਪੜ੍ਹਦੇ ਰਹੇ। ਉਹਨਾਂ ਤੋਂ ਬਾਅਦ ਫਿਰ 1714 ਦੇ ਵਿੱਚ ਬਾਬਾ ਸੰਤੋਖ ਸਿੰਘ ਜੀ ਸੱਚਖੰਡ ਗਮਨ ਕਰ ਗਏ ਤੇ ਬਾਅਦ ਵਿੱਚ ਫਿਰ ਖੁਸ਼ਹਾਲ ਸਿੰਘ ਆਏ, ਉਹ ਸੇਵਾ ਕਰਦੇ ਰਹੇ। ਇਹ ਸਾਰੇ ਨਿਹੰਗ ਸਿੰਘ ਸਨ। ਉਹ 1720 ਦੇ ਲਾਗੇ ਚੜ੍ਹਾਈ ਕੀਤੀ। ਉਹਨਾਂ ਤੋਂ ਬਾਅਦ ਫਿਰ ਬਾਬਾ ਲਾਲ ਸਿੰਘ ਜੀ ਨਿਹੰਗ ਸਿੰਘ ਮਹਾਂਕਾਲ, ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ ਤੇ ਉਹ ਲਗਭਗ 1734 ਤੱਕ ਰਹੇ। ਤੇ 1734 ਵਿੱਚ ਸਰਦਾਰ ਚੜ੍ਹਤ ਸਿੰਘ ਜੀ ਕਰਤਾਰਪੁਰੀ ਉਹ ਤਖਤ ਸਾਹਿਬ ਦੇ ਜਥੇਦਾਰ ਬਣਦੇ ਨੇ ਤੇ ਉਹਨਾਂ ਨੇ ਉੱਥੇ ਬੜੀ ਸੇਵਾ ਕਰਾਈ। ਉਹ ਯੋਗਾ ਅਭਿਆਸੀ ਸਨ। ਉਹਨਾਂ ਨੇ ਇਕਾਂਤ ਵਿੱਚ ਜਗ੍ਹਾ ਚੁਣੀ ਜਿੱਥੇ ਮਹਾਰਾਜ ਨੇ ਸਰਬਲੋ ਗ੍ਰੰਥ ਦੀ ਰਚਨਾ ਕੀਤੀ ਸੀ। ਉੱਥੇ ਉਹਨਾਂ ਨੇ ਬੁੰਗਾ ਬਣਾਇਆ। ਫਿਰ ਬਾਅਦ ਵਿੱਚ ਉਹਨਾਂ ਨੇ ਬੁੰਗਾ, ਉੱਥੇ ਕੋਈ ਬ੍ਰਾਹਮਣ ਰਹਿੰਦੇ ਸਨ, ਉਹਨਾਂ ਨੂੰ ਦਿੱਤਾ ਵੀ ਇੱਥੋਂ ਦੀ ਸਾਫ਼ ਸਫਾਈ ਰੱਖਿਓ ਤੇ ਇੱਥੇ ਪ੍ਰਚਾਰ ਕਰਿਓ। ਉਹ ਰਹਿੰਦੇ ਰਹੇ। ਫਿਰ ਉਹ ਬੁੰਗੇ ਦਾ ਨਾਮ ਬ੍ਰਾਹਮਣਾਂ ਵਾਲਾ ਬੁੰਗਾ ਵੱਜਦਾ ਰਿਹਾ। ਬਾਅਦ ਵਿੱਚ ਇੱਕ ਅਕਾਲੀ ਹਜੂਰਾ ਸਿੰਘ ਜੀ ਹੈੱਡ ਗ੍ਰੰਥੀ ਹੋਏ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਉਹਨਾਂ ਨੇ ਟਰੈਕਟ ਵੀ ਲਿਖਿਆ ਸੀ, ਜਿਹੜੀ ਸਰਬਲੋ ਗ੍ਰੰਥ ਵਿੱਚ ਖਾਲਸੇ ਦੀ ਮਹਿਮਾ ਆਉਂਦੀ ਹੈ, ਉਹਦਾ ਟਰੈਕਟ ਵੀ ਛਪਵਾਇਆ ਸੀ। ਤੇ ਉਹਨਾਂ ਨੇ ਫਿਰ ਉੱਥੇ ਉਹ ਬੁੰਗੇ ਦਾ ਨਾਮ ਰੱਖਿਆ ਸਰਬਲੋ ਬੁੰਗਾ, ਕਿਉਂਕਿ ਮਹਾਰਾਜ ਨੇ ਉੱਥੇ ਸਰਬਲੋ ਦੀ ਰਚਨਾ ਕੀਤੀ ਸੀ। ਉੱਥੇ ਸਰਬਲੋ ਗ੍ਰੰਥ ਦਾ ਪ੍ਰਕਾਸ਼ ਕੀਤਾ। ਉੱਥੇ ਗੁਰਬਾਣੀ ਸਰਬਲੋ ਦੀ ਪੜ੍ਹਾਉਣੀ, ਅਰਥ ਪੜ੍ਹਾਉਣੇ। ਤੇ ਬਾਅਦ ਵਿੱਚ ਫਿਰ ਉੱਥੇ ਬਾਬਾ ਹਰਦਿੱਤ ਸਿੰਘ ਜੀ ਉਹ ਸੇਵਾ ਕਰਦੇ ਰਹੇ ਤੇ ਇੱਧਰੋਂ ਬਾਬਾ ਨਿਧਾਨ ਸਿੰਘ ਜੀ ਫਿਰ ਚਲੇ ਗਏ। ਤੇ ਉੱਥੋਂ ਇੱਕ ਵਾਰੀ ਵਾਪਸ ਮੁੜਨ ਲੱਗੇ ਤੇ ਰੇਲ ਗੱਡੀ ਦਾ ਜਿੱਥੇ ਸਟੇਸ਼ਨ ਸੀ ਉੱਥੇ ਕਲਗੀਧਰ ਨੇ ਦਰਸ਼ਨ ਦਿੱਤੇ ਤੇ ਮਹਾਰਾਜ ਨੇ ਕਿਹਾ, ਬਾਬਾ ਨਿਧਾਨ ਸਿੰਘ ਜੀ ਤੁਸੀਂ ਜਾਓ ਤੇ ਸੇਵਾ ਕਰੋ, ਅੰਨ ਧਨ ਦੀ ਕੋਈ ਕਮੀ ਨਹੀਂ ਰਹੇਗੀ। ਤੇ ਇਸ਼ਾਰਾ ਕੀਤਾ ਵੀ ਜਿੱਥੇ ਅਕਾਲੀ ਹਜੂਰਾ ਸਿੰਘ ਜੀ ਨੇ ਸਰਬਲੋ ਗ੍ਰੰਥ ਦਾ ਪ੍ਰਕਾਸ਼ ਕੀਤਾ ਹੈ, ਸਰਬਲੋ ਬੁੰਗਾ ਹੈ, ਉੱਥੇ ਜਾਓ, ਕਿਉਂਕਿ ਉੱਥੇ ਅਸੀਂ ਸਰਬਲੋ ਗ੍ਰੰਥ ਦੀ ਰਚਨਾ ਕੀਤੀ ਹੈ। ਤੇ ਫਿਰ ਉੱਥੇ ਆ ਗਏ ਚੱਲ ਕੇ ਬਾਬਾ ਨਿਧਾਨ ਸਿੰਘ ਜੀ, ਉਹ ਸੇਵਾ ਕਰਨ ਲੱਗੇ ਤੇ ਨਾਮ ਅੱਜ ਕੱਲ੍ਹ ਲੰਗਰ ਸਾਹਿਬ ਪ੍ਰਸਿੱਧ ਹੈ। ਤੇ ਸਰਬਲੋ ਸਾਹਿਬ ਦੀ ਬਾਣੀ ਪੜ੍ਹਨ ਦੇ ਨਾਲ ਅੰਨ ਧਨ ਦੀ ਕਮੀ ਨਹੀਂ ਹੁੰਦੀ। ਮਹਾਰਾਜ ਨੇ ਵਿੱਚ ਲਿਖਿਆ ਹੈ ਗ੍ਰੰਥ ਦੇ, ਦਰਾਬੋ ਪਾਵਨ ਕੇ ਨਮਿਤ ਸਿਮਰੋ ਸ੍ਰੀ ਹਰਿ ਰਾਏ। ਇਹ ਹਰਿ ਰਾਏ ਵਾਹਿਗੁਰੂ ਅਕਾਲ ਪੁਰਖ, ਮੈਂ ਤੈਨੂੰ ਤਾਂ ਚੇਤੇ ਕਰਦਾ ਮੇਰੇ ਪੰਥ ਵਿੱਚ ਅੰਨ ਧਨ ਦੀ ਕਮੀ ਨਾ ਰਵੇ। ਤੇ ਦੇਖ ਲਓ ਅੱਜ ਲੰਗਰ ਸਾਹਿਬ ਕੋਈ ਅੰਨ ਧਨ ਦੀ ਕਮੀ ਨਹੀਂ ਹੈ, ਉੱਥੇ ਕਿੰਨਾ ਲੰਗਰ ਵਰਤਦਾ ਪਿਆ ਹੈ। ਕਿਹੜੀਆਂ ਬਾਣੀਆਂ ਸਰਬਲੋ ਗ੍ਰੰਥ? ਸਰਬਲੋ ਗ੍ਰੰਥ ਦੇ ਵਿੱਚ 5 ਅਧਿਆਏ ਨੇ ਤੇ 5 ਅਧਿਆਇਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ
ਇਹ ਗ੍ਰੰਥ ਲਿਖਿਆ ਹੈ। ਇਹਦੇ ਵਿੱਚ ਪਹਿਲਾਂ ਤੇ ਸ਼੍ਰੀ ਮਾਇਆ ਦਾ ਸਤੋਤਰ ਹੈ, ਫਿਰ ਦੁਰਗਾ ਦੇਵੀ ਦਾ ਦੰਤਾਂ ਦੇ ਨਾਲ ਵੀਰ ਰਸੀ ਯੁੱਧ ਹੈ, ਤੇ ਬਾਅਦ ਵਿੱਚ ਸਰਬਲੋ ਭਗਵਾਨ ਦੀ ਉਤਪੱਤੀ ਤੇ ਉਹ ਵੀਰਯਨਾਥ ਦੇ ਨਾਲ ਯੁੱਧ ਕਰਦੇ ਨੇ। ਇਹਦੇ ਵਿੱਚ ਭਗਤੀ ਸ਼ਕਤੀ ਵੈਰਾਗ ਦੇ ਪ੍ਰਸੰਗ ਨੇ। ਫਿਰ ਨਾਲ ਨਾਲ ਸੱਚੇ ਪਾਤਸ਼ਾਹ ਜੀ ਨੇ ਫਾਰਸੀ 52 ਬੋਲੀਆਂ ਦੇ ਵਿੱਚ ਇਹ ਗ੍ਰੰਥ ਲਿਖਿਆ ਹੈ। ਜੰਗ ਲਿਖਦੇ ਨੇ, ਕਦੇ ਸੰਸਕ੍ਰਿਤ ਵਿੱਚ ਲਿਖਦੇ ਨੇ, ਕਦੇ ਫਾਰਸੀ ਵਿੱਚ ਲਿਖਦੇ ਨੇ। ਆਪ ਜੀ ਵੱਲੋਂ ਸੰਥਿਆ ਵੀ ਕਰਾਈ ਜਾਂਦੀ ਹੈ? ਸਾਡੇ ਵੱਲੋਂ ਇਸ ਗ੍ਰੰਥ ਦੀ ਸੰਥਿਆ ਵੀ ਕਰਵਾਈ ਜਾਂਦੀ ਹੈ, ਤੇ ਹੁਣ ਤੱਕ ਮੈਂ 13 ਕੁ ਸੰਥਿਆ, ਜਿਹਦੇ ਵਿੱਚੋਂ 4 ਕਥਾਵਾਂ ਤੇ ਫਿਰ ਬਾਕੀ ਮੈਂ ਵਿਚਾਰ ਸੰਥਿਆ ਕਰਵਾਈਆਂ ਨੇ। ਤੇ ਬਾਬਾ ਠਾਕੁਰ ਸਿੰਘ ਜੀ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਇਹ ਗ੍ਰੰਥ ਦੀ ਕਥਾ ਵੀ ਰਿਕਾਰਡ ਹੋ ਰਹੀ ਹੈ। ਸਮਾਧਾ ਬਾਬਾ ਨੌ ਸਿੰਘ ਜੀ ਦੇ ਪਾਵਨ ਸਥਾਨ ਦੇ ਉੱਪਰ ਵੀ ਇਹ ਸਿੰਘ ਸ਼ਾਮ ਨੂੰ ਕਥਾ ਕਰਦੇ ਨੇ, ਅਤੇ ਕਲਾਸ ਵਿੱਚ ਇਹਦੀ ਕਥਾ ਵੀ ਪੜ੍ਹਾਈ ਜਾਂਦੀ ਹੈ। ਤੇ ਇਸ ਗ੍ਰੰਥ ਦੇ ਅਖੀਰ ਦੇ ਵਿੱਚ ਫਿਰ ਜਾ ਕੇ ਮਹਾਰਾਜ ਨੇ ਆਪਣੀ ਮਨਸ਼ਾ ਲਿਖੀ ਹੈ। ਮਹਾਰਾਜ ਕਹਿੰਦੇ 9 ਲੱਖ ਇਰਾਕੀ ਮਿਲੇ ਕਿ ਮੇਰੇ ਉੱਪਰ ਕਿਰਪਾ ਕਰੋ, 9 ਲੱਖ ਘੋੜੇ ਹੋਣ ਤੇ 1.25 ਲੱਖ ਹਾਥੀ ਹੋਣ, ਫਿਰ 49 ਲੱਖ ਨਿਸ਼ਾਨ, 1 ਲੱਖ ਨਿਸ਼ਾਨ ਸਾਹਿਬ ਹੋਣ। ਫਿਰ ਕਹਿੰਦੇ ਆ ਖਾਸ ਸਵਾਰੀ ਮੋਹੇ ਚੱਲੇ, 49 ਲੱਖ ਨਿਸ਼ਾਨ, ਮੇਰੀ ਵਿੱਚ ਖਾਸ ਸਵਾਰੀ ਹੋਵੇ, ਮੈਂ ਘੋੜੇ ਤੇ ਬੈਠਾ ਹੋਵਾਂ ਤੇ ਨਿਸ਼ਾਨ ਸਾਹਿਬ ਝੂਲਦੇ ਹੋਣ ਤੇ ਨਗਾਰੇ ਵੱਜਦੇ ਜਾਂਦੇ ਹੋਣ, ਤੇ ਖਾਸ ਸਵਾਰੀ ਮੋਹੇ ਚੱਲੇ 49 ਲੱਖ ਜਗਾ ਨਿਸ਼ਾਨ। ਵਾਹਿਗੁਰੂ ਕਾ ਖਾਲਸਾ ਜੀਤੇ 70 ਚੁਗਾਨ, ਜੈ ਲਾਲਚ ਗੁਣ ਤੁਆ ਕਹਿਓ ਦਾਸ ਗੋਬਿੰਦ ਸਮਾਜ, ਫਤਿਹ ਹੋਵੇ ਗੁਰੂ ਕੀ ਉਹਦੇ ਅਸਤ ਲੋ ਰਾਜ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਫਤਿਹ ਹੋਵੇ ਤੇ ਗੁਰੂ ਕੇ ਖਾਲਸੇ ਦਾ ਉਹਦੇ ਤੋਂ ਲੈ ਕੇ ਅਸਤ ਤੱਕ ਰਾਜ ਹੋਵੇ। ਮਹਾਰਾਜ ਸਾਹਿਬ ਜੀ ਨੇ ਇਹ ਰਾਜ ਦੀ ਕਾਮਨਾ ਕੀਤੀ। ਫਿਰ ਇੱਕ ਕਵਿਤਾ ਦਾ, ਜੋ ਭਾਵੇਂ ਵੈਦਿਕ ਗ੍ਰੰਥ ਨੇ ਭਾਵੇਂ ਧਾਰਮਿਕ ਸਾਡੇ ਗੁਰਮਤਿ ਦੇ ਗ੍ਰੰਥ ਨੇ, ਉਹਨਾਂ 'ਚ ਇੱਕ ਗੱਲ ਹੁੰਦੀ ਉਪਕ੍ਰਮ ਤੇ ਉਪਸੰਹਾਰ। ਜਿੱਥੋਂ ਗ੍ਰੰਥ ਸ਼ੁਰੂ ਹੋਵੇ ਉੱਥੇ ਜਾ ਕੇ ਸਮਾਪਤ ਹੋਵੇ। ਇਹ ਗ੍ਰੰਥ ਸ਼ੁਰੂ ਹੁੰਦਾ ਹੈ ਵਾਹਿਗੁਰੂ ਜੀ ਕੀ ਫਤਿਹ, ਫਤਿਹ ਤੋਂ ਸ਼ੁਰੂ ਹੋਇਆ ਹੈ, ਤੇ ਅਖੀਰ ਦੇ ਉੱਪਰ ਤੋਕ ਆਉਂਦੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਫਤਿਹ ਹੋਵੇ ਸਤਿਗੁਰੂ ਕੀ ਉਹਦੇ ਅਸਤ ਲੋ ਰਾਜ। ਅਖੀਰ ਤੇ ਵੀ ਜਾ ਕੇ ਫਤਿਹ ਸ਼ਬਦ ਆਇਆ। ਫਤਿਹ ਤੋਂ ਹੀ ਸ਼ੁਰੂ ਹੋਇਆ ਤੇ ਫਤਿਹ ਤੇ ਹੀ ਇਹਦੀ ਜਾ ਕੇ ਭੋਗ ਪਿਆ, ਸਮਾਪਤੀ ਹੋਈ। ਤੇ ਜਿਹੜਾ ਇਸ ਗ੍ਰੰਥ ਨੂੰ ਪੜ੍ਹਦਾ ਏ ਉਹਦੀ 3 ਲੋਕਾਂ ਤੇ ਫਤਿਹ ਹੀ ਹੁੰਦੀ ਹੈ, ਉਹਦੀ ਫਤਿਹ ਹੀ ਹੁੰਦੀ ਹੈ। ਇਹ ਗ੍ਰੰਥ ਫਤਿਹ ਦਾ ਹੈ, ਜਿਹੜਾ ਇਹਨੂੰ ਪੜ੍ਹਦਾ ਹੈ ਉਹਦੀ ਕਦੇ ਹਾਰ ਨਹੀਂ ਹੁੰਦੀ। ਇਹ ਫਤਿਹ ਦਾ ਗ੍ਰੰਥ ਹੈ। ਵਾਹਿਗੁਰੂ ਜੀ ਕੀ ਫਤਿਹ ਇੱਥੋਂ ਸ਼ੁਰੂ ਹੋਇਆ ਤੇ ਫਤਿਹ ਹੋਵੇ ਸਤਿਗੁਰੂ ਕੀ, ਅਖੀਰ ਤੇ ਵੀ ਫਤਿਹ। ਗੁਰੂ ਨਾਨਕ ਸਾਹਿਬ ਦੇ ਘਰ ਦੀ ਫਤਿਹ ਹੋਵੇ। ਇਹ ਮਹਾਰਾਜ ਨੇ ਕਾਮਨਾ ਕੀਤੀ ਹੈ ਅਕਾਲ ਪੁਰਖ ਦੇ ਚਰਨਾਂ 'ਚ। ਮਹਾਰਾਜ ਕਹਿੰਦੇ ਇਹ ਲਾਲਚ ਮਨ ਵਿੱਚ ਰੱਖ ਕੇ ਮੈਂ ਗ੍ਰੰਥ ਉਚਾਰਿਆ ਏ ਵੀ ਮੇਰੇ ਖਾਲਸੇ ਦਾ ਰਾਜ ਹੋਵੇ, ਉਹਦੇ ਤੋਂ ਲੈ ਕੇ ਅਸਤ ਤੱਕ। ਐਸਾ ਸੱਚੇ ਪਾਤਸ਼ਾਹ ਜੀ ਦਾ ਇਸ ਗ੍ਰੰਥ ਨੂੰ ਲਿਖਣ ਦਾ ਪ੍ਰਯੋਜਨ ਹੈ। ਇਹ ਸਨ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਵਾਲੇ, ਜਿਨ੍ਹਾਂ ਪਾਸੋਂ ਅੱਜ ਆਪਾਂ ਜਾਣਿਆ ਹਾਂ ਸਰਬ ਲੋਕ ਗ੍ਰੰਥ ਮਹਾਰਾਜ ਬਾਰੇ, ਜਿਸ ਦੇ ਵਿੱਚ ਆਪਾਂ ਪੁੱਛਿਆ ਗਿਆ ਹੈ ਕਿ ਇਹ ਕੀ ਹੈ, ਕਿਉਂ ਹੈ, ਤੇ ਖਾਲਸੇ ਦੀ ਕੀ ਮਹੱਤਤਾ ਹੈ, ਤੇ ਆਪਾਂ ਨੂੰ ਕੀ ਇਸ ਤੋਂ ਸੇਧ ਮਿਲਦੀ ਹੈ। ਗਿਆਨੀ ਗੁਰਵਿੰਦਰ ਸਿੰਘ ਦੀ ਨੰਗਲੀ, ਜਿਨ੍ਹਾਂ ਦਾ ਸਾਡੇ KPA ਚੈਨਲ ਖਾਲਸਾ ਪੰਥ ਅਮਰੀਕਾ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜਿਹੜੇ ਛਤਰੀ ਨੇ ਉਹ ਦੁਸ਼ਹਿਰਾ ਮਨਾਉਂਦੇ ਨੇ, ਤੇ ਗੁਰੂ ਕਾ ਖਾਲਸਾ ਵੀ ਛਤਰੀ ਹੈ। ਤੇ ਖਾਲਸਾ ਕਿਸ ਤਰੀਕੇ ਦੇ ਨਾਲ ਇਹ ਦੁਸ਼ਹਿਰਾ ਮਨਾਉਂਦੇ, ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਜਿਹੜੇ ਹਿੰਦੂ ਲੋਕ ਨੇ ਉਹ ਤੇ ਰਾਵਣ ਆਦਿਕ ਦੀਆਂ ਝਾਕੀਆਂ ਕੱਢ ਕੇ ਪੁਤਲੇ ਫੂਕ ਕੇ ਇਹੋ ਜਿਹੇ ਕਰਮ ਕਰਕੇ ਦੁਸ਼ਹਿਰਾ ਮਨਾਉਂਦੇ ਨੇ, ਪਰ ਗੁਰੂ ਕੇ ਖਾਲਸੇ ਨੇ ਐਸੀ ਰੀਤੀ ਨਹੀਂ ਕਰਨੀ। ਜਿਹੜਾ ਛਤਰੀ ਹੁੰਦਾ ਹੈ ਉਹਦਾ ਇਸ਼ਟ ਸ਼ਸਤਰ ਹੁੰਦਾ ਹੈ, ਤੇ ਗੁਰੂ ਕੇ ਖਾਲਸੇ ਨੇ ਸ਼ਸਤਰ ਦਿਵਸ ਮਨਾਉਣਾ ਹੈ। ਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ ਜੀ ਦੁਸ਼ਹਿਰਾ ਆਪ ਜੀ ਨੇ ਦੱਸਿਆ ਕਿ ਅਸਾਂ ਨੇ ਰਾਵਣ ਆਦਿਕ ਦੀਆਂ ਝਾਕੀਆਂ ਨਹੀਂ ਕੱਢਣੀਆਂ ਤੇ ਸ਼ਸਤਰਾਂ ਦੀ ਪੂਜਾ ਕਰਨੀ। ਤੇ ਦੀਵਾਲੀ ਦੇ ਪੁਰਬ ਦੇ ਉੱਪਰ ਜਿਹੜੇ ਗ੍ਰਸਤੀ ਲੋਕ ਨੇ ਜਾਂ ਪੰਡਿਤ ਲੋਕ ਨੇ ਉਹ ਲక్ష్ਮੀ ਦੀ ਪੂਜਾ ਕਰਦੇ ਨੇ। ਤੇ ਗੁਰੂ ਕੇ ਖਾਲਸੇ ਨੇ ਦੀਵਾਲੀ ਕਿਵੇਂ ਮਨਾਉਣੀ ਹੈ? ਗੁਰੂ ਕੇ ਖਾਲਸੇ ਨੇ ਵੀ ਕੋਈ ਐਸਾ ਹੀ ਲక్ష్ਮੀ ਪੂਜਨ ਇਤਿਆਦਿ ਕਰਨਾ ਹੈ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਵੀ ਗੁਰੂ ਕੇ ਖਾਲਸੇ ਨੇ ਮਾਇਆ ਨੂੰ ਨਹੀਂ ਪੂਜਣਾ, ਮਾਇਆ ਦੇ ਪਤੀ ਨੂੰ ਪੂਜਣਾ ਹੈ।
ਮਹਾਰਾਜ ਸਾਹਿਬ ਨੇ ਦਸਮ ਗ੍ਰੰਥ ਦਾ ਉਚਾਰਨ ਕੀਤਾ, ਫਿਰ ਉਸ ਸਮੇਂ ਫਿਰ ਸਰਬਲੋਕ ਗ੍ਰੰਥ ਅਲੱਗ ਕਿਉਂ ਲਿਖਣਾ ਪਿਆ? ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਤੇ ਵਿਦਿਆ ਸਾਗਰ ਗ੍ਰੰਥ ਲਿਖਿਆ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ। ਉਹ 9 ਮਨ ਦਾ ਗ੍ਰੰਥ ਸੀ, ਪੰਥ ਕੋਲ ਹੈ। ਤੇ ਉਹ ਗ੍ਰੰਥ ਜਿਸ ਵਕਤ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਿਆਗਿਆ ਤੇ ਸਰਸਾ ਦੀ ਭੇਟ ਹੋ ਗਿਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਹੁਤ ਸਾਰੀ ਬਾਣੀ ਆਪਣੇ ਜੀਵਨ ਕਾਲ ਦੇ ਵਿੱਚ ਰਚੀ ਤੇ ਆਪਣੇ 52 ਕਵੀਆਂ ਦੇ ਕੋਲੋਂ ਲਿਖਵਾਈ। ਤੇ ਮਹਾਰਾਜ ਸਾਹਿਬ ਜੀ ਨੇ ਆਪਣੀ ਹਜ਼ੂਰੀ ਵਿੱਚ 32 ਲਿਖਾਰੀ ਰੱਖੇ ਸਨ ਤੇ ਉਹਨਾਂ ਲਿਖਾਰੀਆਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ। ਤੇ ਉਸ ਵਕਤ ਦੇਵੀ ਤੇ ਦੇਵਤੇ ਇਕੱਠੇ ਹੋ ਕੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਵਿੱਚ ਗਏ ਤੇ ਅਕਾਲ ਪੁਰਖ ਪਰਮੇਸ਼ਰ ਨੇ ਫਿਰ ਸਰਬਲੋ ਦਾ ਅਵਤਾਰ ਧਾਰ ਕੇ ਉਹ ਰਾਖਸ਼ ਦਾ ਅੰਤ ਕੀਤਾ, ਦੇਵੀ ਅਤੇ ਦੇਵਤਿਆਂ ਦੀ ਰੱਖਿਆ ਕੀਤੀ। ਇਹ ਦੇਵੀ ਨੂੰ ਸੰਬੋਧਨ ਹੋ ਕੇ ਲਿਖਿਆ ਕਿ ਜਾਂ ਗੁਰੂ ਸਾਹਿਬ ਨੇ? ਦੇਖੋ ਜੀ, ਇਹ ਗ੍ਰੰਥ ਮਹਾਰਾਜ ਸਾਹਿਬ ਜੀ ਨੇ ਜਿਹੜਾ ਲਿਖਿਆ ਹੈ ਨਾ, ਮੰਗਲਾਚਰਨ। ਮੰਗਲਾ ਦਾ ਅਰਥ ਹੈ ਦੇਵੀ ਤੇ ਚਰਨ ਦਾ ਅਰਥ ਹੈ ਚਰਨ। ਦੇਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਕੇ ਬੈਠੀ। ਸ਼ਕਤੀ ਹਮੇਸ਼ਾ ਹੀ ਸ਼ਕਤੀ ਦੇ ਅਧੀਨ ਹੁੰਦੀ ਹੈ। ਦੇਵੀ ਸ਼ਕਤੀ ਹੈ ਤੇ ਸਰਬਲੋ ਦੇਵ ਸ਼ਕਤਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਐਸਾ ਇਹ ਪ੍ਰਸੰਗ ਲਿਖਿਆ ਹੈ। ਇਹਦੇ ਤੋਂ ਇੱਕ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਪਤਨੀ ਪਤੀ ਦੇ ਅਧੀਨ ਹੋ ਕੇ ਚੱਲੇ, ਕਿਉਂਕਿ ਇਹਦੇ ਵਿੱਚ ਸਰਬਲੋ ਦੀ ਕਥਾ ਦਾ ਪ੍ਰਕਾਸ਼ ਹੁੰਦਾ ਹੈ। ਤੇ ਇਹ ਗ੍ਰੰਥ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤਾ ਹੈ ਕਿ ਜਦੋਂ ਵੀ ਕੋਈ ਹਾਰ ਕੇ ਹੰਬ ਕੇ, ਜਿਹਨੂੰ ਕੋਈ ਦੁਨੀਆ ਦੇ ਵਿੱਚ ਆਸਰਾ ਨਹੀਂ ਦਿੰਦਾ, ਢੋਈ ਕੋਈ ਨਾ ਦੇ, ਜਿਹਨੂੰ ਕੋਈ ਢੋਈ ਨਾ ਦਵੇ, ਚੇਤੇ ਆਵੇ ਉਸ ਪਾਰ ਬ੍ਰਹਮ ਲੱਗਿਆ ਨਾ ਤੱਤੀ ਵਾਓ। ਉਹਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚੇਤੇ ਆ ਜਾਵੇ ਤੇ ਉਹਨੂੰ ਤੱਤੀ ਵਾਹ ਨਹੀਂ ਲੱਗਦੀ। ਸਭੋ ਭਜੇ ਆਸਰਾ ਢੋਈ ਕੋਈ ਨਾ ਦੇ। ਜਦੋਂ ਸਾਰੇ ਆਸਰੇ ਭੱਜ ਜਾਣ ਤੇ ਕੋਈ ਢੋਈ ਨਾ ਦੇਵੇ, ਉਦੋਂ ਅਕਾਲ ਪੁਰਖ ਢੋਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। KPA TV ਚੈਨਲ ਤੇ ਸਾਰਿਆਂ ਸੱਜਣਾਂ ਦਾ ਧੰਨਵਾਦ ਜੀ ਆਇਆਂ ਨੂੰ। ਅੱਜ ਆਪਣੇ ਨਾਲ ਗਿਆਨੀ ਗੁਰਵਿੰਦਰ ਸਿੰਘ ਜੀ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਆਪਣੇ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਦੇ ਨਾਲ ਅੱਜ ਆਪਾਂ ਸ਼੍ਰੀ ਸਰਬਲੋਕ ਗ੍ਰੰਥ ਦੇ ਬਾਬਤ ਜਾਣਕਾਰੀ ਪ੍ਰਾਪਤ ਕਰਦੇ ਹਾਂ। ਆਓ ਗਿਆਨੀ ਜੀ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਸਰਬਲੋਕ ਗ੍ਰੰਥ ਕੀ ਹੈ? ਸਰਬਲੋਕ ਗ੍ਰੰਥ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਲਿਖਿਆ ਮਹਾਨ ਸਾਹਿਤ ਹੈ, ਜਿਹਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਕੀ ਰੱਛਾ ਹਮਨੈ, ਸਰਬਲੋ ਦੀ ਰੱਛਾ ਹਮਨੈ, ਸਰਬ ਕਾਲ ਜੀ ਦੀ ਰੱਛਾ ਹਮਨੈ, ਸਰਬਲੋ ਜੀ ਦੀ ਸਦਾ ਰੱਛਾ ਹਮਨੈ। ਇਹ ਜੋ ਅਕਾਲ ਉਸਤਤ ਦੇ ਸ਼ੁਰੂ ਵਿੱਚ ਸ਼ਲੋਕ ਆਉਂਦੇ ਨੇ, ਇਹਨਾਂ ਦੀ ਸੱਚੇ ਪਾਤਸ਼ਾਹ ਜੀ ਨੇ ਭਰਪੂਰ ਵਿਆਖਿਆ ਕੀਤੀ ਹੈ। ਪਿਆਰੇ ਭਾਈ ਦਇਆ ਸਿੰਘ ਜੀ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਕਸਰ ਪੁੱਛਦੇ ਰਹਿੰਦੇ, ਸੱਚੇ ਪਾਤਸ਼ਾਹ ਜੀ, ਜੋ ਆਪ ਜੀ ਨੇ ਸਰਬਲੋ ਕਹਿ ਕਰਕੇ ਤੇ ਸਰਬਲੋ ਦੇ ਕੋਲੋਂ ਰੱਖਿਆ ਦੀ ਮੰਗ ਕੀਤੀ ਹੈ, ਇਹ ਸਰਬਲੋ ਅਵਤਾਰ ਕਦੋਂ ਹੋਇਆ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਦੀ ਧਰਤੀ ਦੇ ਉੱਪਰ ਗਏ ਨੇ, ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਇਹ ਗ੍ਰੰਥ ਦੀ ਰਚਨਾ ਕੀਤੀ ਹੈ। ਤੇ ਇਸ ਗ੍ਰੰਥ ਵਿੱਚ ਹੀ ਲਿਖਿਆ, ਅਕਾਲ ਉਸਤਤ ਕੇ ਆਦਿ ਸ਼ਲੋਕ ਜੀ ਸਰਬਲੋਕ ਹੀ ਰਚਿਆ। ਜੋ ਅਕਾਲ ਉਸਤਤ ਦੇ ਮੁੱਢ ਵਿੱਚ ਸ਼ਲੋਕ ਆਉਂਦਾ ਹੈ, ਸਰਬਲੋ ਦੀ ਰਚਿਆ ਵਾਲਾ, ਉਸ ਸਰਬਲੋ ਅਵਤਾਰ ਦੇ ਵਿਖਿਆਨ ਵਿੱਚ ਉਹ ਸਰਬਲੋ ਗ੍ਰੰਥ ਅਵਤਾਰ ਦਾ ਜੋ ਪ੍ਰਸੰਗ ਹੈ, ਇਸ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਇਹ ਗ੍ਰੰਥ ਕਿਉਂ ਲਿਖਣਾ ਪਿਆ ਜੀ? ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਗ੍ਰੰਥ, ਇੱਕ ਤੇ ਜਦੋਂ ਸੰਪਰਦਾਵਾਂ ਦੇ ਵਿੱਚ ਸੀਨੇ ਬਸੀਨੇ ਇਸ ਤਰੀਕੇ ਦੇ ਨਾਲ ਇਹ ਗੱਲ ਮੰਨੀ ਜਾਂਦੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਗੁਰਮੁਖ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਲਿਖਿਆ ਹੈ
ਤੇ ਇੱਕ ਸਿੱਖ ਇਤਿਹਾਸ ਦੇ ਬਹੁਤ ਵੱਡੇ ਵਿਦਵਾਨ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਫ਼ਰਨਾਮਾ ਤੇ ਜ਼ਫਰਨਾਮਾ ਲਿਖਿਆ, ਈਸ਼ਰ ਸਿੰਘ ਜੀ ਨਾਰਾ। ਉਹਨਾਂ ਨੇ ਹੋਰ ਵੀ ਪੁਸਤਕ ਲਿਖੇ ਨੇ ਅਤੇ ਇਸੇ ਹੀ ਤਰੀਕੇ ਦੇ ਨਾਲ ਸ਼੍ਰੀ ਹੇਮਕੁੰਟ ਸਾਹਿਬ ਦਾ ਇਤਿਹਾਸ। ਤੇ ਇਹਨਾਂ ਗ੍ਰੰਥਾਂ ਦੇ ਵਿੱਚ ਸਾਨੂੰ ਇਹ ਗੱਲ ਪੜ੍ਹਨ ਨੂੰ, ਸੁਣਨ ਨੂੰ, ਦੇਖਣ ਨੂੰ ਮਿਲਦੀ ਹੈ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵਕਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਪਰ ਗਏ ਨੇ ਤੇ ਮਹਾਰਾਜ ਸਾਹਿਬ ਜੀ 14 ਮਹੀਨੇ ਉਸ ਅਸਥਾਨ ਦੇ ਉੱਪਰ ਟਿਕਾ ਕਰਦੇ ਰਹੇ ਨੇ ਤੇ ਉੱਥੇ ਹੀ ਮਹਾਰਾਜ ਸਾਹਿਬ ਜੀ ਨੇ ਦਸਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਾਏ ਨੇ ਅਤੇ ਗੁਰੂ ਕੇ ਸਿੰਘਾਂ ਨੇ ਅਰਥ ਮਹਾਰਾਜ ਸਾਹਿਬ ਜੀ ਦੀ ਰਚਨਾ ਤੋਂ ਸਰਵਣ ਕੀਤੇ ਨੇ। ਤੇ ਗੁਰੂ ਖਾਲਸੇ ਦੇ ਵਿੱਚ ਇਹ ਰਵਾਇਤ ਹੈ ਵੀ ਜਦੋਂ ਦੁਸ਼ਹਿਰੇ ਦਾ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਸ਼ਾਸਤਰ ਪੂਜਨ ਦਾ ਦਿਵਸ ਮਹਾਰਾਜ ਸਾਹਿਬ ਨੇ ਮਨਾਉਣਾ ਸ਼ੁਰੂ ਕੀਤਾ। ਉੱਚੇ ਪਲੰਘੇ ਦੇ ਉੱਪਰ ਸ਼ਾਸਤਰ ਸਜਾਉਣੇ, ਪਹਿਲਾਂ ਸ਼ਾਸਤਰਾਂ ਦੀ 9 ਦਿਨ ਸੇਵਾ ਕਰਨੀ ਤੇ ਫਿਰ ਸ਼ਾਸਤਰਾਂ ਦਾ ਆਖਰੀ ਦਿਨ ਪੂਜਨ ਕਰਨਾ। ਜਾਪ ਸਾਹਿਬ, ਅਕਾਲ ਉਸਤਤ, ਚੰਡੀ ਚਰਿੱਤਰ, ਚੰਡੀ ਦੀ ਵਾਰ, ਉਗਰਦੰਤੀ, ਬ੍ਰਹਮ ਕਵਚ, ਇਹਨਾਂ ਬਾਣੀਆਂ ਦਾ ਪਾਠ ਕਰਨਾ। ਗੁਰਪ੍ਰਤਾਪ ਸੂਰਿਆ ਗ੍ਰੰਥ ਵਿੱਚ ਇਸ ਤਰੀਕੇ ਦੇ ਨਾਲ ਲਿਖਿਆ ਹੋਇਆ ਹੈ। ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਗਏ ਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ ਜੀ, ਦੁਸ਼ਹਿਰਾ ਆਪ ਜੀ ਨੇ ਦੱਸਿਆ ਕਿ ਅਸਾਂ ਨੇ ਰਾਵਣ ਆਦਿਕ ਦੀਆਂ ਝਾਕੀਆਂ ਨਹੀਂ ਕੱਢਣੀਆਂ ਤੇ ਸ਼ਸਤਰਾਂ ਦੀ ਪੂਜਾ ਕਰਨੀ ਹੈ ਤੇ ਦੀਵਾਲੀ ਦੇ ਪੁਰਬ ਦੇ ਉੱਪਰ ਜਿਹੜੇ ਗ੍ਰਸਤੀ ਲੋਕ ਨੇ ਜਾਂ ਪੰਡਿਤ ਲੋਕ ਨੇ ਉਹ ਲక్ష్ਮੀ ਦੀ ਪੂਜਾ ਕਰਦੇ ਨੇ ਤੇ ਗੁਰੂ ਕੇ ਖਾਲਸੇ ਨੇ ਦੀਵਾਲੀ ਕਿਵੇਂ ਮਨਾਉਣੀ ਹੈ? ਗੁਰੂ ਕੇ ਖਾਲਸੇ ਨੇ ਵੀ ਕੋਈ ਐਸਾ ਹੀ ਲక్ష్ਮੀ ਪੂਜਨ ਇਤਿਆਦਿ ਕਰਨਾ ਹੈ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਵੀ ਗੁਰੂ ਕੇ ਖਾਲਸੇ ਨੇ ਮਾਇਆ ਨੂੰ ਨਹੀਂ ਪੂਜਣਾ, ਮਾਇਆ ਦੇ ਪਤੀ ਨੂੰ ਪੂਜਣਾ ਹੈ, ਕਿਉਂਕਿ ਇਹ ਸੰਸਾਰ ਦੀ ਰਚਨਾ ਮਾਇਆ ਦੇ ਸੰਯੁਕਤ ਜਦੋਂ ਅਕਾਲ ਪੁਰਖ ਪਰਮੇਸ਼ਰ ਹੋਇਆ ਤੇ ਉਸ ਵਕਤ ਹੋਈ। ਕੱਲਾ ਜੋ ਨਿਰਾਕਾਰ ਹੈ ਉਹ ਸੰਸਾਰ ਦੀ ਉਤਪੱਤੀ ਨਹੀਂ ਕਰ ਸਕਦਾ। ਉਹਨੇ ਸਵਾਲ ਪੁੱਛਦੇ ਨੇ ਜੀ ਮਾਇਆ ਕਿੱਥੋਂ ਆਇਆ? ਮਹਾਰਾਜ ਦੀ ਬਾਣੀ ਵਿੱਚ ਲਿਖਿਆ, ਆਪਣੀ ਮਾਇਆ ਆਪ ਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁਰੰਗੀ, ਸਭ ਤੇ ਰਹੇ ਨਿਆਰਾ। ਜਪਜੀ ਸਾਹਿਬ ਵਿੱਚ ਤੁਕ ਆਉਂਦੀ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਦੋਂ ਮਾਈ ਦਾ ਅਰਥ ਹੁੰਦਾ ਮਾਇਆ ਸੰਯੁਗਤ ਹੋਇਆ ਤੇ ਉਸ ਵਕਤ ਇਹ ਮਾਇਆ ਪ੍ਰਸੂਤ ਹੋਈ, ਉਹਦੇ ਵਿੱਚੋਂ 3 ਗੁਣ ਕਹਿ ਲਓ ਜਾਂ 3 ਦੇਵਤੇ ਕਹਿ ਲਓ ਪੈਦਾ ਹੋਏ, ਉਸ ਤੋਂ ਸੰਸਾਰ ਦਾ ਕਾਰ ਵਿਵਹਾਰ ਚੱਲਿਆ ਤੇ ਮਹਾਰਾਜ ਕਹਿਣ ਲੱਗੇ ਉਹ ਸਰਗੁਣ ਸਰੂਪ ਦੀ ਗੁਰੂ ਕੇ ਖਾਲਸੇ ਨੇ ਪੂਜਾ ਕਰਨੀ ਤੇ ਮਹਾਰਾਜ ਨੇ ਸ੍ਰੀ ਮਾਇਆ ਦਾ ਅਸਤੋਤਰ ਉਚਾਰਿਆ। ਤੋ ਜਿਵੇਂ ਆਮ ਸ਼ਬਦ ਪੁਰਖ ਵਾਸਤੇ ਆਪਾਂ ਵਰਤਦੇ ਹਾਂ ਸ੍ਰੀਮਾਨ, ਸ੍ਰੀਮਾਨ ਦਾ ਅਰਥ ਹੁੰਦਾ ਹੈ ਜੋ ਮਾਨ ਵਾਲਾ ਹੋਵੇ। ਸ੍ਰੀ ਦਾ ਅਰਥ ਵਾਲਾ ਤੇ ਮਾਨ ਮੈਨੇ ਸਤਿਕਾਰ। ਅਤੇ ਜਿਹੜੀ ਔਰਤ ਮੱਤ ਵਾਲੀ ਹੋਵੇ ਉਹਨੂੰ ਕਹਿ ਦਿੰਦੇ ਆ ਜੀ ਸ੍ਰੀਮਤੀ, ਮੱਤ ਵਾਲੀ ਔਰਤ। ਇੱਦਾਂ ਹੀ ਸੱਚੇ ਪਾਤਸ਼ਾਹ ਜੀ ਨੇ ਸਤੋਤਰ ਬਣਾਇਆ ਸ੍ਰੀ ਮਾਇਆ, ਮਾਇਆ ਤੇ ਮਾਇਆ ਵਾਲਾ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਸੰਸਕ੍ਰਿਤ ਦੇ ਵਿਦਵਾਨਾਂ ਨੇ ਸ੍ਰੀ ਦਾ ਅਰਥ ਸ਼੍ਰੇ ਵੀ ਕੀਤਾ ਹੈ। ਸ਼੍ਰੇ ਮੁਕਤੀ ਨੂੰ ਕਹਿੰਦੇ, ਜੋ ਮੁਕਤੀ ਦੇਵੇ ਉਹ ਅਕਾਲ ਪੁਰਖ ਤੇ ਮਾਇਆ ਦੋਨਾਂ ਨੇ ਮਿਲ ਕੇ ਸੰਸਾਰ ਦੀ ਉਤਪੱਤੀ ਕੀਤੀ ਹੈ। ਤੇ ਉਹ ਐਸਾ ਜੋ ਪਰਮੇਸ਼ਰ ਦਾ ਭਵਾਨੀ ਸਰੂਪ ਹੈ, ਪਰਮੇਸ਼ਰ ਦਾ ਸਰਗੁਣ ਸਰੂਪ ਹੈ, ਬੈਰਾਟ ਸਰੂਪ ਹੈ, ਉਹਦੀ ਵਿਆਖਿਆ ਮਹਾਰਾਜ ਸਾਹਿਬ ਜੀ ਨੇ ਕੀਤੀ। ਪਿਆਰੇ ਭਾਈ ਦਇਆ ਸਿੰਘ ਦੇ ਪੁੱਛਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਲਿਖਾਉਣਾ ਸ਼ੁਰੂ ਕੀਤੀ। ਜਦੋਂ ਮਹਾਰਾਜ ਸਾਹਿਬ ਨੇ ਦਸਮ ਗ੍ਰੰਥ ਦਾ ਉਚਾਰਨ ਕੀਤਾ ਫਿਰ ਉਸ ਸਮੇਂ ਫਿਰ ਸਰਬਲੋਕ ਗ੍ਰੰਥ ਅਲੱਗ ਕਿਉਂ ਲਿਖਣਾ ਪਿਆ? ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਤੇ ਵਿਦਿਆ ਸਾਗਰ ਗ੍ਰੰਥ ਲਿਖਿਆ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ। ਉਹ 9 ਮਨ ਦਾ ਗ੍ਰੰਥ ਸੀ, ਪੰਥ ਕੋਲ ਹੈ। ਤੇ ਉਹ ਗ੍ਰੰਥ ਜਿਸ ਵਕਤ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਿਆਗਿਆ ਤੇ ਸਰਸਾ ਦੀ ਭੇਟ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਹੁਤ ਸਾਰੀ ਬਾਣੀ ਆਪਣੇ ਜੀਵਨ ਕਾਲ ਦੇ ਵਿੱਚ ਰਚੀ ਤੇ ਆਪਣੇ 52 ਕਵੀਆਂ ਦੇ ਕੋਲੋਂ ਲਿਖਵਾਈ ਤੇ ਮਹਾਰਾਜ ਸਾਹਿਬ ਜੀ ਨੇ ਆਪਣੀ ਹਜ਼ੂਰੀ ਵਿੱਚ 32 ਲਿਖਾਰੀ ਰੱਖੇ ਸਨ ਤੇ ਉਹਨਾਂ ਲਿਖਾਰੀਆਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ। ਮਹਾਰਾਜ ਸਾਹਿਬ ਜੀ ਜਿਹੜੀ ਰਚਨਾ ਕਰਦੇ ਬਾਬਾ ਜੀ
ਉਹ ਰਚਨਾ ਦੇ ਅੱਗੇ ਉਤਾਰੇ ਕਰਵਾਉਂਦੇ 32 ਲਿਖਾਰੀਆਂ ਦੇ ਕੋਲੋਂ। ਫਿਰ ਉਹਨਾਂ ਸਮਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸੀ ਛਪਦੇ, ਕਿਉਂਕਿ ਪ੍ਰੈਸਾਂ ਆਦਿਕਾਂ ਦਾ ਤੇ ਕੋਈ ਪ੍ਰਬੰਧ ਨਹੀਂ ਸੀ। ਉਹਨਾਂ ਸਮਿਆਂ 'ਚ ਜਦੋਂ ਕਿਸੇ ਗੁਰਸਿੱਖ ਨੇ ਜਾਣਾ ਤੇ ਮਹਾਰਾਜ ਨੇ ਵਿਸਾਖੀ ਤੇ ਹੋਲੇ ਮਹੱਲੇ ਤੇ ਬਖਸ਼ਿਸ਼ ਰੂਪ ਦੇ ਵਿੱਚ ਕੋਈ ਮੁਖੀ ਸਿੰਘ ਜਾਣ ਕੇ ਉਹਨੂੰ ਇੱਕ ਪੋਥੀ ਦੇ ਦੇਣੀ ਤੇ ਨਾਲ ਉਹਨੂੰ ਸਿਰੋਪਾਓ ਦੇਣਾ ਤੇ ਕਹਿਣਾ ਆਪਣੇ ਗੁਰਦੁਆਰੇ ਗੁਰਧਾਮ ਧਰਮਸ਼ਾਲਾ ਵਿੱਚ ਇਹ ਪੋਥੀ ਦਾ ਪ੍ਰਕਾਸ਼ ਕਰੋ, ਇਹ ਬਾਣੀ ਦਾ ਪ੍ਰਚਾਰ ਕਰੋ ਤੇ ਸਿੱਖਾਂ ਨੂੰ ਪੜ੍ਹਾਓ। ਅਤੇ ਜਿਸ ਵਕਤ ਸਰਸਾ ਨਦੀ ਦੀ ਭੇਟ ਮਹਾਰਾਜ ਸਾਹਿਬ ਜੀ ਦਾ ਵਿਦਿਆ ਸਾਗਰ ਗ੍ਰੰਥ ਭੇਟ ਹੋ ਗਿਆ ਤੇ ਉਹਦੇ ਤੋਂ ਬਾਅਦ ਪਿਆਰੇ ਭਾਈ ਮਨੀ ਸਿੰਘ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਤੇ ਹੋਰਨਾਂ ਅਨੇਕਾਂ ਗੁਰੂ ਕਿਆਂ ਸਿੱਖਾਂ ਨੇ ਯਤਨ ਕੀਤਾ ਵੀ 10ਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਇਕੱਠਿਆਂ ਕੀਤਾ ਜਾਵੇ। ਫਿਰ ਉਹਨਾਂ ਨੂੰ ਜਿੱਥੇ ਜਿੱਥੇ ਪਤਾ ਸੀ ਵੀ ਆਹ ਸਿੱਖ ਕੋਲ ਇਹ ਬਾਣੀ ਹੈਗੀ ਹੈ, ਉਹਨਾਂ ਨੇ ਪੱਤਰ ਭੇਜੇ ਅਤੇ ਉਹ ਪੱਤਰ ਭੇਜ ਕੇ ਜਿਹੜੀ ਪੋਥੀ ਮਿਲਦੀ ਗਈ ਉਹ ਪੋਥੀ ਲੈ ਕੇ ਤੇ ਉਹ ਸਰੂਪਾਂ ਦੇ ਵਿੱਚ ਦਰਜ ਕੀਤੀ। ਫਿਰ ਜਿਹੜੇ ਪੁਰਾਣੇ ਸਾਨੂੰ ਹੱਥ ਲਿਖਤ 10ਵੇਂ ਪਾਤਸ਼ਾਹ ਜੀ ਦੇ ਸਰੂਪ ਮਿਲਦੇ ਨੇ ਉਹਨਾਂ ਵਿੱਚ ਜਿਵੇਂ ਹੁਣ ਛਾਪੇ ਦਾ ਤذਕਰਾ ਹੈ ਐਸਾ ਤذਕਰਾ ਨਹੀਂ। ਕਿਸੇ ਦੇ ਵਿੱਚ ਜਾਪ ਸਾਹਿਬ ਲਿਖ ਕੇ ਬਾਅਦ ਵਿੱਚ ਅਵਤਾਰਾਂ ਦੀ ਕਥਾ ਹੈ, ਬਾਅਦ ਵਿੱਚ ਚੰਡੀ ਆਉਂਦੀ ਹੈ। ਕਿਸੇ ਦੇ ਵਿੱਚ ਜਾਪ ਸਾਹਿਬ ਲਿਖ ਕੇ ਅਕਾਲ ਉਸਤਤ ਲਿਖ ਕੇ ਤੇ ਬਾਅਦ ਵਿੱਚ ਚੰਡੀ ਚਰਿੱਤਰ ਆ ਜਾਂਦੇ ਨੇ, ਬਚਿੱਤਰ ਨਾਟਕ ਪਿੱਛੇ ਹੈ। ਕਈਆਂ ਦੇ ਚਰਿੱਤਰ ਪਹਿਲਾਂ ਲਿਖੇ ਨੇ ਤੇ ਦੂਸਰੀ ਅਵਤਾਰਾਂ ਦੀ ਕਥਾ ਪਿੱਛੇ ਲਿਖੀ ਹੈ। ਐਸੇ ਅਨੇਕਾਂ ਤਰੀਕਿਆਂ ਦੇ ਸਰੂਪ 10ਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਸਾਨੂੰ ਪ੍ਰਾਪਤ ਹੁੰਦੇ ਨੇ। ਪਿਆਰੇ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੀ ਆਗਿਆ ਵਿੱਚ ਰਹਿ ਕਰਕੇ 10ਵੇਂ ਪਾਤਸ਼ਾਹ ਜੀ ਬਾਣੀ ਨੂੰ ਇਕੱਠਿਆਂ ਕੀਤਾ ਅਤੇ 10ਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਇਕੱਠਿਆਂ ਕਰਦਿਆਂ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਵਿੱਚ ਭਾਈ ਮਨੀ ਸਿੰਘ ਜੀ ਰਹਿੰਦੇ ਸਨ ਤੇ ਮਾਤਾ ਜੀ ਦਿੱਲੀ 'ਚ ਰਹਿੰਦੇ ਸੀ। ਉਹਨਾਂ ਸਮਿਆਂ 'ਚ ਫੋਨ ਇਤਿਆਦੀ ਦਾ ਕੋਈ ਐਸਾ ਸਿਸਟਮ ਨਹੀਂ ਸੀ ਹੁੰਦਾ, ਪੱਤਰ ਲਿਖ ਕੇ ਭੇਜੇ ਜਾਂਦੇ ਸਨ ਤੇ ਪਿਆਰੇ ਭਾਈ ਮਨੀ ਸਿੰਘ ਜੀ ਨੇ ਪੱਤਰ ਲਿਖ ਕੇ ਭੇਜਿਆ ਮਾਤਾ ਜੀ ਨੂੰ। ਉਹ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਭਾਈ ਮਨੀ ਸਿੰਘ ਸਾਹਿਬ ਜੀ ਨੇ ਖੋਜ ਕੀਤੀ, ਖੋਜ ਕਰਕੇ ਬਾਣੀ ਇਕੱਤਰ ਕੀਤੀ ਤੇ ਕੁਝ ਬਾਣੀ ਬਾਹਰ ਵੀ ਰਹਿ ਗਈ ਜਿਹੜੀ ਉਹਨਾਂ ਨੂੰ ਨਹੀਂ ਪ੍ਰਾਪਤ ਹੋਈ। ਉਹਨਾਂ ਨੂੰ ਭਾਲ ਸੀ ਕ੍ਰਿਸ਼ਨ ਅਵਤਾਰ ਦੇ ਬਾਬਤ। ਉਹਨਾਂ ਲਿਖਿਆ ਕਿ ਮਾਤਾ ਜੀ ਮੈਨੂੰ ਕ੍ਰਿਸ਼ਨ ਅਵਤਾਰ ਦਾ ਪੂਰਬਾਰਧ ਮਿਲ ਗਿਆ, ਉਤਰਾਰਧ ਨਹੀਂ ਮਿਲਿਆ। ਭਾਵ ਮੈਨੂੰ ਪਹਿਲਾ ਹਿੱਸਾ ਮਿਲ ਗਿਆ ਹੈ, ਬਾਅਦ ਦਾ ਹਿੱਸਾ ਮੈਨੂੰ ਪ੍ਰਾਪਤ ਨਹੀਂ ਹੋਇਆ। ਜੋ 10ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਜੋ ਗ੍ਰੰਥ ਹੈ ਜੋ ਸਾਡੇ ਕੋਲ ਛਾਪੇ ਦਾ ਹੁਣ ਮੌਜੂਦ ਹੈ, ਉਹਦੇ ਵਿੱਚ ਕ੍ਰਿਸ਼ਨ ਅਵਤਾਰ ਦਾ ਪੂਰਬਾਰਧ ਭਾਵ ਜਨਮ ਤੋਂ ਲੈ ਕੇ ਅੱਧ ਵਿਚਕਾਰ ਤੱਕ ਦੀ ਕਥਾ ਹੈ। ਅੱਧ ਵਿਚਕਾਰ ਤੋਂ ਲੈ ਕੇ ਅਖੀਰ ਤੱਕ ਦੀ ਕਥਾ ਉਹਦੇ ਵਿੱਚ ਨਹੀਂ ਹੈ। ਤੋ ਇਸ ਤਰੀਕੇ ਦੇ ਨਾਲ ਇੱਕ ਚਰਿੱਤਰ 405 ਗਿਣਤੀ ਹੈ, 404 ਹੀ ਚਰਿੱਤਰ ਸਾਨੂੰ ਮਿਲਦੇ ਨੇ। ਇਸ ਤਰੀਕੇ ਦੇ ਨਾਲ ਇਹ ਛਾਪੇ ਦੀ ਜਿਹੜੀਆਂ ਬੀੜਾਂ ਨੇ ਇਹਨਾਂ ਵਿੱਚ ਉਹ ਬਾਣੀ ਅਜੇ ਗੁਪਤ ਵੀ ਹੈ ਜਿਹੜੀ ਸੱਚੇ ਪਾਤਸ਼ਾਹ ਜੀ ਨੇ ਲਿਖਾਈ ਸੀ ਅਤੇ ਮਹਾਰਾਜ ਸਾਹਿਬ ਜੀ ਨੇ ਪੋਥੀਆਂ ਦੇ ਕੇ ਗੁਰੂ ਕੇ ਸਿੱਖਾਂ ਨੂੰ ਭੇਜਿਆ। ਹੁਣ ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਆ ਗਿਆ, ਉਹ ਜਿਹੜੀਆਂ ਪੋਥੀ ਸਾਹਿਬ ਨੇ ਉਹ ਪ੍ਰਗਟ ਹੋ ਰਹੀਆਂ ਨੇ ਕਿਉਂਕਿ ਅੱਜ ਕੱਲ੍ਹ ਫੋਟੋ ਖਿੱਚੋ ਬੈਠੇ ਇੱਥੇ ਹੈ, ਅਮਰੀਕਾ ਵਿੱਚ ਫੋਟੋ ਚਲੀ ਜਾਂਦੀ ਹੈ। ਉਹ ਹੌਲੀ ਹੌਲੀ ਜਿਹੜੀਆਂ ਗੁਪਤ ਵਸਤੂਆਂ ਨੇ ਉਹ ਪ੍ਰਗਟ ਹੋ ਰਹੀਆਂ ਨੇ। ਜਿਵੇਂ ਪਿਆਰਾ ਸਿੰਘ ਜੀ ਪਦਮ ਨੇ ਲਿਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਤਾਂ ਦੇ ਜੀਵਨ ਦਾ ਇੱਕ ਗ੍ਰੰਥ ਵੀ ਲਿਖਿਆ ਸੀ, ਪ੍ਰੇਮ ਅੰਬੋਧ, ਜਿਹਦੇ ਵਿੱਚ ਮਹਾਰਾਜ ਨੇ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਉਹ ਇੱਕ ਮਹਾਰਾਜ ਦਾ ਗ੍ਰੰਥ ਸੀ ਤੇ ਉਹਦੀ 1753 ਸ਼ਾਇਦ ਬਿਕਰਮੀ ਹੈ ਤੇ ਉਹ ਸਾਡੇ ਕੋਲ ਗ੍ਰੰਥ ਹੈ। ਸਰਬਲੂ ਬੁੰਗਾ ਨੰਗਲੀ ਦੇ ਵਿੱਚ ਉਹ ਗ੍ਰੰਥ ਸ਼ੁਭਾਇਮਾਨ ਹੈ ਹੱਥ ਲਿਖਤ, ਉਹਦੀ ਇੱਕ ਕਾਪੀ। ਕੱਟੂ ਦੇ ਵਿੱਚ ਬਾਬਾ ਧਿਆਨ ਸਿੰਘ ਜੀ ਹੋਏ ਨੇ, ਉਹਨਾਂ ਨੇ ਦਸਮ ਦੀ ਬਾਣੀ ਦਾ ਬੜਾ ਪ੍ਰਚਾਰ ਕੀਤਾ। ਉਹਨਾਂ ਨੇ ਇੱਕ ਸਰਬਲੋ ਪ੍ਰਕਾਸ਼ ਗ੍ਰੰਥ ਦੀ ਤੇ ਦਸਮ ਦੀ ਬੀੜ ਇਕੱਠੀ ਵੀ ਤਿਆਰ ਕੀਤੀ ਤੇ ਦੂਸਰਾ ਜੋ ਦਸਮ ਦੀ ਬਾਣੀ ਹੈ ਤੇ ਸਰਬਲੋ ਦੀ ਬਾਣੀ ਹੈ, ਇਹਦਾ ਆਪਸ ਵਿੱਚ ਬਹੁਤ ਗਹਿਰਾ ਸੰਬੰਧ ਹੈ। ਇਹ ਬਾਣੀ ਜੁਦਾ ਜੁਦਾ ਨਹੀਂ ਹੈ। ਇਹ ਤੇ ਗ੍ਰੰਥ ਸਾਹਿਬ ਭਾਰਾ ਨਾ ਹੋ ਜਾਵੇ ਇਸ ਵਾਸਤੇ ਇਹਨੂੰ 2 ਜਿਲਦਾਂ ਵਿੱਚ ਕਰ ਦਿੱਤਾ। ਸਰਬਲੋ ਗ੍ਰੰਥ ਨਾ ਕਿਉਂ ਦਿੱਤਾ ਗਿਆ, ਇਸ ਦਾ ਕੀ ਮਤਲਬ? ਸਰਬਲੋ ਗ੍ਰੰਥ ਤਾਂ ਦਿੱਤਾ ਗਿਆ ਨਾ ਕਿਉਂਕਿ ਇਹਦੇ ਵਿੱਚ ਸਰਬਲੋ ਅਵਤਾਰ ਦੀ ਕਥਾ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਮ ਲਿਖਿਆ ਹੈ, ਮਹਾਰਾਜ ਨੇ ਇਸ ਗ੍ਰੰਥ ਦਾ ਨਾਮ ਲਿਖਿਆ ਮੰਗਲਾਚਰਨ ਤੇ ਮੰਗਲਾਚਰਨ ਦਾ ਅਰਥ ਹੁੰਦਾ ਮੰਗਲਾ ਨਾਮ ਦੇਵੀ ਦਾ ਹੈ, ਦੁਰਗਾ ਦੇਵੀ ਦਾ। ਤੇ ਇਹਦੇ ਵਿੱਚ ਐਸਾ ਵਰਤਾਂਤ ਚੱਲਦਾ ਹੈ ਕਿ ਦੁਰਗਾ ਦੇਵੀ ਦਾ ਜੰਗ ਹੁੰਦਾ ਹੈ, ਇੱਕ ਭੀਮਨਾਦ ਦੈਂਤ ਹੁੰਦਾ ਹੈ। ਉਹ ਦੈਂਤ
ਨੂੰ ਦੁਰਗਾ ਦੇਵੀ ਮਾਰ ਦਿੰਦੀ ਹੈ ਤੇ ਉਸ ਵਕਤ ਫਿਰ ਭੀਮਨਾਥ ਦਾ ਭਰਾ ਹੁੰਦਾ ਹੈ ਵੀਰਯਨਾਥ, ਜਿਹਨੂੰ ਬੀਰਜਨਾਥ ਵੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ। ਤੋ ਬੀਰਜ ਦਾ ਅਰਥ ਹੁੰਦਾ ਹੈ ਉਤਪੱਤੀ ਤੇ ਨਾਦ ਦਾ ਅਰਥ ਹੁੰਦਾ ਆਵਾਜ਼। ਜਦੋਂ ਉਹ ਬੋਲਦਾ ਸੀ ਉਹਦੀ ਆਵਾਜ਼ ਵਿੱਚੋਂ ਦੈਂਤ ਪੈਦਾ ਹੁੰਦੇ ਸਨ ਤੇ ਦੇਵੀ ਅਸਮਰੱਥ ਹੋਈ ਉਹਨੂੰ ਮਾਰਨ ਤੋਂ, ਕਿਉਂਕਿ ਉਹ ਜਿੰਨੇ ਦੈਂਤ ਮਾਰਦੀ ਸੀ ਉਹਨੇ ਦੈਂਤ ਹੋਰ ਪੈਦਾ ਹੁੰਦੇ ਜਾਂਦੇ ਸਨ। ਤੇ ਉਸ ਵਕਤ ਦੇਵੀ ਤੇ ਦੇਵਤੇ ਇਕੱਠੇ ਹੋ ਕੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਵਿੱਚ ਗਏ ਤੇ ਅਕਾਲ ਪੁਰਖ ਪਰਮੇਸ਼ਰ ਨੇ ਫਿਰ ਸਰਬਲੋ ਦਾ ਅਵਤਾਰ ਧਾਰ ਕੇ ਉਹ ਰਾਖਸ਼ ਦਾ ਅੰਤ ਕੀਤਾ, ਦੇਵੀ ਅਤੇ ਦੇਵਤਿਆਂ ਦੀ ਰੱਖਿਆ ਕੀਤੀ। ਇਹ ਦੇਵੀ ਨੂੰ ਸੰਬੋਧਨ ਹੋ ਕੇ ਲਿਖਿਆ ਕਿ ਜਾਂ ਗੁਰੂ ਸਾਹਿਬ ਰਾਤ ਨੂੰ? ਦੇਖੋ ਜੀ, ਇਹ ਗ੍ਰੰਥ ਮਹਾਰਾਜ ਸਾਹਿਬ ਜੀ ਨੇ ਜਿਹੜਾ ਲਿਖਿਆ ਹੈ ਨਾ, ਮੰਗਲਾ ਚਰਨ, ਮੰਗਲਾ ਦਾ ਅਰਥ ਹੈ ਦੇਵੀ ਤੇ ਚਰਨ ਦਾ ਅਰਥ ਹੈ ਚਰਨ। ਦੇਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਕੇ ਪੈਂਦੀ ਹੈ। ਸ਼ਕਤੀ ਹਮੇਸ਼ਾ ਹੀ ਸ਼ਕਤੀ ਦੇ ਅਧੀਨ ਹੁੰਦੀ ਹੈ। ਦੇਵੀ ਸ਼ਕਤੀ ਹੈ ਤੇ ਸਰਬਲੋ ਦੇਵ ਸ਼ਕਤਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਐਸਾ ਇਹ ਪ੍ਰਸੰਗ ਲਿਖਿਆ ਹੈ। ਇਹਦੇ ਤੋਂ ਇੱਕ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਵੀ ਪਤਨੀ ਪਤੀ ਦੇ ਅਧੀਨ ਹੋ ਕੇ ਚੱਲੇ। ਜਿਵੇਂ ਮਹਾਰਾਜ ਸਾਹਿਬ ਜੀ ਨੇ ਨਿਮਨ ਸੁਅਖਰ ਖਮਨ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੀਸ ਕਰ ਤਾਂ ਵਸਿਆ ਵੀ ਕੰਤ। ਤੋ ਇਸ ਤਰੀਕੇ ਦਾ ਮਹਾਰਾਜ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਹੈ। ਤੇ ਇਸ ਤਰੀਕੇ ਨਾਲ ਇਹਦਾ ਨਾਮ ਮੰਗਲਾ ਚਰਨ ਤੋਂ ਅਰਥ ਤੋਂ ਹੈ ਸਰਬਲੋ। ਤੇ ਮਹਾਰਾਜ ਸਾਹਿਬ ਜੀ ਨੇ ਇਹਦਾ ਨਾਮ ਮੰਗਲਾ ਚਰਨ ਲਿਖਿਆ ਤੇ ਬਾਅਦ ਵਿੱਚ ਇਹਦਾ ਨਾਮ ਫਿਰ ਸਰਬਲੋ ਬਣ ਗਿਆ। ਤੇ ਸਰਬਲੋ ਪ੍ਰਕਾਸ਼ ਗ੍ਰੰਥ ਇਸ ਤਰੀਕੇ ਦੇ ਨਾਲ ਇਹਦਾ ਜਿਹੜਾ ਨਾਮ ਪੰਥ ਵਿੱਚ ਮਸ਼ਹੂਰ ਹੋਇਆ, ਕਿਉਂਕਿ ਇਹਦੇ ਵਿੱਚ ਸਰਬਲੋ ਦੀ ਕਥਾ ਦਾ ਪ੍ਰਕਾਸ਼ ਹੁੰਦਾ ਹੈ। ਤੇ ਇਹ ਗ੍ਰੰਥ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤਾਏ ਹੈ ਕਿ ਜਦੋਂ ਵੀ ਕੋਈ ਹਾਰ ਕੇ ਹੰਬ ਕੇ, ਜਿਹਨੂੰ ਕੋਈ ਦੁਨੀਆ ਦੇ ਵਿੱਚ ਆਸਰਾ ਨਹੀਂ ਦਿੰਦਾ, ਢੋਈ ਕੋਈ ਨਾ ਦੇ, ਜਿਹਨੂੰ ਕੋਈ ਢੋਈ ਨਾ ਦਵੇ, ਚੇਤੇ ਆਵੈ ਉਸ ਪਾਰ ਬ੍ਰਹਮ ਲੱਗਿਆ ਨਾ ਤਤੀ ਵਾਓ, ਉਹਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚੇਤੇ ਆ ਜਾਵੇ ਤੇ ਉਹਨੂੰ ਤਤੀ ਵਾਹ ਨਹੀਂ ਲੱਗਦੀ। ਸਭੋ ਭੱਜੇ ਆਸਰਾ ਢੋਈ ਕੋਈ ਨਾ ਦੇ। ਜਦੋਂ ਸਾਰੇ ਆਸਰੇ ਭੱਜ ਜਾਣ ਤੇ ਕੋਈ ਢੋਈ ਨਾ ਦੇਵੇ, ਉਦੋਂ ਅਕਾਲ ਪੁਰਖ ਢੋਈ ਦਿੰਦਾ ਹੈ। ਇਸ ਦੀ ਮਹੱਤਤਾ ਕੀ? ਇਸ ਗ੍ਰੰਥ ਦੀ ਪੰਥ ਦੇ ਵਿੱਚ ਬੜੀ ਮਹਾਨਤਾ ਹੈ ਜੀ। ਇਹ ਗ੍ਰੰਥ ਪੰਥ ਤੋਂ ਲਾਂਭੇ ਕਰ ਦਿੱਤਾ ਜਾਵੇ ਤੇ ਜਿਹੜਾ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਇਹ ਸਾਨੂੰ ਤੁਕਾਂ ਨਹੀਂ ਪ੍ਰਾਪਤ ਹੋਣਗੇ। ਇਸ ਗ੍ਰੰਥ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕੇ ਖਾਲਸੇ ਦੇ 10 ਗੁਣ, ਕਿ ਗੁਰੂ ਕੇ ਖਾਲਸੇ ਨੂੰ ਆਹ 10 ਗੁਣ ਧਾਰਨ ਕਰਨੇ ਚਾਹੀਦੇ ਨੇ ਅਤੇ ਇਹਨਾਂ ਅਵਗੁਣਾਂ ਦਾ ਤਿਆਗ ਕਰਨਾ ਚਾਹੀਦਾ ਹੈ। ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ, ਆਪਨ ਪਉ ਸ਼੍ਰੀ ਖਾਲਸੇ ਸੰਪ ਦੁਤੀਆ ਰੂਪ ਸਤਿਗੁਰੂ ਗ੍ਰੰਥਾ। ਕਈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਨਾ ਮੰਨਦੇ, ਉਹ ਇਹ ਗੱਲ ਕਹਿ ਦਿੰਦੇ ਨੇ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਭਾਵੇਂ ਸਤਿਗੁਰੂ ਸਾਹਿਬ ਜੀ ਦੇ ਮੁਖਵਾਕ ਨੇ, ਬੋਝ ਪੋਥੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਲਿਖੇ ਬਚਨ ਸਨ, ਪਰ ਕਈ ਇਹ ਗੱਲ ਕਹਿ ਦਿੰਦੇ ਆ ਜੀ ਇਹ ਤੇ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਦੇ ਬੋਲ ਹੈ। ਤੋ ਇਹਨਾਂ ਬੋਲਾਂ ਦੇ ਨਾਲ ਹੀ ਮਿਲਦੇ ਹੋਏ ਬੋਲ ਸਾਨੂੰ ਸਰਬਲੋ ਵਿੱਚੋਂ ਮਿਲਦੇ ਨੇ। ਮਹਾਰਾਜ ਨੇ ਆਪਨ ਪਉ ਸ਼੍ਰੀ ਖਾਲਸੇ ਸੌਂਪਾ ਦੁਤੀਆ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ ਨਾਮ ਗੋਬਿੰਦ ਕੀਰਤਨ ਸੰਥਾ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗਦੀ ਦਾ ਪ੍ਰਮਾਣ ਸਭ ਤੋਂ ਵੱਡਾ ਸਾਨੂੰ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਇਸ ਲਈ ਸਿੱਖ ਜਗਤ ਦੇ ਵਿੱਚ ਇਸ ਗ੍ਰੰਥ ਦੀ ਬੜੀ ਮਹਾਨਤਾ ਹੈ। ਇਸ ਗ੍ਰੰਥ ਦੇ ਵਿੱਚ ਸੂਰਬੀਰਤਾ ਜਾਂ ਨਿਮਰਤਾ ਜਾਂ ਰੱਬ ਦੀ ਪ੍ਰੀਤ ਭਗਤ ਬੰਦਗੀ ਬਾਰੇ ਹੈ ਜਾਂ ਹੋਰ ਕੁਝ? ਇਸ ਗ੍ਰੰਥ ਵਿੱਚ ਸਾਰੇ ਹੀ ਕਾਂਡ ਨੇ। ਇਹਦੇ ਵਿੱਚ ਭਗਤੀ ਦਾ ਕਾਂਡ ਵੀ ਹੈ, ਭਗਤੀ ਦੀ ਗੱਲ ਵੀ ਹੈਗੀ ਹੈ। ਇਸ ਗ੍ਰੰਥ ਵਿੱਚ ਵਿਰਾਗ ਦੀ ਗੱਲ ਵੀ ਹੈ। ਇਸ ਗ੍ਰੰਥ ਦੇ ਵਿੱਚ ਯੁੱਧਮਈ ਵੀਰ ਰਸੀ ਪ੍ਰਸੰਗ ਵੀ ਨੇ। ਇਸ ਗ੍ਰੰਥ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹੈ, ਮਹਾਰਾਜ ਸਾਹਿਬ ਜੀ ਨੇ ਦ੍ਰਿੜਤਾ ਦੀ ਗੱਲ ਕੀਤੀ। ਜਦੋਂ ਇਸ ਗ੍ਰੰਥ ਦੇ ਵਿੱਚ ਜੰਗ ਚੱਲਦਾ ਹੈ, ਇੱਕ ਪਾਸੇ ਸਰਬਲੋ ਭਗਵਾਨ, ਸਰਬਲੋ ਅਵਤਾਰ, ਜਿਹਦਾ ਸਾਰਾ ਹੀ ਸਰੀਰ ਲੋਹੇ ਦਾ ਹੈ, ਸਿਰ ਉੱਪਰ ਚੱਕਰ ਪਾਇਆ ਹੋਇਆ ਹੈ ਅਤੇ ਜ਼ੁਬਾਨ ਖੰਡਾ ਹੈ ਅਤੇ ਰੋਮ ਸ਼ਸਤਰ ਨੇ ਜਿਵੇਂ ਕੰਡੇ ਲੱਗੇ ਹੋਣ ਲੋਹੇ ਦੇ, ਇਸ ਤਰੀਕੇ ਦਾ ਸਰੀਰ ਹੈ। ਅਵਤਾਰ ਸੀ ਅਕਾਲ ਪੁਰਖ ਪਰਮੇਸ਼ਰ ਦਾ। ਅਤੇ ਇੱਕ ਪਾਸੇ ਬੀਰਜਨਾਥ ਹੈ। ਤੋ ਬੀਰਜਨਾਥ ਨੂੰ ਪਤਾ ਹੈ ਕਿ ਮੈਨੂੰ ਸਰਬਲੋ ਅਵਤਾਰ ਨੇ ਮਾਰ ਦੇਣਾ ਹੈ ਤੇ ਸਰਬਲੋ ਅਵਤਾਰ ਇਹ ਵੀ ਗੱਲ ਕਹਿੰਦੇ, ਬੀਰਜਨਾਥ ਤੂੰ ਹੁਣ ਮਾਫੀ ਮੰਗ ਲੈ, ਮੈਂ ਤੈਨੂੰ ਛੱਡ ਦਿੰਦਾ।
ਤੇ ਵੀਰੇਨਾਥ ਨੇ ਵਿਚਾਰਿਆ ਕਿ ਜੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਭਗਵਾਨ ਦੇ ਹੱਥੋਂ ਮਰਿਆ, ਇੱਕ ਮੈਂ ਸੂਰਮਾ ਖਵਾਵਾਂਗਾ ਤੇ ਭਗਵਾਨ ਦੇ ਹੱਥੋਂ ਮਰਨੇ ਕਰਕੇ ਮੈਨੂੰ ਪਰਮ ਪਦਵੀ ਪ੍ਰਾਪਤ ਹੋਵੇਗੀ, ਤੇ ਜੇ ਮੈਂ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜ ਗਿਆ ਮੈਂ ਕਾਇਰ ਖਵਾਵਾਂਗਾ। ਉਹਨੇ ਆਪਣੀ ਦ੍ਰਿੜਤਾ ਨਹੀਂ ਛੱਡੀ। ਮੌਤ ਸਾਹਮਣੇ ਹੈ ਪਰ ਉਹ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜਦਾ ਨਹੀਂ, ਸਗੋਂ ਮੌਤ ਵੱਲ ਨੂੰ ਆਉਂਦਾ ਪਿਆ ਹੈ। ਉੱਥੇ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਦੇਖੋ, ਇੱਕ ਪਾਸੇ ਮੌਤ ਹੈ, ਇੱਕ ਪਾਸੇ ਜੀਵਨ ਦਾਨ ਮਿਲ ਰਿਹਾ ਹੈ, ਪਰ ਬੀਰਜਨਾਥ ਨੇ ਮੌਤ ਨੂੰ ਚੁਣਿਆ, ਆਪਣੀ ਦ੍ਰਿੜਤਾ ਨੂੰ ਨਹੀਂ ਛੱਡਿਆ। ਉੱਥੇ ਮਹਾਰਾਜ ਜੀ ਕਹਿੰਦੇ ਐਸੋ ਗੁਣ ਹਰ ਖਾਲਸੇ ਬਖਸ਼ਿਆ, ਭਗਤ ਗਿਆਨੀ ਰਾਜ ਜੋਗੇਸ਼ਵਰ। ਮੈਂ ਆਪਣੇ ਗੁਰੂ ਕੇ ਖਾਲਸੇ ਨੂੰ ਐਸੀ ਹੀ ਦ੍ਰਿੜਤਾ ਬਖਸ਼ੀ ਹੈ, ਜੋ ਮੇਰਾ ਗੁਰੂ ਕਾ ਖਾਲਸਾ ਰਾਜਾ ਜੋਗੀ ਹੈ। ਮੌਤ ਵੀ ਆ ਬਣੇ ਪਰ ਗੁਰੂ ਕਾ ਖਾਲਸਾ ਦ੍ਰਿੜਤਾ ਨਾ ਛੱਡੇ, ਜੰਗ ਦੇ ਮੈਦਾਨ ਦੇ ਵਿੱਚੋਂ ਪੈਰ ਪਿਛਾਂਹ ਨਾ ਪੁੱਟੇ। ਐਸਾ ਜੋ ਦ੍ਰਿੜਤਾ ਦਾ ਵਿਖਿਆਨ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਸਰਬਲੋ ਗ੍ਰੰਥ ਵਿੱਚ ਅਤੀ ਉੱਤਮ ਕੀਤਾ ਹੈ। ਦੂਸਰਾ ਜੋ ਇਹ ਸਰਬਲੋ ਗ੍ਰੰਥ ਹੈ, ਇਸ ਗ੍ਰੰਥ ਦੇ 3 ਸਿਧਾਂਤ ਨੇ। ਸਿਧਾਂਤ ਤੇ ਬਹੁਤ ਨੇ। ਸੱਚੇ ਪਾਤਸ਼ਾਹ ਜੀ ਹਰੇਕ ਅਧਿਆਏ, ਹਰੇਕ ਬਾਣੀ, ਹਰੇਕ ਰਚਨਾ ਤੋਂ ਪਿੱਛੋਂ ਨਵਾਂ ਹੀ ਸਿਧਾਂਤ, ਨਵਾਂ ਹੀ ਉਪਦੇਸ਼ ਦਿੰਦੇ। ਮੁੱਖ 3 ਨੇ। ਇੱਕ ਤੇ ਮਹਾਰਾਜ ਸਾਹਿਬ ਜੀ ਨੇ ਇਹ ਦੱਸਿਆ ਹੈ ਕਿ ਗੁਰੂ ਕੇ ਖਾਲਸੇ ਨੇ ਮਾਇਆ ਆਦਿਕ ਦੀ ਪੂਜਾ ਨਹੀਂ ਕਰਨੀ, ਗੁਰੂ ਕੇ ਖਾਲਸੇ ਨੇ ਮਾਇਆ ਦੇ ਪਤੀ ਅਕਾਲ ਪੁਰਖ ਦੀ ਪੂਜਾ ਕਰਨੀ। ਦੂਸਰਾ, ਕੁਝ ਗ੍ਰੰਥ ਐਸੇ ਹੁੰਦੇ ਨੇ ਜਿਨ੍ਹਾਂ ਦਾ ਸਿਧਾਂਤ ਉਹਨਾਂ ਦੇ ਸ਼ੁਰੂ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਗ੍ਰੰਥ ਦਾ ਇਹ ਸਿਧਾਂਤ ਹੈ, ਉਹਨਾਂ ਦਾ ਵਿਸ਼ਾ ਆਰੰਭ ਵਿੱਚ ਨਿਰੂਪਣ ਕੀਤਾ ਹੁੰਦਾ ਹੈ। ਕੁਝ ਗ੍ਰੰਥ ਐਸੇ ਹੁੰਦੇ ਨੇ ਉਹਨਾਂ ਦਾ ਵਿਸ਼ਾ ਮੱਧ ਭਾਗ ਵਿੱਚ ਹੁੰਦਾ ਹੈ। ਕੁਝ ਗ੍ਰੰਥ ਐਸੇ ਹੁੰਦੇ ਨੇ ਉਹਨਾਂ ਦਾ ਵਿਸ਼ਾ ਅਖੀਰ ਤੇ ਲਿਖਿਆ ਹੁੰਦਾ ਹੈ। 10ਵੇਂ ਪਾਤਸ਼ਾਹ ਨੇ ਸਰਬਲੋ ਗ੍ਰੰਥ ਦਾ ਵਿਸ਼ਾ ਮੱਧ ਭਾਗ ਵਿੱਚ ਲਿਖਿਆ। ਉੱਥੇ ਮਹਾਰਾਜ ਸਾਹਿਬ ਜੀ ਇੱਕ ਕਥਾ ਲਿਖਦੇ ਨੇ। ਉਹ ਕਹਿੰਦੇ ਨੇ ਇੱਕ ਦੁਨੀਆ ਦੇ ਉੱਪਰ ਕਲੰਕਾ ਦੈਂਤ ਪੈਦਾ ਹੋਇਆ, ਉਹਨੇ ਮਾਤ ਲੋਕ, ਪਤਾਲ ਲੋਕ ਤੇ ਸਵਰਗ ਲੋਕ ਵਿੱਚ ਹਾਹਾਕਾਰ ਮਚਾ ਦਿੱਤੀ। ਕਿਸੇ ਕੋਲ ਨਾ ਮਰਿਆ। ਇੰਦਰ ਨੇ ਉਹਦਾ ਵੱਧ ਕੀਤਾ ਤੇ ਬਾਅਦ ਵਿੱਚ ਇੰਦਰ ਸਭਾ ਲਗਾ ਕੇ ਬੈਠ ਗਿਆ ਤੇ ਕਹਿਣ ਲੱਗਾ, ਵੱਡੇ ਵੱਡੇ ਦੇਵਤਿਆਂ ਨੂੰ ਨਾਮ ਲੈ ਕੇ ਤੁਸੀਂ ਬੜੇ ਦੇਵਤੇ ਬਣੇ ਫਿਰਦੇ ਹੋ, ਤੁਹਾਡੇ ਕੋਲੋਂ ਤੇ ਮਰਿਆ ਨਹੀਂ, ਮੈਂ ਮਾਰਿਆ ਹੈ, ਮੇਰੇ ਵਿੱਚ ਇੰਨੀ ਤਾਕਤ ਹੈ, ਮੈਂ ਵੱਧ ਕੀਤਾ ਹੈ। ਤਾਂ ਸਾਰੇ ਦੇਵਤੇ ਸੋਚਦੇ ਨੇ ਵੀ ਇੰਦਰ ਨੂੰ ਹੰਕਾਰ ਹੋ ਗਿਆ। ਉਹ ਭਗਵਾਨ ਅਕਾਲ ਪੁਰਖ ਦੇ ਕੋਲ ਜਾਂਦੇ ਨੇ ਤੇ ਅਕਾਲ ਪੁਰਖ ਨੂੰ ਜਾ ਕੇ ਕਹਿੰਦੇ ਵੀ ਇੰਦਰ ਹੰਕਾਰੀ ਹੋ ਗਿਆ। ਤੇ ਅਕਾਲ ਪੁਰਖ ਪਰਮੇਸ਼ਰ ਕਹਿੰਦੇ ਕੋਈ ਨਹੀਂ, ਇਹਨੂੰ ਹੰਕਾਰ ਆ ਗਿਆ ਏ ਤੇ ਇਹਦਾ ਹੰਕਾਰ ਲਾਉਣ ਵਾਲਾ ਵੀ ਦੁਨੀਆ ਤੇ ਆਇਆ ਹੀ ਜਾਣਾ। ਜਿਵੇਂ ਚੰਡੀ ਦੀ ਵਾਰ ਵਿੱਚ ਆਉਂਦਾ, ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੋਂਢਿਓ ਪਾਇਆ। ਦੁਨੀਆ ਤੇ ਜਦੋਂ ਦੇਵਤਿਆਂ ਨੂੰ ਹੰਕਾਰ ਹੁੰਦਾ ਇਹ ਦੈਂਤ ਆ ਜਾਂਦੇ ਆ, ਦੈਂਤਾਂ ਨੂੰ ਹੰਕਾਰ ਹੁੰਦਾ ਇਹ ਤੇ ਦੇਵਤੇ ਆ ਜਾਂਦੇ। ਤੋ ਕਹਿੰਦੇ ਇਹਦਾ ਹੰਕਾਰ ਲਾਉਣ ਵਾਸਤੇ ਵੀ ਆਇਆ ਹੀ ਜਾਣਾ। ਫਿਰ ਵੀਰੇਨਾਥ ਆਉਂਦਾ ਹੈ ਤੇ ਵੀਰੇਨਾਥ ਫਿਰ ਇੰਦਰ ਆਦਿਕ ਦਾ ਰਾਜ ਖੋਹ ਕੇ ਤੇ ਇੰਦਰਪੁਰੀ ਦੇ ਵਿੱਚ ਆਪਣੇ ਨਾਮ ਦੀ ਦੁਹਾਈ ਫੇਰਦਾ ਹੈ ਤੇ ਇਹਨਾਂ ਨੂੰ ਤਪਸਵੀਆਂ ਵਾਲਾ ਭੇਸ ਬਣਾ ਕੇ ਜੰਗਲਾਂ ਦੇ ਵਿੱਚ ਫਿਰਨ ਲਈ ਮਜਬੂਰ ਕਰ ਦਿੰਦਾ। ਇੱਥੇ ਮਹਾਰਾਜ ਸਾਹਿਬ ਜੀ ਕਹਿੰਦੇ, ਗਰਭ ਬੁਰਾ ਨਰਕ ਕਾ ਦੁਆਰਾ ਤਾਂ ਤੇ ਬਚ ਕਰ ਚਲੀਏ। ਗੁਰੂ ਕਿਉਂ ਸਿੱਖੋ, ਹੰਕਾਰ ਬੁਰਾ ਹੈ ਤੇ ਨਰਕਾਂ ਦਾ ਦੁਆਰਾ ਹੈ। ਦੇਖੋ ਇੰਦਰ ਨੇ ਹੰਕਾਰ ਕੀਤਾ ਤੇ ਆਪਣਾ ਰਾਜ ਭਾਗ ਗਵਾ ਬੈਠਾ। ਮਹਾਰਾਜ ਸਾਹਿਬ ਜੀ ਦੀ ਬਾਣੀ ਵਿੱਚ ਲਿਖਿਆ ਆਉਂਦਾ, ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ। ਪਰਮੇਸ਼ਰ ਹੰਕਾਰੀਆਂ ਨੂੰ ਪਿੱਠ ਦਿੰਦਾ ਹੈ, ਨਾਮ ਜਪਣ ਵਾਲਿਆਂ ਨੂੰ ਆਪਣੇ ਮੁਖੜੇ ਨਾਲ ਲਾਉਂਦਾ। ਅਤੇ ਤੀਜਾ ਇਹਦੇ ਵਿੱਚ ਹੈ ਦ੍ਰਿੜਤਾ ਦਾ, ਜੋ ਮੈਂ ਪਹਿਲੇ ਦੱਸਿਆ ਹੈ ਵੀ ਮਹਾਰਾਜ ਨੇ ਦ੍ਰਿੜਤਾ ਦੱਸੀ ਹੈ ਕਿ ਜਿਹੜੇ ਵੀ ਕੰਮ ਦੇ ਵਿੱਚ ਏਕ ਰੰਗ ਜਾਂ ਮਨ ਕੋ ਰੰਗ ਹੋ। ਇਹ ਗ੍ਰੰਥ ਦੇ ਵਿੱਚ ਹੀ ਤੋਕ ਆਉਂਦੀ ਵੀ ਜਿਹੜੀ ਅਵਸਥਾ 'ਚ ਲੱਗੇ ਹੋ ਉਸੇ ਅਵਸਥਾ 'ਚ ਮਨ ਨੂੰ ਰੰਗ ਕੇ ਰੱਖੋ। ਸਾਡੇ ਵਿੱਚ ਇਹ ਬੜਾ ਹੈ ਜੀ, ਕਦੀ ਮੂਲ ਮੰਤਰ ਦਾ ਅਭਿਆਸ ਕਰ ਲਿਆ, ਕਦੇ ਹੋਰ ਸ਼ਬਦ ਦਾ ਕਰ ਲਿਆ। ਇੱਕੋ ਹੀ ਕੰਮ ਜਿਹੜਾ ਕੰਮ ਕਰਦੇ ਪਏ ਹੋ, ਜੇ ਮੂਲ ਮੰਤਰ ਦਾ ਅਭਿਆਸ ਹੈ ਤਾਂ ਮੂਲ ਮੰਤਰ ਦਾ ਹੀ ਕਰੀਏ ਸਾਰੀ ਉਮਰ ਪਰਯੰਤ ਕਰੋ। ਫਿਰ ਜੋ ਕਰਦਿਆਂ ਕਰਦਿਆਂ ਤੁਸੀਂ ਅਖੀਰ ਤੱਕ ਲੈ ਜਾਂਦੇ ਹੋ ਤੇ ਫਿਰ ਮਹਾਰਾਜ ਕਹਿੰਦੇ, ਸੇਵਕ ਕੀ ਓੜਕ ਨਿਭੀ ਪ੍ਰੀਤ, ਸੇਵਕ ਕੀ ਓੜਕ ਤੱਕ ਪ੍ਰੀਤੀ ਨਿਭ ਜਾਂਦੀ ਹੈ। ਜਿਵੇਂ ਮਹਾਰਾਜ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਪਾਵਨ ਸਰੂਪ ਦੇ ਵਿੱਚ ਵੀ ਦੱਸਿਆ ਆ ਇਹਨਾਂ ਅਵਤਾਰਾਂ ਬਾਰੇ, ਦਸਮ ਪਾਤਸ਼ਾਹ ਦੀ ਬਾਣੀ ਦੇ ਵਿੱਚ ਵੀ ਦੱਸਿਆ ਆ, ਸਰਬਲੋ ਵਿੱਚ ਵੀ ਤੁਸੀਂ ਦੱਸਿਆ ਮਹਾਰਾਜ ਸਾਹਿਬ ਨੇ ਅਵਤਾਰਾਂ ਬਾਰੇ। ਤੇ ਜਿਹੜੇ ਇਹਨਾਂ ਅਵਤਾਰਾਂ ਨੂੰ ਮਿੱਥ ਕਹਿੰਦੇ ਆ, ਮਤਲਬ ਇਹ ਮਹਾਰਾਜ ਸਾਹਿਬ ਨੇ ਮਿੱਥ ਲਿਖਿਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਅਵਤਾਰ ਜਿਹੜੇ ਨੇ ਇਹ ਕੋਈ ਨਾਂ ਤੇ ਮਿੱਥੇ ਹੋਏ ਨੇ। ਮਿੱਥ ਦਾ ਅਰਥ ਦੋ ਹੁੰਦੇ ਆ,
ਹਾਂਜੀ ਇੱਕ ਤੇ ਗੱਲ ਮਿੱਥੀ ਹੋਈ ਹਾਂਜੀ ਤੇ ਇੱਕ ਗੱਲ ਝੂਠੀ। ਨਾ ਤੇ ਇਹ ਅਵਤਾਰ ਝੂਠ ਹੀ ਨੇ ਤੇ ਨਾ ਇਹ ਮਿੱਥੇ ਹੋਏ ਨੇ। ਮੈਂ ਮਿੱਥ ਦਾ ਅਰਥ ਸਮਝਦਾ ਏ ਵੀ ਜਿਹਦੀ ਤਰੀਕ ਪੱਕੀ ਨਾ ਪਤਾ ਹੋਵੇ ਤੇ ਉਹ ਤਰੀਕ ਨੂੰ ਮਿੱਥ ਲੈਣਾ ਵੀ ਇੰਨੀ ਕੁ ਤਰੀਕ ਨੂੰ ਇਹ ਗੱਲ ਹੋਈ ਹੋਵੇਗੀ। ਇਹ ਅਵਤਾਰਾਂ ਦਾ ਜਿਹੜਾ ਸਮਾਂ ਹੈ ਇਹਨੂੰ ਸਾਡੇ ਵੱਡੇ ਮਿੱਥ ਲੈਂਦੇ ਰਹੇ ਜੀ। ਇਹ ਤ੍ਰੇਤੇ ਦੇ ਵਿੱਚ ਇੰਨੇ ਕੁ ਬਰਸ ਤ੍ਰੇਤਾ ਬਤੀਤ ਗਿਆ ਤੇ ਇਹ ਅਵਤਾਰ ਹੋਏ। ਇਸ ਤਰੀਕੇ ਦੇ ਨਾਲ ਉਹ ਮਿੱਥ ਬਣਦੇ ਰਹੇ ਤੇ ਅੱਜ ਕੱਲ੍ਹ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਜੀ ਇਹ ਅਵਤਾਰ ਹੀ ਨਹੀਂ ਹੋਏ। ਉਹਨਾਂ ਦੇ ਸਮੇਂ ਬਾਰੇ ਜਾਂ ਉਹਨਾਂ ਦੇ ਕਿਸੇ ਕੌਤਕ ਬਾਰੇ ਤੇ ਡਾਊਟ ਹੋ ਸਕਦੀ ਹੈ ਕਿਸੇ ਨੂੰ, ਪਰ ਉਹਨਾਂ ਦੀ ਹੋਂਦ ਬਾਰੇ ਕਿਸੇ ਨੂੰ ਕੋਈ ਡਾਊਟ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਅਵਤਾਰਾਂ ਦਾ ਜ਼ਿਕਰ ਹੈ। ਸਰਬਲੋ ਅਵਤਾਰ ਦੇ ਵਿੱਚ ਜੋ ਸਰਬਲੋ ਅਵਤਾਰ ਹੈ ਉਹ ਅਕਾਲ ਪੁਰਖ ਦਾ ਹੈ ਤੇ 10ਵੇਂ ਪਾਤਸ਼ਾਹ ਜੀ ਦੀ ਬਾਣੀ ਜਿਹੜੇ 24 ਅਵਤਾਰ ਨੇ ਉਹ ਵਿਸ਼ਨੂੰ ਜੀ ਦੇ। ਇੰਨਾ ਫਰਕ ਜ਼ਰੂਰ ਹੈ। ਇਹਦੇ ਵਿੱਚ ਆਪਾਂ ਨੂੰ ਇੱਕ ਵਿਵੇਕ ਦਾ ਪਹਿਰਾ ਹੈ, ਇੱਕ ਸਰਬਲੋ ਦਾ ਪਹਿਰਾ ਹੈ। ਇਹ ਅਲੱਗ-ਅਲੱਗ ਪਹਿਰੇ ਕਿ ਜਾਂ ਇੱਕੋ ਜਦੋਂ ਹੈ? ਵਿਵੇਕ ਤੇ ਸਰਬਲੋ ਦਾ ਪਹਿਰਾ ਇੱਕ ਹੀ ਹੈ। ਸਰਬਲੋ ਗ੍ਰੰਥ ਨੂੰ ਪੜ੍ਹ ਸੁਣ ਕੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਵਿਦਵਾਨ ਸਨ, ਕਿਉਂਕਿ ਦੇਖੋ ਦੁਨੀਆ ਦੇ ਉੱਪਰ 8 ਧਾਤਾਂ ਨੇ, 8 ਧਾਤਾਂ ਦੇ ਵਿੱਚੋਂ ਜਿਹੜੀ ਸ਼੍ਰੋਮਣੀ ਧਾਤ ਮੰਨੀ ਗਈ ਉਹ ਸਰਬਲੋ ਧਾਤ ਹੈ। ਫਿਰ ਦੇਖੋ ਦੁਨੀਆ ਦੇ ਉੱਪਰ ਅਕਾਲ ਪੁਰਖ ਪਰਮੇਸ਼ਰ ਨੇ ਅਵਤਾਰ ਧਾਰਿਆ। ਅਕਾਲ ਪੁਰਖ ਸੋਨੇ ਦੇ ਬਣ ਕੇ ਵੀ ਆ ਸਕਦੇ ਸੀ, ਚਾਂਦੀ ਦੇ ਬਣ ਕੇ ਵੀ ਆ ਸਕਦੇ ਸੀ, ਉਹ ਲੋਹੇ ਦੇ ਬਣ ਕੇ ਦੁਨੀਆ ਤੇ ਆਏ ਤੇ ਉਹਨਾਂ ਦਾ ਨਾਮ ਸਰਬਲੋ ਦੁਨੀਆ ਦੇ ਉੱਪਰ ਪ੍ਰਚਲਿਤ ਹੋਇਆ। ਤੇ ਮਹਾਰਾਜ ਨੇ ਗੁਰੂ ਕੇ ਖਾਲਸੇ ਨੂੰ ਇਹ ਸਰਬਲੋ ਦਾ ਪਹਿਰਾ ਬਖਸ਼ਿਆ, ਕਿਉਂਕਿ ਸਰਬਲੋ ਖਾਣ ਦੇ ਨਾਲ ਸਰੀਰ ਵਿੱਚ ਆਇਰਨ ਆਦਿਕ ਦੀ ਜਿਹੜੀ ਘਾਟ ਹੈ ਪੂਰੀ ਹੁੰਦੀ ਹੈ ਤੇ ਗੁਰੂ ਕੇ ਸਿੱਖ ਸਰਬਲੋ ਦਾ ਪਹਿਰਾ ਰੱਖਦੇ ਨੇ। ਹਰ ਸਿੱਖ ਕਿਉਂ ਨਹੀਂ ਪੜ੍ਹਦਾ ਹੈ? ਹਰ ਸਿੱਖ ਜ਼ਿਆਦਾਤਰ ਨਹੀਂ ਪੜ੍ਹਦੇ ਜਥੇਬੰਦੀ। ਸਰਬਲੋ ਗ੍ਰੰਥ ਹਰੇਕ ਜਥੇਬੰਦੀ ਦੇ ਵਿੱਚ ਹੀ ਪੜ੍ਹਿਆ ਜਾਂਦਾ ਹੈ। ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਦੇ ਵਿੱਚ ਇਹ ਸਰਬਲੋ ਗ੍ਰੰਥ ਦਾ ਪ੍ਰਕਾਸ਼ ਵੀ ਕੀਤਾ ਜਾਂਦਾ ਹੈ। ਆਦ, ਦਸਮ ਤੇ ਸਰਬਲੋ ਤਿੰਨਾਂ ਗ੍ਰੰਥਾਂ ਦਾ ਪ੍ਰਕਾਸ਼ ਹੁੰਦਾ ਹੈ। ਅਤੇ ਫਿਰ ਸੱਚਖੰਡ ਹਜੂਰ ਸਾਹਿਬ ਮਾਈ ਭਾਗੋ ਜੀ ਦੇ ਪਾਵਨ ਸਥਾਨ ਤੇ ਵੀ ਸਰਬਲੋ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ। ਦਮਦਮਾ ਸਾਹਿਬ ਵੀ ਪਹਿਲਾਂ ਪ੍ਰਕਾਸ਼ ਹੁੰਦਾ ਰਿਹਾ ਮਸਤੂਆਣੇ ਵਾਲੇ ਬੁੰਗੇ ਦੇ ਵਿੱਚ। ਜੇ ਆਪਾਂ ਕਹਿ ਲਈਏ ਵੀ ਇਹ ਨਿਹੰਗਾਂ ਸਿੰਘਾਂ ਲਈ ਮਤਲਬ ਇਹ ਲਿਖਿਆ ਗਿਆ ਹੈ ਕਿ ਜਾਂ ਸਾਰੀ ਸਿੱਖ ਕੌਮ ਲਈ ਜਾਂ ਹਰ ਕਿਸੇ ਲਈ ਇਹ ਉਪਦੇਸ਼ ਹੈ? ਦੇਖੋ ਜੀ ਜਿਹੜੀ ਗੁਰਬਾਣੀ ਦਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਬਾਣੀ ਦਾ ਉਪਦੇਸ਼ ਤੇ ਸਾਂਝਾ ਹੀ ਹੈ, ਪਰ ਜਿਹੜਾ 10ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਅਮੋਲਕ ਖਜ਼ਾਨਾ ਹੈ ਇਹ ਗੁਰੂ ਕੇ ਖਾਲਸੇ ਨਿਹੰਗ ਸਿੰਘਾਂ ਦੇ ਵਿੱਚ ਜ਼ਿਆਦਾ ਮਹੱਤਵਤਾ ਰੱਖਦਾ ਹੈ। ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਗੁਪਤ ਹੁੰਦੀਆਂ ਨੇ ਉਹ ਕੌਮਾਂ ਵਾਸਤੇ ਹੁੰਦੀਆਂ ਨੇ, ਪੰਥਾਂ ਵਾਸਤੇ ਹੁੰਦੀਆਂ ਨੇ। ਸੋ ਇਹ ਗੁਪਤ ਚੀਜ਼ਾਂ ਨੇ ਜਿਹੜੀਆਂ ਗੁਰੂ ਕਾ ਪੰਥ ਖਾਲਸਾ ਇਹਨਾਂ ਨੂੰ ਪੜ੍ਹ ਕਰਕੇ ਇਹਦੇ ਵਿੱਚੋਂ ਵੇਖੋ ਸਰਬਲੋ ਗ੍ਰੰਥ ਨੂੰ ਆਪਾਂ ਪੜ੍ਹੀਏ ਵਿਚਾਰੀਏ, ਉਹਦੇ ਵਿੱਚ ਸ਼ਸਤਰਬਾਜੀ ਵੀ ਦੱਸੀ ਹੈ। ਸ਼ਸਤਰ ਚਲਾਉਣ ਦਾ ਢੰਗ, ਕਿਵੇਂ ਸੂਰਮੇ ਤਲਵਾਰ ਦੀ ਤਿੱਖੀ ਧਾਰ ਦੇ ਉੱਪਰ ਨੱਚਦੇ ਰਹੇ, ਇਹ ਸਾਰਾ ਕੁਝ ਸਰਬਲੋ ਗ੍ਰੰਥ ਵਿੱਚ ਦੱਸਿਆ ਹੈ, ਜਿਹਨੂੰ ਪੜ੍ਹ ਸੁਣ ਕੇ ਨਿਹੰਗ ਸਿੰਘ ਉਸ ਦੇ ਧਾਰਨੀ ਹੋ ਕਰਕੇ ਤੇ ਆਪਣੇ ਜੀਵਨ ਨੂੰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਹਮੇਸ਼ਾ ਹੀ ਜੋੜਦੇ। ਆਪਣੇ ਕੋਲ ਪੁਰਾਤਨ ਲਿਖਤਾਂ ਹੈ ਸਰਬਲੋ ਗ੍ਰੰਥ ਦੀ? ਸਰਬਲੋ ਗ੍ਰੰਥ ਸਾਹਿਬ ਜੀ ਦੀਆਂ ਸਤਰਨੇ ਦਲ ਦੇ ਵਿੱਚ 2 ਲਿਖਤਾਂ ਨੇ। ਇੱਕ ਲਿਖਤ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਸ਼ੁਭਾਇਮਾਨ ਹੈ ਤੇ ਇੱਕ ਲਿਖਤ ਗੁਰਦੁਆਰਾ ਸ਼ਹੀਦੀ ਬਾਗ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਭਾਇਮਾਨ ਹੈ। ਅਤੇ ਇਸੇ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ, ਉਹਦੇ ਵਿੱਚ ਵੀ ਸਰਬਲੋ ਗ੍ਰੰਥ ਸਾਹਿਬ ਦੀ ਬੜੀ ਸੁਨਹਿਰੀ ਸੁੰਦਰ ਬੀੜ ਹੈ। ਇੱਕ ਬੀੜ ਗਿਆਨੀ ਚੰਦਾ ਸਿੰਘ ਜੀ ਦੀ ਲਿਖੀ ਹੈ, ਉਹ ਬੀੜ ਪਟਿਆਲੇ ਹੈ। ਇਸੇ ਤਰ੍ਹਾਂ ਸੰਗਰੂਰ ਵੀ ਇੱਕ ਨਨਿਆਣੇ ਸਾਹਿਬ ਵੀ ਬੀੜ ਸ਼ੁਭਾਇਮਾਨ ਹੈ। ਮਾਤਾ ਭਾਗ ਕੌਰ ਜੀ ਦੇ ਪਾਵਨ ਸਥਾਨ ਤੇ ਵੀ ਸਰਬਲੋ ਪ੍ਰਕਾਸ਼ ਗ੍ਰੰਥ ਦੀ ਜਿਹੜੀ ਬੀੜ ਹੈ ਸ਼ੁਭਾਇਮਾਨ ਹੈ। ਇਸੇ ਤਰ੍ਹਾਂ ਨਾਮਧਾਰੀ ਜਗਤ ਭੈਣੀ ਸਾਹਿਬ ਵੀ ਸਰਬਲੋ ਗ੍ਰੰਥ ਸਾਹਿਬ ਦੀ ਜਿਹੜੀ ਹੱਥ ਲਿਖਤ ਬੀੜ ਹੈ। ਸੋ ਅਨੇਕਾਂ ਹੀ ਬੀੜਾਂ ਨੇ ਜਿਨ੍ਹਾਂ ਦਾ ਬੀੜਾਂ ਦਾ ਹਵਾਲਾ ਸਵਾਮੀ ਹਰਨਾਮਦਾਸ ਜੀ ਨੇ ਦਿੱਤਾ ਹੈ। ਥਾਂ ਥਾਂ ਦੇ ਉੱਪਰ ਇਹ ਬੀੜਾਂ ਸ਼ੁਭਾਇਮਾਨ। ਜੋ ਸਰਬਲੋ ਤੇ ਵਿਵੇਕ ਹੈ ਇਹਦੇ ਵਿੱਚ ਕੋਈ ਅੰਤਰ ਨਹੀਂ। ਵਿਵੇਕ ਦਾ ਪਹਿਰਾ ਹੁੰਦਾ ਹੈ ਸੁਚਮਤਾ ਦਾ ਪਹਿਰਾ, ਸੁਚਮਤਾ ਰੱਖੀ ਜਾਂਦੀ ਹੈ। ਨਿਹੰਗ ਸਿੰਘਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ, ਜਿਹੜਾ ਬੰਦਾ ਪੰਜਾਂ ਬਾਣੀਆਂ ਦਾ, ਇਸੇ ਤਰ੍ਹਾਂ ਪੰਜਾਂ ਕਕਾਰਾਂ ਦੀ ਮਰਿਆਦਾ ਦਾ ਧਾਰਨੀ ਹੈ, ਕੁਰੈਤਾਂ ਤੋਂ ਬਚਿਆ ਹੋਇਆ ਤੇ ਸਰਬਲੋ ਦੇ ਬਰਤਨਾਂ ਦੇ ਵਿੱਚ ਛਕਦਾ ਹੈ, ਉਹਨੂੰ ਸਰਬਲੋਈਆ ਕਹਿੰਦੇ ਨੇ, ਉਹਨੂੰ ਵਿਵੇਕੀਆ ਕਹਿੰਦੇ ਨੇ। ਵਿਵੇਕੀ ਸਿੰਘ ਹੀ ਸਰਬਲੋ ਦੇ ਲੰਗਰ ਵਿੱਚ ਜਾ ਸਕਦਾ ਹੈ। ਉਹ ਸਰਬਲੋ ਦੇ ਲੰਗਰ ਦੇ ਵਿੱਚ ਹੀ ਭੋਜਨ ਤਿਆਰ ਕਰਦਾ ਹੈ, ਬਣਾਉਂਦਾ ਹੈ, ਸਤਿਗੁਰਾਂ ਨੂੰ ਭੋਗ ਲਵਾਉਂਦਾ ਹੈ, ਛਕਦਾ ਤੇ ਛਕਾਉਂਦਾ ਹੈ।
ਉੱਥੇ ਆਮ ਸਿੱਖ ਨੂੰ ਜਾਣ ਦੀ ਮਨਾਹੀ ਹੁੰਦੀ ਹੈ, ਜਾਂ ਤੇ ਉਹਨਾਂ ਕਾਨੂੰਨਾਂ ਦਾ ਉਹ ਧਾਰਨੀ ਹੋਵੇ। ਇੱਕ ਤੇ ਇਹਦੇ ਵਿੱਚ ਹੈ ਸੁਚਮਤਾ, ਦੂਸਰਾ ਇਹਦੇ ਵਿੱਚ ਹੈ ਵੀ ਜਿਹੜੀ ਫੌਜ ਹੁੰਦੀ ਹੈ ਉਹਦਾ ਲੰਗਰ ਪਾਣ ਅੱਡ ਹੁੰਦਾ ਹੈ, ਵੱਖਰਾ ਹੁੰਦਾ ਹੈ, ਕਾਨੂੰਨ ਹੁੰਦਾ ਹੈ। ਜਿਵੇਂ ਗੌਰਮੈਂਟ ਹੈ, ਫੌਜੀ ਹੈ, ਉਹ ਸਾਡੇ ਹੱਥੋਂ ਲੈ ਕੇ ਨਹੀਂ ਛਕਣਗੇ, ਪਤਾ ਨਹੀਂ ਕੋਈ ਕੀ ਪਾ ਦੇਵੇ। ਇਸੇ ਤਰ੍ਹਾਂ ਗੁਰੂ ਕੇ ਪੰਥ ਖਾਲਸੇ ਦੀ ਇਹ ਮਰਿਆਦਾ ਸੀ, ਉਹ ਆਪਣਾ ਲੰਗਰ ਆਪ ਤਿਆਰ ਕਰਦੇ ਸੀ ਅਤੇ ਸੁਚਮਤਾ ਦੇ ਨਾਲ ਕਰਦੇ ਸਨ। ਸਰਬਲੋ ਦੇ ਬਰਤਨਾਂ ਹੀ ਤਿਆਰ ਕਰਦੇ ਸਨ, ਉਹਨੂੰ ਫਿਰ ਵਿਵੇਕ ਦਾ ਲੰਗਰ ਕਹਿ ਦਿੰਦੇ ਸਨ। ਅੱਜ ਵੀ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਵਿੱਚ ਜਿਵੇਂ ਕਰੜੀ ਪੁਰਾਤਨ ਮਰਿਆਦਾ ਰੱਖੀ ਜਾਂਦੀ ਹੈ, ਗੁਰਦੁਆਰਾ ਸ਼ਹੀਦੀ ਬਾਗ ਵਿਖੇ ਭਾਈ ਨੰਦ ਲਾਲ ਸਾਹਿਬ ਜੀ ਦਾ ਲੰਗਰ, ਜਿੱਥੇ ਮਹਾਰਾਜ ਕਲਗੀਧਰ ਜੀ ਆ ਕੇ ਪ੍ਰਸ਼ਾਦਾ ਛਕਦੇ ਰਹੇ, ਉਸ ਸਮੇਂ ਤੋਂ ਲੈ ਕੇ ਕਲਗੀਧਰ ਤੋਂ ਅੱਜ ਤੱਕ ਉੱਥੇ ਸਰਬਲੋ ਦੀ ਮਰਿਆਦਾ ਚਲੀ ਆ ਰਹੀ ਹੈ। ਅਤੇ ਤਿੰਨਾਂ ਹੀ ਗ੍ਰੰਥਾਂ ਦਾ ਉੱਥੇ ਪ੍ਰਕਾਸ਼ ਹੁੰਦਾ ਹੈ, ਆਦਿ ਦਸਮ ਸਰਬਲੋ। ਜਿਵੇਂ ਪੁਰਾਣੀ ਮਰਿਆਦਾ ਕਲਗੀਧਰ ਦੇ ਵੇਲੇ ਤੋਂ, ਉਹ ਤਿੰਨਾਂ ਹੀ ਗ੍ਰੰਥਾਂ ਦਾ ਉੱਥੇ ਪ੍ਰਕਾਸ਼ ਹੁੰਦਾ ਆ ਰਿਹਾ। ਸਰਬਲੋ ਗ੍ਰੰਥ ਸ਼੍ਰੀ ਦਸਮ ਗ੍ਰੰਥ, ਇਹਨਾਂ ਦਾ ਸਿਧਾਂਤ ਇੱਕੋ ਹੀ? ਸਰਬਲੋ ਗ੍ਰੰਥ ਤੇ ਦਸਵਾਂ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦਾ ਸਿਧਾਂਤ ਅੱਡ ਕੇ। ਇਹ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਵੀ ਇਹ ਜਿਲਦਾਂ ਦੋ ਕੀਤੀਆਂ ਨੇ ਕਿ ਭਾਰਾ ਨਾ ਹੋ ਜਾਵੇ। ਜੇ ਕਿਤੇ ਕਲਗੀਧਰ ਪਾਤਸ਼ਾਹ ਜੀ ਨੇ 9 ਮਨ ਦਾ ਗ੍ਰੰਥ ਰਚਿਆ ਸੀ, ਅੱਜ ਹੁੰਦਾ ਨਾ, ਤੇ ਜਿਹੜੇ ਨਿੰਦਕ ਨੇ ਇਹਨਾਂ ਕੋਲ ਪ੍ਰਕਾਸ਼ ਹੀ ਨਹੀਂ ਹੋਣਾ, ਇਹਨਾਂ ਕੋਲ ਉਹਦਾ ਭਾਰ ਨਹੀਂ ਸੀ ਝੱਲਿਆ ਜਾਣਾ। ਅੱਜ ਤੇ ਇਹ 10ਵੇਂ ਪਾਤਸ਼ਾਹ ਜੀ ਦੀ ਥੋੜ੍ਹੀ ਹੀ ਬਾਣੀ ਸਾਡੇ ਕੋਲ ਹੈ, ਪ੍ਰਗਟ ਹੈ, ਤੇ ਨਿੰਦਕ ਲੋਕ ਇਹ ਨਹੀਂ ਇਸ ਤਰੀਕੇ ਦੀਆਂ ਗੱਲਾਂ ਕਰਦੇ ਨੇ। ਜੇ ਉਹ ਸੱਚੇ ਪਾਤਸ਼ਾਹ ਜੀ ਦਾ ਸਾਰਾ ਹੀ ਗ੍ਰੰਥ ਹੁੰਦਾ ਤੇ ਇਹਨਾਂ ਨਿੰਦਕਾਂ ਦੇ ਕੋਲੋਂ ਇਹ ਭਾਰ ਨਹੀਂ ਸੀ ਝੱਲਿਆ ਜਾਣਾ। ਅੱਜ ਕੱਲ੍ਹ ਤੇ ਜਾਪ ਸਾਹਿਬ ਦੀ ਬਾਣੀ ਤੇ ਵੀ ਖੰਡਨ ਹੈ, ਚੌਪਈ ਸਾਹਿਬ ਦੀ ਬਾਣੀ ਨੂੰ ਖੰਡਨ ਕਰਨ ਤੇ ਲੋਕ ਤੁੱਲੇ ਹੋਏ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਤੇ ਸਰਬਲੋ ਦੀ ਏਕਤਾ ਦਾ ਪ੍ਰੋੜਤਾ ਸਰਬਲੋ ਗ੍ਰੰਥ ਵਿੱਚ ਕੀਤੀ ਹੈ। ਅਕਾਲ ਉਸਤਤ ਕੇ ਆਦ ਸਲੋਕ ਜੇ ਅਕਾਲ ਪੁਰਖ ਕੀ ਰੱਛਾ, ਸਰਬਲੋ ਅਕਾਲ ਪੁਰਖ ਜੀ ਏਕ ਜੋਤ ਸੁਭ ਦਿਸ਼ਾ। ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਭੋਗ ਪੈਂਦਾ ਹੈ, ਪਹਿਲਾਂ ਚੌਪਈ ਸਾਹਿਬ ਤੇ ਫਿਰ ਜ਼ਫਰਨਾਮਾ ਆਉਂਦਾ ਹੈ। ਚੌਪਈ ਸਾਹਿਬ ਤੋਂ ਪਹਿਲਾਂ ਮਹਾਂਕਾਲ ਦਾ ਚਲਿੱਤਰ ਆਉਂਦਾ ਹੈ। ਮਹਾਂਕਾਲ ਵੀ ਅਕਾਲ ਪੁਰਖ ਦੇ ਅਵਤਾਰ ਹੋਏ ਨੇ ਤੇ ਸਰਬਲੋ ਵੀ ਅਕਾਲ ਪੁਰਖ ਦੇ ਅਵਤਾਰ ਹੋਏ। ਜਿਹੜੀਆਂ ਪਹਿਲੀਆਂ ਬੀੜਾਂ ਜਿਨ੍ਹਾਂ ਵਿੱਚ ਦਸਮ ਦੀ ਬਾਣੀ ਤੇ ਸਰਬਲੋ ਦੀ ਬਾਣੀ ਇਕੱਠੀ ਹੈ ਨਾ, ਉਹਨਾਂ ਵਿੱਚ ਮਹਾਂਕਾਲ ਦੇ ਚਲਿੱਤਰ ਤੋਂ ਬਾਅਦ ਫਿਰ ਸਰਬਲੋ ਦੀ ਬਾਣੀ ਨਾਲ ਹੀ ਲਿਖੀ ਹੋਈ ਹੈ। ਗੁਰਦੁਆਰਾ ਸ਼ਹੀਦੀ ਬਾਗ ਵਾਲੀ ਜਿਹੜੀ ਬੀੜ ਹੈ, ਉਹਦੇ ਸ਼ੁਰੂ ਵਿੱਚ ਪਹਿਲਾਂ ਮਹਾਂਕਾਲ ਦਾ ਚਰਿੱਤਰ ਹੈ ਤੇ ਫਿਰ ਸਰਬਲੋ ਦੀ ਬਾਣੀ, ਕਿਉਂਕਿ ਮਹਾਂਕਾਲ ਤੇ ਸਰਬਲੋ ਇਹ ਦੋਨੋਂ ਹੀ ਅਕਾਲ ਪੁਰਖ ਪਰਮੇਸ਼ਰ ਦੇ ਅਵਤਾਰ ਹੋਏ। ਬਾਅਦ ਵਿੱਚ ਜ਼ਫਰਨਾਮੇ ਦੀ ਬਾਣੀ ਪਿੱਛੇ ਲਿਖ ਦਿੱਤੀ ਗਈ ਤੇ ਇਹਦੀ ਜਿਲਦ ਵੱਖਰੀ ਕਰ ਦਿੱਤੀ। ਪਹਿਲਾਂ ਇਹ ਜਿਲਦਾਂ ਦੋਨਾਂ ਇੱਕ ਹੀ ਸਨ। ਫਿਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਵਿੱਚ ਇਹ ਗ੍ਰੰਥ ਲਿਖਿਆ ਗਿਆ ਤੇ ਉੱਥੇ ਜਦੋਂ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾ ਗਏ ਤੇ ਉੱਥੋਂ ਦੇ ਬਾਬਾ ਸੰਤੋਖ ਸਿੰਘ ਜੀ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਤਖਤ ਸਾਹਿਬ ਦਾ ਜਥੇਦਾਰ ਹੱਥੀਂ ਥਾਪਿਆ। ਉਹ ਉੱਥੇ ਮਹਾਰਾਜ ਦੀ ਪਾਵਨ ਬਾਣੀ ਦਾ ਪ੍ਰਕਾਸ਼ ਕਰਦੇ ਰਹੇ, ਪੜ੍ਹਦੇ ਰਹੇ। ਉਹਨਾਂ ਤੋਂ ਬਾਅਦ ਫਿਰ 1714 ਦੇ ਵਿੱਚ ਬਾਬਾ ਸੰਤੋਖ ਸਿੰਘ ਜੀ ਸੱਚਖੰਡ ਗਮਨ ਕਰ ਗਏ ਤੇ ਬਾਅਦ ਵਿੱਚ ਫਿਰ ਖੁਸ਼ਹਾਲ ਸਿੰਘ ਆਏ, ਉਹ ਸੇਵਾ ਕਰਦੇ ਰਹੇ। ਇਹ ਸਾਰੇ ਨਿਹੰਗ ਸਿੰਘ ਸਨ। ਉਹ 1720 ਦੇ ਲਾਗੇ ਚੜ੍ਹਾਈ ਕੀਤੀ। ਉਹਨਾਂ ਤੋਂ ਬਾਅਦ ਫਿਰ ਬਾਬਾ ਲਾਲ ਸਿੰਘ ਜੀ ਨਿਹੰਗ ਸਿੰਘ ਮਹਾਂਕਾਲ, ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ ਤੇ ਉਹ ਲਗਭਗ 1734 ਤੱਕ ਰਹੇ। ਤੇ 1734 ਵਿੱਚ ਸਰਦਾਰ ਚੜ੍ਹਤ ਸਿੰਘ ਜੀ ਕਰਤਾਰਪੁਰੀ, ਉਹ ਤਖਤ ਸਾਹਿਬ ਦੇ ਜਥੇਦਾਰ ਬਣਦੇ ਨੇ ਤੇ ਉਹਨਾਂ ਨੇ ਉੱਥੇ ਬੜੀ ਸੇਵਾ ਕਰਾਈ। ਉਹ ਯੋਗਾ ਅਭਿਆਸੀ ਸਨ। ਉਹਨਾਂ ਨੇ ਇਕਾਂਤ ਵਿੱਚ ਜਗ੍ਹਾ ਚੁਣੀ ਜਿੱਥੇ ਮਹਾਰਾਜ ਨੇ ਸਰਬਲੋ ਗ੍ਰੰਥ ਦੀ ਰਚਨਾ ਕੀਤੀ ਸੀ। ਉੱਥੇ ਉਹਨਾਂ ਨੇ ਬੁੰਗਾ ਬਣਾਇਆ। ਫਿਰ ਬਾਅਦ ਵਿੱਚ ਉਹਨਾਂ ਨੇ ਬੁੰਗਾ, ਉੱਥੇ ਕੋਈ ਬ੍ਰਾਹਮਣ ਰਹਿੰਦੇ ਸਨ, ਉਹਨਾਂ ਨੂੰ ਦਿੱਤਾ ਵੀ ਇੱਥੋਂ ਦੀ ਸਾਫ਼ ਸਫਾਈ ਰੱਖਿਓ ਤੇ ਇੱਥੇ ਪ੍ਰਚਾਰ ਕਰਿਓ। ਉਹ ਰਹਿੰਦੇ ਰਹੇ। ਫਿਰ ਉਹ ਬੁੰਗੇ ਦਾ ਨਾਮ ਬ੍ਰਾਹਮਣਾਂ ਵਾਲਾ ਬੁੰਗਾ ਵੱਜਦਾ ਰਿਹਾ। ਬਾਅਦ ਵਿੱਚ ਇੱਕ ਅਕਾਲੀ ਹਜੂਰਾ ਸਿੰਘ ਜੀ ਹੈੱਡ ਗ੍ਰੰਥੀ ਹੋਏ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਉਹਨਾਂ ਨੇ ਟਰੈਕਟ ਵੀ ਲਿਖਿਆ ਸੀ, ਜਿਹੜੀ ਸਰਬਲੋ ਗ੍ਰੰਥ ਵਿੱਚ ਖਾਲਸੇ ਦੀ ਮਹਿਮਾ ਆਉਂਦੀ ਹੈ, ਉਹਦਾ ਟਰੈਕਟ ਵੀ ਛਪਵਾਇਆ ਸੀ। ਤੇ ਉਹਨਾਂ ਨੇ ਫਿਰ ਉੱਥੇ ਉਹ ਬੁੰਗੇ ਦਾ ਨਾਮ ਰੱਖਿਆ ਸਰਬਲੋ ਬੁੰਗਾ, ਕਿਉਂਕਿ ਮਹਾਰਾਜ ਨੇ ਉੱਥੇ ਸਰਬਲੋ ਦੀ ਰਚਨਾ ਕੀਤੀ ਸੀ। ਉੱਥੇ ਸਰਬਲੋ ਗ੍ਰੰਥ ਦਾ ਪ੍ਰਕਾਸ਼ ਕੀਤਾ। ਉੱਥੇ ਗੁਰਬਾਣੀ ਸਰਬਲੋ ਦੀ ਪੜ੍ਹਾਉਣੀ, ਅਰਥ ਪੜ੍ਹਾਉਣੇ। ਤੇ ਬਾਅਦ ਵਿੱਚ ਫਿਰ ਉੱਥੇ ਬਾਬਾ ਹਰਦਿੱਤ ਸਿੰਘ ਜੀ ਉਹ ਸੇਵਾ ਕਰਦੇ ਰਹੇ ਤੇ ਇੱਧਰੋਂ ਬਾਬਾ ਨਿਧਾਨ ਸਿੰਘ ਜੀ ਫਿਰ ਚਲੇ ਗਏ।
ਤੇ ਉੱਥੋਂ ਇੱਕ ਵਾਰੀ ਵਾਪਸ ਮੁੜਨ ਲੱਗੇ ਤੇ ਰੇਲ ਗੱਡੀ ਦਾ ਜਿੱਥੇ ਸਟੇਸ਼ਨ ਸੀ ਉੱਥੇ ਕਲਗੀਧਰ ਨੇ ਦਰਸ਼ਨ ਦਿੱਤੇ ਤੇ ਮਹਾਰਾਜ ਨੇ ਕਿਹਾ ਬਾਬਾ ਨਿਧਾਨ ਸਿੰਘ ਜੀ ਤੁਸੀਂ ਜਾਓ ਤੇ ਸੇਵਾ ਕਰੋ, ਅੰਨ ਧਨ ਦੀ ਕੋਈ ਕਮੀ ਨਹੀਂ ਰਹੇਗੀ। ਤੇ ਇਸ਼ਾਰਾ ਕੀਤਾ ਵੀ ਜਿੱਥੇ ਅਕਾਲੀ ਹਜੂਰਾ ਸਿੰਘ ਜੀ ਨੇ ਸਰਬਲੋ ਗ੍ਰੰਥ ਦਾ ਪ੍ਰਕਾਸ਼ ਕੀਤਾ ਹੈ, ਸਰਬਲੋ ਬੁੰਗਾ ਹੈ, ਉੱਥੇ ਜਾਓ ਕਿਉਂਕਿ ਉੱਥੇ ਅਸੀਂ ਸਰਬਲੋ ਗ੍ਰੰਥ ਦੀ ਰਚਨਾ ਕੀਤੀ ਹੈ। ਤੇ ਫਿਰ ਉੱਥੇ ਆ ਗਏ ਚੱਲ ਕੇ ਬਾਬਾ ਨਿਧਾਨ ਸਿੰਘ ਜੀ, ਉਹ ਸੇਵਾ ਕਰਨ ਲੱਗੇ ਤੇ ਨਾਮ ਅੱਜ ਕੱਲ੍ਹ ਲੰਗਰ ਸਾਹਿਬ ਪ੍ਰਸਿੱਧ ਹੈ। ਤੇ ਸਰਬਲੋ ਸਾਹਿਬ ਦੀ ਬਾਣੀ ਪੜ੍ਹਨ ਦੇ ਨਾਲ ਅੰਨ ਧਨ ਦੀ ਕਮੀ ਨਹੀਂ ਹੁੰਦੀ। ਮਹਾਰਾਜ ਨੇ ਵਿੱਚ ਲਿਖਿਆ ਹੈ ਗ੍ਰੰਥ ਦੇ ਦਰਾਬੋ ਪਾਵਨ ਕੇ ਨਮਿਰ ਸਿਮਰੋ ਸ੍ਰੀ ਹਰਿ ਰਾਏ। ਇਹ ਹਰਿ ਰਾਏ ਵਾਹਿਗੁਰੂ ਅਕਾਲ ਪੁਰਖ ਮੈਂ ਤੈਨੂੰ ਤਾਂ ਚੇਤੇ ਕਰਦਾ ਮੇਰੇ ਪੰਥ ਵਿੱਚ ਅੰਨ ਧਨ ਦੀ ਕਮੀ ਨਾ ਰਵੇ। ਤੇ ਦੇਖ ਲਓ ਅੱਜ ਲੰਗਰ ਸਾਹਿਬ ਕੋਈ ਅੰਨ ਧਨ ਦੀ ਕਮੀ ਨਹੀਂ ਹੈ, ਉੱਥੇ ਕਿੰਨਾ ਲੰਗਰ ਵਰਤਦਾ ਪਿਆ ਹੈ। ਕਿਹੜੀਆਂ ਬਾਣੀਆਂ ਸਰਬਲੋ ਗ੍ਰੰਥ? ਸਰਬਲੋ ਗ੍ਰੰਥ ਦੇ ਵਿੱਚ 5 ਅਧਿਆਏ ਨੇ ਤੇ 5 ਅਧਿਆਇਆਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਗ੍ਰੰਥ ਲਿਖਿਆ ਹੈ। ਇਹਦੇ ਵਿੱਚ ਪਹਿਲਾਂ ਤੇ ਸ਼੍ਰੀ ਮਾਇਆ ਦਾ ਸਤੋਤਰ ਹੈ, ਫਿਰ ਦੁਰਗਾ ਦੇਵੀ ਦਾ ਦੰਤਾਂ ਦੇ ਨਾਲ ਵੀਰ ਰਸੀ ਯੁੱਧ ਹੈ ਤੇ ਬਾਅਦ ਵਿੱਚ ਸਰਬਲੋ ਭਗਵਾਨ ਦੀ ਉਤਪੱਤੀ ਤੇ ਉਹ ਵੀਰਯਨਾਥ ਦੇ ਨਾਲ ਯੁੱਧ ਕਰਦੇ ਨੇ। ਇਹਦੇ ਵਿੱਚ ਭਗਤੀ ਸ਼ਕਤੀ ਵੈਰਾਗ ਦੇ ਪ੍ਰਸੰਗ ਨੇ। ਫਿਰ ਨਾਲ ਨਾਲ ਸੱਚੇ ਪਾਤਸ਼ਾਹ ਜੀ ਨੇ ਫਾਰਸੀ 52 ਬੋਲੀਆਂ ਦੇ ਵਿੱਚ ਇਹ ਗ੍ਰੰਥ ਲਿਖਿਆ ਹੈ। ਜੰਗ ਲਿਖਦੇ ਨੇ, ਕਦੇ ਸੰਸਕ੍ਰਿਤ ਵਿੱਚ ਲਿਖਦੇ ਨੇ, ਕਦੇ ਫਾਰਸੀ ਵਿੱਚ ਲਿਖਦੇ। ਆਪ ਜੀ ਵੱਲੋਂ ਸੰਥਿਆ ਵੀ ਕਰਾਈ ਜਾਂਦੀ ਹੈ? ਸਾਡੇ ਵੱਲੋਂ ਇਸ ਗ੍ਰੰਥ ਦੀ ਸੰਥਿਆ ਵੀ ਕਰਵਾਈ ਜਾਂਦੀ ਹੈ ਤੇ ਹੁਣ ਤੱਕ ਮੈਂ 13 ਕੁ ਸੰਥਿਆ, ਜਿਹਦੇ ਵਿੱਚੋਂ 4 ਕਥਾਵਾਂ ਤੇ ਫਿਰ ਬਾਕੀ ਮੈਂ ਵਿਚਾਰ ਸੰਥਿਆ ਕਰਵਾਈਆਂ ਨੇ। ਤੇ ਬਾਬਾ ਠਾਕੁਰ ਸਿੰਘ ਜੀ ਗੁਰਮਤਿ ਵਿਦਿਆਲਾ ਕੈਰੋਂ ਵਿਖੇ ਇਹ ਗ੍ਰੰਥ ਦੀ ਕਥਾ ਵੀ ਰਿਕਾਰਡ ਹੋ ਰਹੀ ਹੈ। ਸਮਾਧਾ ਬਾਬਾ ਨੌ ਸਿੰਘ ਜੀ ਦੇ ਪਾਵਨ ਅਸਥਾਨ ਦੇ ਉੱਪਰ ਵੀ ਇਹ ਸਿੰਘ ਸ਼ਾਮ ਨੂੰ ਕਥਾ ਕਰਦੇ ਨੇ ਅਤੇ ਕਲਾਸ ਵਿੱਚ ਇਹਦੀ ਕਥਾ ਵੀ ਪੜ੍ਹਾਈ ਜਾਂਦੀ ਹੈ। ਤੇ ਇਸ ਗ੍ਰੰਥ ਦੇ ਅਖੀਰ ਦੇ ਵਿੱਚ ਫਿਰ ਜਾ ਕੇ ਮਹਾਰਾਜ ਨੇ ਆਪਣੀ ਮਨਸ਼ਾ ਲਿਖੀ ਹੈ। ਮਹਾਰਾਜ ਕਹਿੰਦੇ 9 ਲੱਖ ਇਰਾਕੀ ਮਿਲੇ ਕਿ ਮੇਰੇ ਉੱਪਰ ਕਿਰਪਾ ਕਰੋ, 9 ਲੱਖ ਘੋੜੇ ਹੋਣ ਤੇ 1.25 ਲੱਖ ਹਾਥੀ ਹੋਣ, ਫਿਰ 49 ਲੱਖ ਨਿਸ਼ਾਨ, 1 ਲੱਖ ਨਿਸ਼ਾਨ ਸਾਹਿਬ ਹੋਣ। ਫਿਰ ਕਹਿੰਦੇ ਆ ਖਾਸ ਸਵਾਰੀ ਮੋਹੇ ਚੱਲੇ 49 ਲੱਖ ਨਿਸ਼ਾਨ, ਮੇਰੀ ਵਿੱਚ ਖਾਸ ਸਵਾਰੀ ਹੋਵੇ, ਮੈਂ ਘੋੜੇ ਤੇ ਬੈਠਾ ਹੋਵਾਂ ਤੇ ਨਿਸ਼ਾਨ ਸਾਹਿਬ ਝੂਲਦੇ ਹੋਣ ਤੇ ਨਗਾਰੇ ਵੱਜਦੇ ਜਾਂਦੇ ਹੋਣ। ਤੇ ਖਾਸ ਸਵਾਰੀ ਮੋਹੇ ਚੱਲੇ 49 ਲੱਖ ਨਿਸ਼ਾਨ, ਵਾਹਿਗੁਰੂ ਕਾ ਖਾਲਸਾ ਜੀਤੇ 70 ਚੁਗਾਨ, ਜੈ ਲਾਲਚ ਗੁਣ ਤਵਾ ਕਹਿਓ ਦਾਸ ਗੋਬਿੰਦ ਸਮਾਜ, ਫਤਿਹ ਹੋਵੇ ਗੁਰੂ ਕੀ ਉਹਦੇ ਅਸਤ ਲੋ ਰਾਜ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਫਤਿਹ ਹੋਵੇ ਤੇ ਗੁਰੂ ਕੇ ਖਾਲਸੇ ਦਾ ਉਹਦੇ ਤੋਂ ਲੈ ਕੇ ਅਸਤ ਤੱਕ ਰਾਜ ਹੋਵੇ। ਮਹਾਰਾਜ ਸਾਹਿਬ ਜੀ ਨੇ ਇਹ ਰਾਜ ਦੀ ਕਾਮਨਾ ਕੀਤੀ। ਫਿਰ ਇੱਕ ਕਵਿਤਾ ਦਾ, ਜੋ ਭਾਵੇਂ ਵੈਦਿਕ ਗ੍ਰੰਥ ਨੇ ਭਾਵੇਂ ਧਾਰਮਿਕ ਸਾਡੇ ਗੁਰਮਤਿ ਦੇ ਗ੍ਰੰਥ ਨੇ, ਉਹਨਾਂ 'ਚ ਇੱਕ ਗੱਲ ਹੁੰਦੀ ਉਪਕ੍ਰਮ ਤੇ ਉਪਸੰਹਾਰ। ਜਿੱਥੋਂ ਗ੍ਰੰਥ ਸ਼ੁਰੂ ਹੋਵੇ ਉੱਥੇ ਜਾ ਕੇ ਸਮਾਪਤ ਹੋਵੇ। ਇਹ ਗ੍ਰੰਥ ਸ਼ੁਰੂ ਹੁੰਦਾ ਹੈ ਵਾਹਿਗੁਰੂ ਜੀ ਕੀ ਫਤਿਹ, ਫਤਿਹ ਤੋਂ ਸ਼ੁਰੂ ਹੋਇਆ ਹੈ ਤੇ ਅਖੀਰ ਦੇ ਉੱਪਰ ਤੋਕ ਆਉਂਦੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਫਤਿਹ ਹੋਵੇ ਸਤਿਗੁਰੂ ਕੀ ਉਹਦੇ ਅਸਤ ਲੋ ਰਾਜ। ਅਖੀਰ ਤੇ ਵੀ ਜਾ ਕੇ ਫਤਿਹ ਸ਼ਬਦ ਆਇਆ। ਫਤਿਹ ਤੋਂ ਹੀ ਸ਼ੁਰੂ ਹੋਇਆ ਤੇ ਫਤਿਹ ਤੇ ਹੀ ਇਹਦੀ ਜਾ ਕੇ ਭੋਗ ਪਿਆ, ਸਮਾਪਤੀ ਹੋਈ। ਤੇ ਜਿਹੜਾ ਇਸ ਗ੍ਰੰਥ ਨੂੰ ਪੜ੍ਹਦਾ ਏ ਉਹਦੀ 3 ਲੋਕਾਂ ਤੇ ਫਤਿਹ ਹੀ ਹੁੰਦੀ ਹੈ, ਉਹਦੀ ਫਤਿਹ ਹੀ ਹੁੰਦੀ ਹੈ। ਇਹ ਗ੍ਰੰਥ ਫਤਿਹ ਦਾ ਹੈ, ਜਿਹੜਾ ਇਹਨੂੰ ਪੜ੍ਹਦਾ ਹੈ ਉਹਦੀ ਕਦੇ ਹਾਰ ਨਹੀਂ ਹੁੰਦੀ। ਇਹ ਫਤਿਹ ਦਾ ਗ੍ਰੰਥ ਹੈ। ਵਾਹਿਗੁਰੂ ਜੀ ਕੀ ਫਤਿਹ ਇੱਥੋਂ ਸ਼ੁਰੂ ਹੋਇਆ ਤੇ ਫਤਿਹ ਹੋਵੇ ਸਤਿਗੁਰੂ ਕੀ, ਅਖੀਰ ਤੇ ਵੀ ਫਤਿਹ। ਗੁਰੂ ਨਾਨਕ ਸਾਹਿਬ ਦੇ ਘਰ ਦੀ ਫਤਿਹ ਹੋਵੇ। ਇਹ ਮਹਾਰਾਜ ਨੇ ਕਾਮਨਾ ਕੀਤੀ ਹੈ ਅਕਾਲ ਪੁਰਖ ਦੇ ਚਰਨਾਂ 'ਚ। ਮਹਾਰਾਜ ਕਹਿੰਦੇ ਇਹ ਲਾਲਚ ਮਨ ਵਿੱਚ ਰੱਖ ਕੇ ਮੈਂ ਗ੍ਰੰਥ ਉਚਾਰਿਆ ਏ ਵੀ ਮੇਰੇ ਖਾਲਸੇ ਦਾ ਰਾਜ ਹੋਵੇ, ਉਹਦੇ ਤੋਂ ਲੈ ਕੇ ਅਸਤ ਤੱਕ। ਐਸਾ ਸੱਚੇ ਪਾਤਸ਼ਾਹ ਜੀ ਦਾ ਇਸ ਗ੍ਰੰਥ ਨੂੰ ਲਿਖਣ ਦਾ ਪ੍ਰਯੋਜਨ ਹੈ। ਇਹ ਸਨ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀ ਵਾਲੇ, ਜਿਨ੍ਹਾਂ ਪਾਸੋਂ ਅੱਜ ਆਪਾਂ ਜਾਣਿਆ ਹਾਂ ਸਰਬਲੋ ਗ੍ਰੰਥ ਮਹਾਰਾਜ ਬਾਰੇ, ਜਿਸ ਦੇ ਵਿੱਚ ਆਪਾਂ ਪੁੱਛਿਆ ਗਿਆ ਹੈ ਕਿ ਇਹ ਕੀ ਹੈ, ਕਿਉਂ ਹੈ ਤੇ ਖਾਲਸੇ ਦੀ ਕੀ ਮਹੱਤਤਾ ਹੈ ਤੇ ਆਪਾਂ ਨੂੰ ਕੀ ਇਸ ਤੋਂ ਸੇਧ ਮਿਲਦੀ ਹੈ। ਗਿਆਨੀ ਗੁਰਵਿੰਦਰ ਸਿੰਘ ਦੀ ਨੰਗਲੀ, ਜਿਨ੍ਹਾਂ ਦਾ ਸਾਡੇ KPA ਚੈਨਲ ਖਾਲਸਾ ਪੰਥ ਅਮਰੀਕਾ ਵੱਲੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜਿਹੜੇ ਛਤਰੀ ਨੇ ਉਹ ਦੁਸ਼ਹਿਰਾ ਮਨਾਉਂਦੇ ਨੇ ਤੇ ਗੁਰੂ ਕਾ ਖਾਲਸਾ ਵੀ ਛਤਰੀ ਹੈ ਤੇ ਖਾਲਸਾ ਕਿਸ ਤਰੀਕੇ ਦੇ ਨਾਲ ਇਹ ਦੁਸ਼ਹਿਰਾ ਮਨਾਉਂਦੇ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਜਿਹੜੇ ਹਿੰਦੂ ਲੋਕ ਨੇ
ਉਹਦੇ ਰਾਮਨਾਦਿਕ ਦੀਆਂ ਝਾਕੀਆਂ ਕੱਢ ਕੇ ਪੁਤਲੇ ਫੂਕ ਕੇ ਇਹੋ ਜਿਹੇ ਕਰਮ ਕਰਕੇ ਦੁਸ਼ਹਿਰਾ ਮਨਾਉਂਦੇ ਨੇ। ਪਰ ਗੁਰੂ ਕੇ ਖਾਲਸੇ ਨੇ ਐਸੀ ਰੀਤੀ ਨਹੀਂ ਕਰਨੀ। ਜਿਹੜਾ ਛਤਰੀ ਹੁੰਦਾ ਹੈ ਉਹਦਾ ਇਸ਼ਟ ਸ਼ਸਤਰ ਹੁੰਦਾ ਹੈ, ਤੇ ਗੁਰੂ ਕੇ ਖਾਲਸੇ ਨੇ ਸ਼ਸਤਰ ਦਿਵਸ ਮਨਾਉਣਾ ਹੈ। ਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ ਜੀ ਦੁਸ਼ਹਿਰਾ ਆਪ ਜੀ ਨੇ ਦੱਸਿਆ ਕਿ ਅਸਾਂ ਨੇ ਰਾਮਨਾਦਿਕ ਦੀਆਂ ਝਾਕੀਆਂ ਨਹੀਂ ਕੱਢਣੀਆਂ ਤੇ ਸ਼ਸਤਰਾਂ ਦੀ ਪੂਜਾ ਕਰਨੀ। ਤੇ ਦੀਵਾਲੀ ਦੇ ਪੁਰਬ ਦੇ ਉੱਪਰ ਜਿਹੜੇ ਗ੍ਰਸਤੀ ਲੋਕ ਨੇ ਜਾਂ ਪੰਡਿਤ ਲੋਕ ਨੇ ਉਹ ਲక్ష్ਮੀ ਦੀ ਪੂਜਾ ਕਰਦੇ ਨੇ। ਤੇ ਗੁਰੂ ਕੇ ਖਾਲਸੇ ਨੇ ਦੀਵਾਲੀ ਕਿਵੇਂ ਮਨਾਉਣੀ ਹੈ? ਗੁਰੂ ਕੇ ਖਾਲਸੇ ਨੇ ਵੀ ਕੋਈ ਐਸਾ ਹੀ ਲక్ష్ਮੀ ਪੂਜਨ ਇਤਿਆਦਿ ਕਰਨਾ ਹੈ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਵੀ ਗੁਰੂ ਕੇ ਖਾਲਸੇ ਨੇ ਮਾਇਆ ਨੂੰ ਨਹੀਂ ਪੂਜਣਾ, ਮਾਇਆ ਦੇ ਪਤੀ ਨੂੰ ਪੂਜਣਾ ਹੈ। ਮਹਾਰਾਜ ਸਾਹਿਬ ਨੇ ਦਸਮ ਗ੍ਰੰਥ ਦਾ ਉਚਾਰਨ ਕੀਤਾ, ਫਿਰ ਉਸ ਸਮੇਂ ਫਿਰ ਸਰਬਲੋਕ ਗ੍ਰੰਥ ਅਲੱਗ ਕਿਉਂ ਲਿਖਣਾ ਪਿਆ? ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਤੇ ਵਿਦਿਆ ਸਾਗਰ ਗ੍ਰੰਥ ਲਿਖਿਆ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ। ਉਹ 9 ਮਨ ਦਾ ਗ੍ਰੰਥ ਸੀ, ਪੰਥ ਕੋਲ ਹੈ। ਤੇ ਉਹ ਗ੍ਰੰਥ ਜਿਸ ਵਕਤ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਿਆਗਿਆ ਤੇ ਸਰਸਾ ਦੀ ਭੇਟ ਹੋ ਗਿਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਹੁਤ ਸਾਰੀ ਬਾਣੀ ਆਪਣੇ ਜੀਵਨ ਕਾਲ ਦੇ ਵਿੱਚ ਰਚੀ ਤੇ ਆਪਣੇ 52 ਕਵੀਆਂ ਦੇ ਕੋਲੋਂ ਲਿਖਵਾਈ। ਤੇ ਮਹਾਰਾਜ ਸਾਹਿਬ ਜੀ ਨੇ ਆਪਣੀ ਹਜ਼ੂਰੀ ਵਿੱਚ 32 ਲਿਖਾਰੀ ਰੱਖੇ ਸਨ, ਤੇ ਉਹਨਾਂ ਲਿਖਾਰੀਆਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ। ਤੇ ਉਸ ਵਕਤ ਦੇਵੀ ਤੇ ਦੇਵਤੇ ਇਕੱਠੇ ਹੋ ਕੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਵਿੱਚ ਗਏ। ਤੇ ਅਕਾਲ ਪੁਰਖ ਪਰਮੇਸ਼ਰ ਨੇ ਫਿਰ ਸਰਬਲੋ ਦਾ ਅਵਤਾਰ ਧਾਰ ਕੇ ਉਹ ਰਾਖਸ਼ ਦਾ ਅੰਤ ਕੀਤਾ, ਦੇਵੀ ਅਤੇ ਦੇਵਤਿਆਂ ਦੀ ਰੱਖਿਆ ਕੀਤੀ। ਦੇਵੀ ਨੂੰ ਸੰਬੋਧਨ ਹੋ ਕੇ ਲਿਖਿਆ ਕਿ ਜਾਂ ਗੁਰੂ ਸਾਹਿਬ ਨਾਲ? ਦੇਖੋ ਜੀ, ਇਹ ਗ੍ਰੰਥ ਮਹਾਰਾਜ ਸਾਹਿਬ ਜੀ ਨੇ ਜਿਹੜਾ ਲਿਖਿਆ ਹੈ ਨਾ, ਮੰਗਲਾ ਚਰਨ। ਮੰਗਲਾ ਦਾ ਅਰਥ ਹੈ ਦੇਵੀ, ਤੇ ਚਰਨ ਦਾ ਅਰਥ ਹੈ ਚਰਨ। ਦੇਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਕੇ ਬੈਠੀ। ਸ਼ਕਤੀ ਹਮੇਸ਼ਾ ਹੀ ਸ਼ਕਤੀ ਦੇ ਅਧੀਨ ਹੁੰਦੀ ਹੈ। ਦੇਵੀ ਸ਼ਕਤੀ ਹੈ ਤੇ ਸਰਬਲੋ ਦੇਵ ਸ਼ਕਤਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਐਸਾ ਇਹ ਪ੍ਰਸੰਗ ਲਿਖਿਆ ਹੈ। ਇਹਦੇ ਤੋਂ ਇੱਕ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਪਤਨੀ ਪਤੀ ਦੇ ਅਧੀਨ ਹੋ ਕੇ ਚੱਲੇ, ਕਿਉਂਕਿ ਇਹਦੇ ਵਿੱਚ ਸਰਬਲੋ ਦੀ ਕਥਾ ਦਾ ਪ੍ਰਕਾਸ਼ ਹੁੰਦਾ ਹੈ। ਤੇ ਇਹ ਗ੍ਰੰਥ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤਾ ਹੈ ਕਿ ਜਦੋਂ ਵੀ ਕੋਈ ਹਾਰ ਕੇ ਹੰਬ ਕੇ, ਜਿਹਨੂੰ ਕੋਈ ਦੁਨੀਆ ਦੇ ਵਿੱਚ ਆਸਰਾ ਨਹੀਂ ਦਿੰਦਾ, ਢੋਈ ਕੋਈ ਨਾ ਦੇ, ਜਿਹਨੂੰ ਕੋਈ ਢੋਈ ਨਾ ਦਵੇ, ਚੇਤੇ ਆਵੇ ਉਸ ਪਾਰ ਬ੍ਰਹਮ ਲੱਗਿਆ ਨਾ ਤੱਤੀ ਵਾਓ। ਉਹਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚੇਤੇ ਆ ਜਾਵੇ ਤੇ ਉਹਨੂੰ ਤੱਤੀ ਵਾਹ ਨਹੀਂ ਲੱਗਦੀ। ਸਭੋ ਭਜੇ ਆਸਰਾ ਢੋਈ ਕੋਈ ਨਾ ਦੇ। ਜਦੋਂ ਸਾਰੇ ਆਸਰੇ ਭੱਜ ਜਾਣ ਤੇ ਕੋਈ ਢੋਈ ਨਾ ਦੇਵੇ, ਉਦੋਂ ਅਕਾਲ ਪੁਰਖ ਢੋਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। KPA TV ਚੈਨਲ ਤੇ ਸਾਰਿਆਂ ਸੱਜਣਾਂ ਦਾ ਧੰਨਵਾਦ ਜੀ ਆਇਆਂ ਨੂੰ। ਅੱਜ ਆਪਣੇ ਨਾਲ ਗਿਆਨੀ ਗੁਰਵਿੰਦਰ ਸਿੰਘ ਜੀ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਆਪਣੇ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਦੇ ਨਾਲ ਅੱਜ ਆਪਾਂ ਸ਼੍ਰੀ ਸਰਬਲੋਕ ਗ੍ਰੰਥ ਦੇ ਬਾਬਤ ਜਾਣਕਾਰੀ ਪ੍ਰਾਪਤ ਕਰਦੇ ਹਾਂ। ਆਓ ਗਿਆਨੀ ਜੀ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਸਰਬਲੋਕ ਗ੍ਰੰਥ ਕੀ ਹੈ? ਸਰਬਲੋਕ ਗ੍ਰੰਥ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਲਿਖਿਆ ਮਹਾਨ ਸਾਹਿਤ ਹੈ, ਜਿਹਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁਰਖ ਕੀ ਰੱਛਾ ਹਮਨੈ, ਸਰਬਲੋ ਦੀ ਰੱਛਾ ਹਮਨੈ, ਸਰਬ ਕਾਲ ਜੀ ਦੀ ਰੱਛਾ ਹਮਨੈ, ਸਰਬਲੋ ਜੀ ਦੀ ਸਦਾ ਰੱਛਾ ਹਮਨੈ। ਇਹ ਜੋ ਅਕਾਲ ਉਸਤਤ ਦੇ ਸ਼ੁਰੂ ਵਿੱਚ ਸ਼ਲੋਕ ਆਉਂਦੇ ਨੇ, ਇਹਨਾਂ ਦੀ ਸੱਚੇ ਪਾਤਸ਼ਾਹ ਜੀ ਨੇ ਭਰਪੂਰ ਵਿਆਖਿਆ ਕੀਤੀ ਹੈ। ਪਿਆਰੇ ਭਾਈ ਦਇਆ ਸਿੰਘ ਜੀ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਕਸਰ ਪੁੱਛਦੇ ਰਹਿੰਦੇ, ਸੱਚੇ ਪਾਤਸ਼ਾਹ ਜੀ ਜੋ ਆਪ ਜੀ ਨੇ ਸਰਬਲੋ ਕਹਿ ਕਰਕੇ ਤੇ ਸਰਬਲੋ ਦੇ ਕੋਲੋਂ ਰੱਖਿਆ ਦੀ ਮੰਗ ਕੀਤੀ ਹੈ, ਇਹ ਸਰਬਲੋ ਅਵਤਾਰ ਕਦੋਂ ਹੋਇਆ ਹੈ?
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵਕਤ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਦੀ ਧਰਤੀ ਦੇ ਉੱਪਰ ਗਏ ਨੇ, ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਇਹ ਗ੍ਰੰਥ ਦੀ ਰਚਨਾ ਕੀਤੀ ਹੈ। ਤੇ ਇਸ ਗ੍ਰੰਥ ਵਿੱਚ ਹੀ ਲਿਖਿਆ, ਅਕਾਲ ਉਸਤਤ ਕੇ ਆਦਿ ਸਲੋਕ ਜੀ ਸਰਬਲੋਕ ਹੀ ਰਚਿਆ। ਜੋ ਅਕਾਲ ਉਸਤਤ ਦੇ ਮੁੱਢ ਵਿੱਚ ਸਲੋਕ ਆਉਂਦਾ ਹੈ, ਸਰਬਲੋ ਦੀ ਰਚਿਆ ਵਾਲਾ, ਉਸ ਸਰਬਲੋ ਅਵਤਾਰ ਦੇ ਵਿਖਿਆਨ ਵਿੱਚ ਉਹ ਸਰਬਲੋ ਗ੍ਰੰਥ ਅਵਤਾਰ ਦਾ ਜੋ ਪ੍ਰਸੰਗ ਹੈ, ਇਸ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਇਹ ਗ੍ਰੰਥ ਕਿਉਂ ਲਿਖਣਾ ਪਿਆ ਜੀ? ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਗ੍ਰੰਥ, ਇੱਕ ਤੇ ਜਦੋਂ ਸੰਪਰਦਾਵਾਂ ਦੇ ਵਿੱਚ ਸੀਨੇ ਬਸੀਨੇ ਇਸ ਤਰੀਕੇ ਦੇ ਨਾਲ ਇਹ ਗੱਲ ਮੰਨੀ ਜਾਂਦੀ ਹੈ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਗੁਰਮੁਖ ਪ੍ਰਕਾਸ਼ ਗ੍ਰੰਥ ਦੇ ਵਿੱਚ ਵੀ ਲਿਖਿਆ ਹੈ। ਤੇ ਇੱਕ ਸਿੱਖ ਇਤਿਹਾਸ ਦੇ ਬਹੁਤ ਵੱਡੇ ਵਿਦਵਾਨ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਫ਼ਰਨਾਮਾ ਤੇ ਜ਼ਫਰਨਾਮਾ ਲਿਖਿਆ, ਈਸ਼ਰ ਸਿੰਘ ਜੀ ਨਾਰਾ, ਉਹਨਾਂ ਨੇ ਹੋਰ ਵੀ ਪੁਸਤਕ ਲਿਖੇ ਨੇ। ਅਤੇ ਇਸੇ ਹੀ ਤਰੀਕੇ ਦੇ ਨਾਲ ਸ਼੍ਰੀ ਹੇਮਕੁੰਟ ਸਾਹਿਬ ਦਾ ਇਤਿਹਾਸ, ਤੇ ਇਹਨਾਂ ਗ੍ਰੰਥਾਂ ਦੇ ਵਿੱਚ ਸਾਨੂੰ ਇਹ ਗੱਲ ਪੜ੍ਹਨ ਨੂੰ, ਸੁਣਨ ਨੂੰ, ਦੇਖਣ ਨੂੰ ਮਿਲਦੀ ਹੈ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵਕਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਦੇ ਉੱਪਰ ਗਏ ਨੇ, ਤੇ ਮਹਾਰਾਜ ਸਾਹਿਬ ਜੀ 14 ਮਹੀਨੇ ਉਸ ਅਸਥਾਨ ਦੇ ਉੱਪਰ ਟਿਕਾ ਕਰਦੇ ਰਹੇ ਨੇ। ਤੇ ਉੱਥੇ ਹੀ ਮਹਾਰਾਜ ਸਾਹਿਬ ਜੀ ਨੇ 10ਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਾਏ ਨੇ, ਅਤੇ ਗੁਰੂ ਕੇ ਸਿੰਘਾਂ ਨੇ ਅਰਥ ਮਹਾਰਾਜ ਸਾਹਿਬ ਜੀ ਦੀ ਰਚਨਾ ਤੋਂ ਸਰਵਣ ਕੀਤੇ ਨੇ। ਤੇ ਗੁਰੂ ਖਾਲਸੇ ਦੇ ਵਿੱਚ ਇਹ ਰਵਾਇਤ ਹੈ ਵੀ ਜਦੋਂ ਦੁਸ਼ਹਿਰੇ ਦਾ ਪੁਰਬ ਆਉਂਦਾ ਹੈ ਤੇ ਗੁਰੂ ਕਾ ਖਾਲਸਾ ਸ਼ਸਤਰਾਂ ਦੀ ਪੂਜਾ ਕਰਦਾ ਹੈ। ਸਤਿਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਿਆਰੇ ਭਾਈ ਦਇਆ ਸਿੰਘ ਜੀ ਦੇ ਨਾਲ ਮਹਾਰਾਜ ਦਾ ਇਹ ਵਰਤਾਂਤ ਹੋਇਆ ਸੀ। ਮਹਾਰਾਜ ਜਿਹੜੇ ਛਤਰੀ ਨੇ ਉਹ ਦੁਸ਼ਹਿਰਾ ਮਨਾਉਂਦੇ ਨੇ, ਤੇ ਗੁਰੂ ਕਾ ਖਾਲਸਾ ਵੀ ਛਤਰੀ ਹੈ, ਤੇ ਖਾਲਸਾ ਕਿਸ ਤਰੀਕੇ ਦੇ ਨਾਲ ਇਹ ਦੁਸ਼ਹਿਰਾ ਮਨਾਵੇ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਜਿਹੜੇ ਹਿੰਦੂ ਲੋਕ ਨੇ ਉਹਦੇ ਰਾਵਣ ਆਦਿਕ ਦੀਆਂ ਝਾਕੀਆਂ ਕੱਢ ਕੇ, ਪੁਤਲੇ ਫੂਕ ਕੇ, ਇਹੋ ਜਿਹੇ ਕਰਮ ਕਰਕੇ ਦੁਸ਼ਹਿਰਾ ਮਨਾਉਂਦੇ ਨੇ, ਪਰ ਗੁਰੂ ਕੇ ਖਾਲਸੇ ਨੇ ਐਸੀ ਰੀਤੀ ਨਹੀਂ ਕਰਨੀ। ਜਿਹੜਾ ਛਤਰੀ ਹੁੰਦਾ ਹੈ ਉਹਦਾ ਇਸ਼ਟ ਸ਼ਸਤਰ ਹੁੰਦਾ ਹੈ, ਤੇ ਗੁਰੂ ਕੇ ਖਾਲਸੇ ਨੇ ਸ਼ਸਤਰ ਦਿਵਸ ਮਨਾਉਣਾ ਹੈ, ਸ਼ਸਤਰਾਂ ਦੀ ਪੂਜਾ ਕਰਨੀ ਹੈ। ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਸ਼ਸਤਰ ਪੂਜਨ ਦਾ ਦਿਵਸ ਮਹਾਰਾਜ ਸਾਹਿਬ ਨੇ ਮਨਾਉਣਾ ਸ਼ੁਰੂ ਕੀਤਾ। ਉੱਚੇ ਪਲੰਘੇ ਦੇ ਉੱਪਰ ਸ਼ਸਤਰ ਸਜਾਉਣੇ, ਪਹਿਲਾਂ ਸ਼ਸਤਰਾਂ ਦੀ 9 ਦਿਨ ਸੇਵਾ ਕਰਨੀ, ਤੇ ਫਿਰ ਸ਼ਸਤਰਾਂ ਦਾ ਆਖਰੀ ਦਿਨ ਪੂਜਨ ਕਰਨਾ। ਜਾਪ ਸਾਹਿਬ, ਅਕਾਲ ਉਸਤਤ, ਚੰਡੀ ਚਰਿੱਤਰ, ਚੰਡੀ ਦੀ ਵਾਰ, ਉਗਰਦੰਤੀ, ਬ੍ਰਹਮ ਕਵਚ, ਇਹਨਾਂ ਬਾਣੀਆਂ ਦਾ ਪਾਠ ਕਰਨਾ ਗੁਰਪ੍ਰਤਾਪ ਸੂਰਿਆ ਗ੍ਰੰਥ ਵਿੱਚ ਇਸ ਤਰੀਕੇ ਦੇ ਨਾਲ ਲਿਖਿਆ ਹੋਇਆ ਹੈ। ਜਦੋਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚਖੰਡ ਸ੍ਰੀ ਹਜੂਰ ਸਾਹਿਬ ਗਏ, ਤੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਮਹਾਰਾਜ ਨੂੰ ਸਵਾਲ ਕੀਤਾ, ਸੱਚੇ ਪਾਤਸ਼ਾਹ ਜੀ ਦੁਸ਼ਹਿਰਾ ਆਪ ਜੀ ਨੇ ਦੱਸਿਆ ਕਿ ਅਸਾਂ ਨੇ ਰਾਵਣ ਆਦਿਕ ਦੀਆਂ ਝਾਕੀਆਂ ਨਹੀਂ ਕੱਢਣੀਆਂ ਤੇ ਸ਼ਸਤਰਾਂ ਦੀ ਪੂਜਾ ਕਰਨੀ ਹੈ। ਤੇ ਦੀਵਾਲੀ ਦੇ ਪੁਰਬ ਦੇ ਉੱਪਰ ਜਿਹੜੇ ਗ੍ਰਸਤੀ ਲੋਕ ਨੇ ਜਾਂ ਪੰਡਿਤ ਲੋਕ ਨੇ ਉਹ ਲక్ష్ਮੀ ਦੀ ਪੂਜਾ ਕਰਦੇ ਨੇ, ਤੇ ਗੁਰੂ ਕੇ ਖਾਲਸੇ ਨੇ ਦੀਵਾਲੀ ਕਿਵੇਂ ਮਨਾਉਣੀ ਹੈ? ਗੁਰੂ ਕੇ ਖਾਲਸੇ ਨੇ ਵੀ ਕੋਈ ਐਸਾ ਹੀ ਲక్ష్ਮੀ ਪੂਜਨ ਇਤਿਆਦਿ ਕਰਨਾ ਹੈ। ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਵੀ ਗੁਰੂ ਕੇ ਖਾਲਸੇ ਨੇ ਮਾਇਆ ਨੂੰ ਨਹੀਂ ਪੂਜਣਾ, ਮਾਇਆ ਦੇ ਪਤੀ ਨੂੰ ਪੂਜਣਾ ਹੈ, ਕਿਉਂਕਿ ਇਹ ਸੰਸਾਰ ਦੀ ਰਚਨਾ ਮਾਇਆ ਦੇ ਸੰਯੁਕਤ ਜਦੋਂ ਅਕਾਲ ਪੁਰਖ ਪਰਮੇਸ਼ਰ ਹੋਇਆ ਤੇ ਉਸ ਵਕਤ ਹੋਈ। ਕੱਲਾ ਜੋ ਨਿਰਾਕਾਰ ਹੈ ਉਹ ਸੰਸਾਰ ਦੀ ਉਤਪੱਤੀ ਨਹੀਂ ਕਰ ਸਕਦਾ। ਉਹਨੇ ਸਵਾਲ ਪੁੱਛਦੇ ਨੇ ਜੀ ਮਾਇਆ ਕਿੱਥੋਂ ਆਇਆ? ਮਹਾਰਾਜ ਦੀ ਬਾਣੀ ਵਿੱਚ ਲਿਖਿਆ, ਆਪਣੀ ਮਾਇਆ ਆਪ ਪਸਾਰੀ, ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਜਪਜੀ ਸਾਹਿਬ ਵਿੱਚ ਤੋਕ ਆਉਂਦੀ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਦੋਂ ਮਾਈ ਦਾ ਅਰਥ ਹੁੰਦਾ ਮਾਇਆ ਸੰਯੁਗਤ ਹੋਇਆ, ਤੇ ਉਸ ਵਕਤ ਇਹ ਮਾਇਆ ਪ੍ਰਸੂਤ ਹੋਈ, ਉਹਦੇ ਵਿੱਚੋਂ 3 ਗੁਣ ਕਹਿ ਲਓ ਜਾਂ 3 ਦੇਵਤੇ ਕਹਿ ਲਓ ਪੈਦਾ ਹੋਏ।
ਉਸ ਤੋਂ ਸੰਸਾਰ ਦਾ ਕਾਰ ਵਿਵਹਾਰ ਚੱਲਿਆ ਤੇ ਮਹਾਰਾਜ ਕਹਿਣ ਲੱਗੇ ਉਹ ਸਰਗੁਣ ਸਰੂਪ ਦੀ ਗੁਰੂ ਕੇ ਖਾਲਸੇ ਨੇ ਪੂਜਾ ਕਰਨੀ। ਤੇ ਮਹਾਰਾਜ ਨੇ ਸ੍ਰੀ ਮਾਇਆ ਦਾ ਅਸਤੋਤਰ ਉਚਾਰਿਆ। ਤੋ ਜਿਵੇਂ ਆਮ ਸ਼ਬਦ ਪੁਰਖ ਵਾਸਤੇ ਆਪਾਂ ਵਰਤਦੇ ਹਾਂ ਸ੍ਰੀਮਾਨ, ਸ੍ਰੀਮਾਨ ਦਾ ਅਰਥ ਹੁੰਦਾ ਹੈ ਜੋ ਮਾਨ ਵਾਲਾ ਹੋਵੇ। ਸ੍ਰੀ ਦਾ ਅਰਥ ਵਾਲਾ ਤੇ ਮਾਨ ਮੈਨੇ ਸਤਿਕਾਰ। ਅਤੇ ਜਿਹੜੀ ਔਰਤ ਮੱਤ ਵਾਲੀ ਹੋਵੇ ਉਹਨੂੰ ਕਹਿ ਦਿੰਦੇ ਆ ਜੀ ਸ੍ਰੀਮਤੀ, ਮੱਤ ਵਾਲੀ ਔਰਤ। ਇੱਦਾਂ ਹੀ ਸੱਚੇ ਪਾਤਸ਼ਾਹ ਜੀ ਨੇ ਅਸਤੋਤਰ ਬਣਾਇਆ ਸ੍ਰੀ ਮਾਇਆ, ਮਾਇਆ ਤੇ ਮਾਇਆ ਵਾਲਾ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ। ਸੰਸਕ੍ਰਿਤ ਦੇ ਵਿਦਵਾਨਾਂ ਨੇ ਸ੍ਰੀ ਦਾ ਅਰਥ ਸ਼੍ਰੇ ਵੀ ਕੀਤਾ ਹੈ। ਸ਼੍ਰੇ ਮੁਕਤੀ ਨੂੰ ਕਹਿੰਦੇ ਆ, ਜੋ ਮੁਕਤੀ ਦੇਵੇ ਉਹ ਅਕਾਲ ਪੁਰਖ ਤੇ ਮਾਇਆ ਦੋਨਾਂ ਨੇ ਮਿਲ ਕੇ ਸੰਸਾਰ ਦੀ ਉਤਪੱਤੀ ਕੀਤੀ ਹੈ। ਤੇ ਉਹ ਐਸਾ ਜੋ ਪਰਮੇਸ਼ਰ ਦਾ ਭਵਾਨੀ ਸਰੂਪ ਹੈ, ਪਰਮੇਸ਼ਰ ਦਾ ਸਰਗੁਣ ਸਰੂਪ ਹੈ, ਬੈਰਾਟ ਸਰੂਪ ਹੈ, ਉਹਦੀ ਵਿਆਖਿਆ ਮਹਾਰਾਜ ਸਾਹਿਬ ਜੀ ਨੇ ਕੀਤੀ। ਪਿਆਰੇ ਭਾਈ ਦਇਆ ਸਿੰਘ ਦੇ ਪੁੱਛਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਲਿਖਾਉਣਾ ਸ਼ੁਰੂ ਕੀਤੀ। ਜਦੋਂ ਮਹਾਰਾਜ ਸਾਹਿਬ ਨੇ ਦਸਮ ਗ੍ਰੰਥ ਦਾ ਉਚਾਰਨ ਕੀਤਾ, ਫਿਰ ਉਸ ਸਮੇਂ ਫਿਰ ਸਰਬਲੋਕ ਗ੍ਰੰਥ ਅਲੱਗ ਕਿਉਂ ਲਿਖਣਾ ਪਿਆ? ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਤੇ ਵਿਦਿਆ ਸਾਗਰ ਗ੍ਰੰਥ ਲਿਖਿਆ ਸੀ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ। ਉਹ 9 ਮਨ ਦਾ ਗ੍ਰੰਥ ਸੀ, ਪੰਥ ਕੋਲ ਹੈ। ਤੇ ਉਹ ਗ੍ਰੰਥ ਜਿਸ ਵਕਤ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਤਿਆਗਿਆ ਤੇ ਸਰਸਾ ਦੀ ਭੇਟ ਹੋ ਗਿਆ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਹੁਤ ਸਾਰੀ ਬਾਣੀ ਆਪਣੇ ਜੀਵਨ ਕਾਲ ਦੇ ਵਿੱਚ ਰਚੀ ਤੇ ਆਪਣੇ 52 ਕਵੀਆਂ ਦੇ ਕੋਲੋਂ ਲਿਖਵਾਈ। ਤੇ ਮਹਾਰਾਜ ਸਾਹਿਬ ਜੀ ਨੇ ਆਪਣੀ ਹਜ਼ੂਰੀ ਵਿੱਚ 32 ਲਿਖਾਰੀ ਰੱਖੇ ਸਨ ਤੇ ਉਹਨਾਂ ਲਿਖਾਰੀਆਂ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ। ਮਹਾਰਾਜ ਸਾਹਿਬ ਜੀ ਜਿਹੜੀ ਰਚਨਾ ਕਰਦੇ, ਬਾਬਾ ਜੀ ਉਹ ਰਚਨਾ ਦੇ ਅੱਗੇ ਉਤਾਰੇ ਕਰਵਾਉਂਦੇ 32 ਲਿਖਾਰੀਆਂ ਦੇ ਕੋਲੋਂ। ਫਿਰ ਉਹਨਾਂ ਸਮਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸੀ ਛਪਦੇ, ਕਿਉਂਕਿ ਪ੍ਰੈਸਾਂ ਆਦਿਕਾਂ ਦਾ ਤੇ ਕੋਈ ਪ੍ਰਬੰਧ ਨਹੀਂ ਸੀ। ਉਹਨਾਂ ਸਮਿਆਂ 'ਚ ਜਦੋਂ ਕਿਸੇ ਗੁਰਸਿੱਖ ਨੇ ਜਾਣਾ ਤੇ ਮਹਾਰਾਜ ਨੇ ਵਿਸਾਖੀ ਤੇ ਹੋਲੇ ਮਹੱਲੇ ਤੇ ਬਖਸ਼ਿਸ਼ ਰੂਪ ਦੇ ਵਿੱਚ ਕੋਈ ਮੁਖੀ ਸਿੰਘ ਜਾਣ ਕੇ ਉਹਨੂੰ ਇੱਕ ਪੋਥੀ ਦੇ ਦੇਣੀ ਤੇ ਨਾਲ ਉਹਨੂੰ ਸਿਰੋਪਾਓ ਦੇਣਾ ਤੇ ਕਹਿਣਾ ਆਪਣੇ ਗੁਰਦੁਆਰੇ ਗੁਰਧਾਮ ਧਰਮਸ਼ਾਲਾ ਵਿੱਚ ਇਹ ਪੋਥੀ ਦਾ ਪ੍ਰਕਾਸ਼ ਕਰੋ, ਇਹ ਬਾਣੀ ਦਾ ਪ੍ਰਚਾਰ ਕਰੋ ਤੇ ਸਿੱਖਾਂ ਨੂੰ ਪੜ੍ਹਾਓ। ਅਤੇ ਜਿਸ ਵਕਤ ਸਰਸਾ ਨਦੀ ਦੀ ਭੇਟ ਮਹਾਰਾਜ ਸਾਹਿਬ ਜੀ ਦਾ ਵਿਦਿਆ ਸਾਗਰ ਗ੍ਰੰਥ ਭੇਟ ਹੋ ਗਿਆ ਤੇ ਉਹਦੇ ਤੋਂ ਬਾਅਦ ਪਿਆਰੇ ਭਾਈ ਮਨੀ ਸਿੰਘ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਤੇ ਹੋਰਨਾਂ ਅਨੇਕਾਂ ਗੁਰੂ ਕਿਆਂ ਸਿੱਖਾਂ ਨੇ ਯਤਨ ਕੀਤਾ ਵੀ 10ਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਇਕੱਠਿਆਂ ਕੀਤਾ ਜਾਵੇ। ਫਿਰ ਉਹਨਾਂ ਨੂੰ ਜਿੱਥੇ ਜਿੱਥੇ ਪਤਾ ਸੀ ਵੀ ਆਹ ਸਿੱਖ ਕੋਲ ਇਹ ਬਾਣੀ ਹੈਗੀ ਹੈ, ਉਹਨਾਂ ਨੇ ਪੱਤਰ ਭੇਜੇ ਅਤੇ ਉਹ ਪੱਤਰ ਭੇਜ ਕੇ ਜਿਹੜੀ ਜਿਹੜੀ ਪੋਥੀ ਮਿਲਦੀ ਗਈ ਉਹ ਪੋਥੀ ਲੈ ਕੇ ਤੇ ਉਹ ਸਰੂਪਾਂ ਦੇ ਵਿੱਚ ਦਰਜ ਕੀਤੀ। ਫਿਰ ਜਿਹੜੇ ਪੁਰਾਣੇ ਸਾਨੂੰ ਹੱਥ ਲਿਖਤ 10ਵੇਂ ਪਾਤਸ਼ਾਹ ਜੀ ਦੇ ਸਰੂਪ ਮਿਲਦੇ ਨੇ, ਉਹਨਾਂ ਵਿੱਚ ਜਿਵੇਂ ਹੁਣ ਛਾਪੇ ਦਾ ਤذਕਰਾ ਹੈ ਐਸਾ ਤذਕਰਾ ਨਹੀਂ। ਕਿਸੇ ਦੇ ਵਿੱਚ ਜਾਪ ਸਾਹਿਬ ਲਿਖ ਕੇ ਬਾਅਦ ਵਿੱਚ ਅਵਤਾਰਾਂ ਦੀ ਕਥਾ ਹੈ, ਬਾਅਦ ਵਿੱਚ ਚੰਡੀ ਆਉਂਦੀ ਹੈ। ਕਿਸੇ ਦੇ ਵਿੱਚ ਜਾਪ ਸਾਹਿਬ ਲਿਖ ਕੇ ਅਕਾਲ ਉਸਤਤ ਲਿਖ ਕੇ ਤੇ ਬਾਅਦ ਵਿੱਚ ਚੰਡੀ ਚਰਿੱਤਰ ਆ ਜਾਂਦੇ ਨੇ, ਬਚਿੱਤਰ ਨਾਟਕ ਪਿੱਛੇ ਹੈ। ਕਈਆਂ ਦੇ ਚਰਿੱਤਰ ਪਹਿਲਾਂ ਲਿਖੇ ਨੇ ਤੇ ਦੂਸਰੀ ਅਵਤਾਰਾਂ ਦੀ ਕਥਾ ਪਿੱਛੇ ਲਿਖੀ ਹੈ। ਐਸੇ ਅਨੇਕਾਂ ਤਰੀਕਿਆਂ ਦੇ ਸਰੂਪ 10ਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਸਾਨੂੰ ਪ੍ਰਾਪਤ ਹੁੰਦੇ ਨੇ। ਪਿਆਰੇ ਭਾਈ ਮਨੀ ਸਿੰਘ ਜੀ ਨੇ ਮਾਤਾ ਸੁੰਦਰੀ ਜੀ ਦੀ ਆਗਿਆ ਵਿੱਚ ਰਹਿ ਕਰਕੇ 10ਵੇਂ ਪਾਤਸ਼ਾਹ ਜੀ ਬਾਣੀ ਨੂੰ ਇਕੱਠਿਆਂ ਕੀਤਾ ਅਤੇ 10ਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਇਕੱਠਿਆਂ ਕਰਦਿਆਂ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਵਿੱਚ ਭਾਈ ਮਨੀ ਸਿੰਘ ਜੀ ਰਹਿੰਦੇ ਸਨ ਤੇ ਮਾਤਾ ਜੀ ਦਿੱਲੀ 'ਚ ਰਹਿੰਦੇ ਸੀ। ਉਹਨਾਂ ਸਮਿਆਂ 'ਚ ਫੋਨ ਇਤਿਆਦਿ ਦਾ ਕੋਈ ਐਸਾ ਸਿਸਟਮ ਨਹੀਂ ਸੀ ਹੁੰਦਾ, ਪੱਤਰ ਲਿਖ ਕੇ ਭੇਜੇ ਜਾਂਦੇ ਸਨ। ਤੇ ਪਿਆਰੇ ਭਾਈ ਮਨੀ ਸਿੰਘ ਜੀ ਨੇ ਪੱਤਰ ਲਿਖ ਕੇ ਭੇਜਿਆ ਮਾਤਾ ਜੀ ਨੂੰ। ਉਹ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਭਾਈ ਮਨੀ ਸਿੰਘ ਸਾਹਿਬ ਜੀ ਨੇ ਖੋਜ ਕੀਤੀ, ਖੋਜ ਕਰਕੇ ਬਾਣੀ ਇਕੱਤਰ ਕੀਤੀ ਤੇ ਕੁਝ ਬਾਣੀ ਬਾਹਰ ਵੀ ਰਹਿ ਗਈ, ਜਿਹੜੀ ਉਹਨਾਂ ਨੂੰ ਨਹੀਂ ਪ੍ਰਾਪਤ ਹੋਈ। ਉਹਨਾਂ ਨੂੰ ਭਾਲ ਸੀ ਕ੍ਰਿਸ਼ਨ ਅਵਤਾਰ ਦੇ ਬਾਬਤ। ਉਹਨਾਂ ਲਿਖਿਆ ਕਿ ਮਾਤਾ ਜੀ ਮੈਨੂੰ ਕ੍ਰਿਸ਼ਨ ਅਵਤਾਰ ਦਾ ਪੂਰਬਾਰਧ ਮਿਲ ਗਿਆ, ਉਤਰਾਰਧ ਨਹੀਂ ਮਿਲਿਆ। ਭਾਵ ਮੈਨੂੰ ਪਹਿਲਾ ਹਿੱਸਾ ਮਿਲ ਗਿਆ ਹੈ, ਬਾਅਦ ਦਾ ਹਿੱਸਾ ਮੈਨੂੰ ਪ੍ਰਾਪਤ ਨਹੀਂ ਹੋਇਆ। ਜੋ 10ਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਜੋ ਗ੍ਰੰਥ ਹੈ, ਜੋ ਸਾਡੇ ਕੋਲ ਛਾਪੇ ਦਾ ਹੁਣ ਮੌਜੂਦ ਹੈ, ਉਹਦੇ ਵਿੱਚ ਕ੍ਰਿਸ਼ਨ ਅਵਤਾਰ ਦਾ ਪੂਰਬਾਰਧ ਭਾਵ ਜਨਮ ਤੋਂ ਲੈ ਕੇ ਅੱਧ ਵਿਚਕਾਰ ਤੱਕ ਦੀ ਕਥਾ ਹੈ। ਅੱਧ ਵਿਚਕਾਰ ਤੋਂ ਲੈ ਕੇ ਅਖੀਰ ਤੱਕ ਦੀ ਕਥਾ ਉਹਦੇ ਵਿੱਚ ਨਹੀਂ ਹੈ। ਤੋ ਇਸ ਤਰੀਕੇ ਦੇ ਨਾਲ ਇੱਕ ਚਰਿੱਤਰ 405 ਗਿਣਤੀ ਹੈ, 404 ਹੀ ਚਰਿੱਤਰ ਸਾਨੂੰ ਮਿਲਦੇ ਨੇ।
ਇਸ ਤਰੀਕੇ ਦੇ ਨਾਲ ਇਹ ਛਾਪੇ ਦੀ ਜਿਹੜੀਆਂ ਬੀੜਾਂ ਨੇ ਇਹਨਾਂ ਵਿੱਚ ਉਹ ਬਾਣੀ ਅਜੇ ਗੁਪਤ ਵੀ ਹੈ ਜਿਹੜੀ ਸੱਚੇ ਪਾਤਸ਼ਾਹ ਜੀ ਨੇ ਲਿਖਾਈ ਸੀ ਅਤੇ ਮਹਾਰਾਜ ਸਾਹਿਬ ਜੀ ਨੇ ਪੋਥੀਆਂ ਦੇ ਕੇ ਗੁਰੂ ਕੇ ਸਿੱਖਾਂ ਨੂੰ ਭੇਜਿਆ। ਹੁਣ ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਆ ਗਿਆ, ਉਹ ਜਿਹੜੀਆਂ ਪੋਥੀ ਸਾਹਿਬ ਨੇ ਉਹ ਪ੍ਰਗਟ ਹੋ ਰਹੀਆਂ ਨੇ, ਕਿਉਂਕਿ ਅੱਜ ਕੱਲ੍ਹ ਫੋਟੋ ਖਿੱਚੋ ਬੈਠੇ ਇੱਥੇ ਹੈ, ਅਮਰੀਕਾ ਵਿੱਚ ਫੋਟੋ ਚਲੀ ਜਾਂਦੀ ਹੈ। ਉਹ ਹੌਲੀ ਹੌਲੀ ਜਿਹੜੀਆਂ ਗੁਪਤ ਵਸਤੂਆਂ ਨੇ ਉਹ ਪ੍ਰਗਟ ਹੋ ਰਹੀਆਂ ਨੇ। ਜਿਵੇਂ ਪਿਆਰਾ ਸਿੰਘ ਜੀ ਪਦਮ ਨੇ ਲਿਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਗਤਾਂ ਦੇ ਜੀਵਨ ਦਾ ਇੱਕ ਗ੍ਰੰਥ ਵੀ ਲਿਖਿਆ ਸੀ, ਪ੍ਰੇਮ ਅੰਬੋਧ, ਜਿਹਦੇ ਵਿੱਚ ਮਹਾਰਾਜ ਨੇ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਉਹ ਇੱਕ ਮਹਾਰਾਜ ਦਾ ਗ੍ਰੰਥ ਸੀ ਅਤੇ ਉਹਦੀ 1753 ਸ਼ਾਇਦ ਬਿਕਰਮੀ ਹੈ ਅਤੇ ਉਹ ਸਾਡੇ ਕੋਲ ਗ੍ਰੰਥ ਹੈ। ਸਰਬਲੂ ਬੁੰਗਾ ਨੰਗਲੀ ਦੇ ਵਿੱਚ ਉਹ ਗ੍ਰੰਥ ਸ਼ੁਭਾਇਮਾਨ ਹੈ, ਹੱਥ ਲਿਖਤ, ਉਹਦੀ ਇੱਕ ਕਾਪੀ। ਕੱਟੂ ਦੇ ਵਿੱਚ ਬਾਬਾ ਧਿਆਨ ਸਿੰਘ ਜੀ ਹੋਏ ਨੇ, ਉਹਨਾਂ ਨੇ ਦਸਮ ਦੀ ਬਾਣੀ ਦਾ ਬੜਾ ਪ੍ਰਚਾਰ ਕੀਤਾ। ਉਹਨਾਂ ਨੇ ਇੱਕ ਸਰਬਲੋ ਪ੍ਰਕਾਸ਼ ਗ੍ਰੰਥ ਦੀ ਅਤੇ ਦਸਮ ਦੀ ਬੀੜ ਇਕੱਠੀ ਵੀ ਤਿਆਰ ਕੀਤੀ। ਅਤੇ ਦੂਸਰਾ ਜੋ ਦਸਮ ਦੀ ਬਾਣੀ ਹੈ ਅਤੇ ਸਰਬਲੋ ਦੀ ਬਾਣੀ ਹੈ, ਇਹਦਾ ਆਪਸ ਵਿੱਚ ਬਹੁਤ ਗਹਿਰਾ ਸੰਬੰਧ ਹੈ। ਇਹ ਬਾਣੀ ਜੁਦਾ ਜੁਦਾ ਨਹੀਂ ਹੈ। ਇਹ ਤੇ ਗ੍ਰੰਥ ਸਾਹਿਬ ਭਾਰਾ ਨਾ ਹੋ ਜਾਵੇ, ਇਸ ਵਾਸਤੇ ਇਹਨੂੰ 2 ਜਿਲਦਾਂ ਵਿੱਚ ਕਰ ਦਿੱਤਾ। ਸਰਬਲੋ ਗ੍ਰੰਥ ਨਾ ਕਿਉਂ ਦਿੱਤਾ ਗਿਆ, ਇਸ ਦਾ ਕੀ ਮਾਮਲਾ? ਸਰਬਲੋ ਗ੍ਰੰਥ ਤਾਂ ਦਿੱਤਾ ਗਿਆ ਨਾ ਕਿਉਂਕਿ ਇਹਦੇ ਵਿੱਚ ਸਰਬਲੋ ਅਵਤਾਰ ਦੀ ਕਥਾ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਮ ਲਿਖਿਆ ਹੈ, ਮਹਾਰਾਜ ਨੇ ਇਸ ਗ੍ਰੰਥ ਦਾ ਨਾਮ ਲਿਖਿਆ ਮੰਗਲਾਚਰਨ, ਅਤੇ ਮੰਗਲਾਚਰਨ ਦਾ ਅਰਥ ਹੁੰਦਾ ਮੰਗਲਾ ਨਾਮ ਦੇਵੀ ਦਾ ਹੈ, ਦੁਰਗਾ ਦੇਵੀ ਦਾ। ਅਤੇ ਇਹਦੇ ਵਿੱਚ ਐਸਾ ਵਰਤਾਂਤ ਚੱਲਦਾ ਹੈ ਕਿ ਦੁਰਗਾ ਦੇਵੀ ਦਾ ਜੰਗ ਹੁੰਦਾ ਹੈ, ਇੱਕ ਭੀਮਨਾਦ ਦੈਂਤ ਹੁੰਦਾ ਹੈ, ਉਹ ਦੈਂਤ ਨੂੰ ਦੁਰਗਾ ਦੇਵੀ ਮਾਰ ਦਿੰਦੀ ਹੈ ਅਤੇ ਉਸ ਵਕਤ ਫਿਰ ਭੀਮਨਾਦ ਦਾ ਭਰਾ ਹੁੰਦਾ ਹੈ ਬੀਰਯਨਾਦ, ਜਿਹਨੂੰ ਬੀਰਜਨਾਦ ਵੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ। ਤੋ ਬੀਰਜ ਦਾ ਅਰਥ ਹੁੰਦਾ ਹੈ ਉਤਪੱਤੀ, ਅਤੇ ਨਾਦ ਦਾ ਅਰਥ ਹੁੰਦਾ ਆਵਾਜ਼। ਜਦੋਂ ਉਹ ਬੋਲਦਾ ਸੀ ਉਹਦੀ ਆਵਾਜ਼ ਵਿੱਚੋਂ ਦੈਂਤ ਪੈਦਾ ਹੁੰਦੇ ਸਨ, ਅਤੇ ਦੇਵੀ ਅਸਮਰੱਥ ਹੋਈ ਉਹਨੂੰ ਮਾਰਨ ਤੋਂ, ਕਿਉਂਕਿ ਉਹ ਜਿੰਨੇ ਦੈਂਤ ਮਾਰਦੀ ਸੀ ਉਹਨੇ ਦੈਂਤ ਹੋਰ ਪੈਦਾ ਹੁੰਦੇ ਜਾਂਦੇ ਸਨ। ਅਤੇ ਉਸ ਵਕਤ ਦੇਵੀ ਅਤੇ ਦੇਵਤੇ ਇਕੱਠੇ ਹੋ ਕੇ ਅਕਾਲ ਪੁਰਖ ਪਰਮੇਸ਼ਰ ਦੀ ਸ਼ਰਨ ਵਿੱਚ ਗਏ, ਅਤੇ ਅਕਾਲ ਪੁਰਖ ਪਰਮੇਸ਼ਰ ਨੇ ਫਿਰ ਸਰਬਲੋ ਦਾ ਅਵਤਾਰ ਧਾਰ ਕੇ ਉਹ ਰਾਖਸ਼ ਦਾ ਅੰਤ ਕੀਤਾ, ਦੇਵੀ ਅਤੇ ਦੇਵਤਿਆਂ ਦੀ ਰਕਸ਼ਾ ਕੀਤੀ। ਇਹ ਦੇਵੀ ਨੂੰ ਸੰਬੋਧਨ ਹੋ ਕੇ ਲਿਖਿਆ ਕਿ ਜਾਂ ਗੁਰੂ ਸਾਹਿਬ ਰਾਤ ਨੂੰ? ਦੇਖੋ ਜੀ, ਇਹ ਗ੍ਰੰਥ ਮਹਾਰਾਜ ਸਾਹਿਬ ਜੀ ਨੇ ਜਿਹੜਾ ਲਿਖਿਆ ਹੈ ਨਾ, ਮੰਗਲਾਚਰਨ, ਮੰਗਲਾ ਦਾ ਅਰਥ ਹੈ ਦੇਵੀ ਅਤੇ ਚਰਨ ਦਾ ਅਰਥ ਹੈ ਚਰਨ। ਦੇਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਕੇ ਪੈਂਦੀ ਹੈ। ਸ਼ਕਤੀ ਹਮੇਸ਼ਾ ਹੀ ਸ਼ਕਤੀ ਦੇ ਅਧੀਨ ਹੁੰਦੀ ਹੈ। ਦੇਵੀ ਸ਼ਕਤੀ ਹੈ ਅਤੇ ਸਰਬਲੋ ਦੇਵ ਸ਼ਕਤਾ ਹੈ। ਅਤੇ ਮਹਾਰਾਜ ਸਾਹਿਬ ਜੀ ਨੇ ਐਸਾ ਇਹ ਪ੍ਰਸੰਗ ਲਿਖਿਆ ਹੈ। ਇਹਦੇ ਤੋਂ ਇੱਕ ਸਾਨੂੰ ਇਹ ਵੀ ਸਿੱਖਿਆ ਮਿਲਦੀ ਹੈ ਵੀ ਪਤਨੀ ਪਤੀ ਦੇ ਅਧੀਨ ਹੋ ਕੇ ਚੱਲੇ। ਜਿਵੇਂ ਮਹਾਰਾਜ ਸਾਹਿਬ ਜੀ ਨੇ ਨਿਮਨ ਸੁਅੱਖਰ ਖਮਨ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੀਸ ਕਰ ਤਾਂ ਵਸਿਆ ਵੀ ਕੰਤ। ਤੋ ਇਸ ਤਰੀਕੇ ਦਾ ਮਹਾਰਾਜ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਹੈ। ਤੇ ਇਸ ਤਰੀਕੇ ਨਾਲ ਇਹਦਾ ਨਾਮ ਮੰਗਲਾਚਰਨ ਤੋਂ ਅਰਥ ਤੋਂ ਹੈ ਸਰਬਲੋ, ਅਤੇ ਮਹਾਰਾਜ ਸਾਹਿਬ ਜੀ ਨੇ ਇਹਦਾ ਨਾਮ ਮੰਗਲਾਚਰਨ ਲਿਖਿਆ ਅਤੇ ਬਾਅਦ ਵਿੱਚ ਇਹਦਾ ਨਾਮ ਫਿਰ ਸਰਬਲੋ ਬਣ ਗਿਆ। ਅਤੇ ਸਰਬਲੋ ਪ੍ਰਕਾਸ਼ ਗ੍ਰੰਥ ਇਸ ਤਰੀਕੇ ਦੇ ਨਾਲ ਇਹਦਾ ਜਿਹੜਾ ਨਾਮ ਪੰਥ ਵਿੱਚ ਮਸ਼ਹੂਰ ਹੋਇਆ, ਕਿਉਂਕਿ ਇਹਦੇ ਵਿੱਚ ਸਰਬਲੋ ਦੀ ਕਥਾ ਦਾ ਪ੍ਰਕਾਸ਼ ਹੁੰਦਾ ਹੈ। ਅਤੇ ਇਹ ਗ੍ਰੰਥ ਅਕਾਲ ਪੁਰਖ ਪਰਮੇਸ਼ਰ ਦੇ ਪ੍ਰਤਾਏ ਕਿ ਜਦੋਂ ਵੀ ਕੋਈ ਹਾਰ ਕੇ ਹੰਬ ਕੇ, ਜਿਹਨੂੰ ਕੋਈ ਦੁਨੀਆ ਦੇ ਵਿੱਚ ਆਸਰਾ ਨਹੀਂ ਦਿੰਦਾ, ਢੋਈ ਕੋਈ ਨਾ ਦੇ, ਜਿਹਨੂੰ ਕੋਈ ਢੋਈ ਨਾ ਦਵੇ, ਚਿਤ ਆਵੈ ਉਸ ਪਾਰ ਬ੍ਰਹਮ ਲੱਗਿਆ ਨਾ ਤੱਤੀ ਵਾਓ, ਉਹਨੂੰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਚੇਤੇ ਆ ਜਾਵੇ ਅਤੇ ਉਹਨੂੰ ਤੱਤੀ ਵਾਹ ਨਹੀਂ ਲੱਗਦੀ। ਸਭੋ ਭੱਜੇ ਆਸਰਾ ਢੋਈ ਕੋਈ ਨਾ ਦੇ, ਜਦੋਂ ਸਾਰੇ ਆਸਰੇ ਭੱਜ ਜਾਣ ਅਤੇ ਕੋਈ ਢੋਈ ਨਾ ਦੇਵੇ, ਉਦੋਂ ਅਕਾਲ ਪੁਰਖ ਢੋਈ ਦਿੰਦਾ ਹੈ। ਇਸ ਦੀ ਮਹੱਤਤਾ ਕੀ? ਇਸ ਗ੍ਰੰਥ ਦੀ ਪੰਥ ਦੇ ਵਿੱਚ ਬੜੀ ਮਹਾਨਤਾ ਹੈ ਜੀ। ਇਹ ਗ੍ਰੰਥ ਪੰਥ ਤੋਂ ਲਾਂਭੇ ਕਰ ਦਿੱਤਾ ਜਾਵੇ ਅਤੇ ਜਿਹੜਾ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਇਹ ਸਾਨੂੰ ਤੁਕਾਂ ਨਹੀਂ ਪ੍ਰਾਪਤ ਹੋਣਗੇ। ਇਸ ਗ੍ਰੰਥ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਕੇ ਖਾਲਸੇ ਦੇ 10 ਗੁਣ, ਕਿ ਗੁਰੂ ਕੇ ਖਾਲਸੇ ਨੂੰ ਆਹ 10 ਗੁਣ ਧਾਰਨ ਕਰਨੇ ਚਾਹੀਦੇ ਨੇ ਅਤੇ ਇਹਨਾਂ ਅਵਗੁਣਾਂ ਦਾ ਤਿਆਗ ਕਰਨਾ ਚਾਹੀਦਾ ਹੈ। ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ, ਆਪਨ ਪਾਉ ਸ਼੍ਰੀ ਖਾਲਸੇ ਸੌਂਪ,
ਦੁਤੀਆ ਰੂਪ ਸਤਿਗੁਰੂ ਗ੍ਰੰਥਾ। ਕਈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਨਾ ਮੰਨਦੇ, ਉਹ ਇਹ ਗੱਲ ਕਹਿ ਦਿੰਦੇ ਨੇ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਭਾਵੇਂ ਸਤਿਗੁਰੂ ਸਾਹਿਬ ਜੀ ਦੇ ਮੁੱਖ ਵਾਕ ਨੇ, ਬੋਝ ਪੋਥੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਲਿਖੇ ਬਚਨ ਸਨ, ਪਰ ਕਈ ਇਹ ਗੱਲ ਕਹਿ ਦਿੰਦੇ ਆ ਜੀ ਇਹ ਤੇ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਦੇ ਬੋਲ ਹੈ। ਤੋ ਇਹਨਾਂ ਬੋਲਾਂ ਦੇ ਨਾਲ ਹੀ ਮਿਲਦੇ ਹੋਏ ਬੋਲ ਸਾਨੂੰ ਸਰਬਲੋ ਵਿੱਚੋਂ ਮਿਲਦੇ ਨੇ। ਮਹਾਰਾਜ ਨੇ ਆਪਨ ਪਉ ਸ਼੍ਰੀ ਖਾਲਸੇ ਸੌਂਪਾ, ਦੁਤੀਆ ਰੂਪ ਸਤਿਗੁਰੂ ਗ੍ਰੰਥਾ। ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗਦੀ ਦਾ ਪ੍ਰਮਾਣ ਸਭ ਤੋਂ ਵੱਡਾ ਸਾਨੂੰ ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਇਸ ਲਈ ਸਿੱਖ ਜਗਤ ਦੇ ਵਿੱਚ ਇਸ ਗ੍ਰੰਥ ਦੀ ਬੜੀ ਮਹਾਨਤਾ ਹੈ। ਇਸ ਗ੍ਰੰਥ ਦੇ ਵਿੱਚ ਸੂਰਬੀਰਤਾ ਜਾਂ ਨਿਮਰਤਾ ਜਾਂ ਰੱਬ ਦੀ ਪ੍ਰੀਤ ਭਗਤ ਬੰਦਗੀ ਬਾਰੇ ਹੈ ਜਾਂ ਹੋਰ ਕੁਝ? ਇਸ ਗ੍ਰੰਥ ਵਿੱਚ ਸਾਰੇ ਹੀ ਕਾਂਡ ਨੇ। ਇਹਦੇ ਵਿੱਚ ਭਗਤੀ ਦਾ ਕਾਂਡ ਵੀ ਹੈ, ਭਗਤੀ ਦੀ ਗੱਲ ਵੀ ਹੈਗੀ ਹੈ। ਇਸ ਗ੍ਰੰਥ ਵਿੱਚ ਵਿਰਾਗ ਦੀ ਗੱਲ ਵੀ ਹੈ। ਇਸ ਗ੍ਰੰਥ ਦੇ ਵਿੱਚ ਯੁੱਧਮਈ ਵੀਰ ਰਸੀ ਪ੍ਰਸੰਗ ਵੀ ਨੇ। ਇਸ ਗ੍ਰੰਥ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹੈ, ਮਹਾਰਾਜ ਸਾਹਿਬ ਜੀ ਨੇ ਦ੍ਰਿੜਤਾ ਦੀ ਗੱਲ